ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਖਬਰਾਂ ਜਿਹੜੀਆਂ ਨੇ ਖੰਗਾਲਣ ਨੂੰ ਬਹਿ ਜਾਈਦਾ। ਫਿਰ ਤੁਸੀਂ ਕਹਿੰਦੇ ਹੋ ਵੀ ਯਾਰ ਅਸੀਂ ਪਤਾ ਨਹੀਂ ਇੱਧਰ ਉੱਧਰ ਦੀਆਂ ਮਾਰਨ ਲੱਗ ਜਾਂਦੇ ਹਾਂ। ਕੋਈ ਵੀਰ ਇਹ ਵੀ ਕਹਿੰਦੇ ਵੀ ਯਾਰ ਤੁਸੀਂ ਤਾਂ ਜਮਾਂ ਜੱਬੜੀਆਂ ਮਾਰਦੇ ਹੋ, ਪਰ ਸਾਨੂੰ ਐਂ ਹੁੰਦਾ ਵੀ ਚਲੋ ਜਿਵੇਂ ਦੇ ਵੀ ਆ ਮਾੜਾ ਮੋਟ ਟਾਈਮ ਪਾਸ ਕਰੀ ਜਾਂਦੇ ਹਾਂ। ਜਿਹੜੇ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਧੰਨਵਾਦ। ਨਾਲ ਜੱਬੜੀਆਂ ਮਾਰਨ ਵਾਲਾ ਇੱਕ ਹੋਰ ਵੀਰ ਅਸੀਂ ਰੱਖਿਆ, ਵੀਰ ਪਰਮਵੀਰ ਬਾਟ। ਕੀ ਹਾਲ ਬਾਟ ਸਾਹਿਬ? ਐਨ ਚੜ੍ਹਦੀ ਕਲਾ ਜੀ, ਠੀਕ ਠਾਕ। ਆਪਣਾ ਸੁਣਾਓ ਬਾਟ ਸਾਹਿਬ? ਟੀਕਾ ਲਵਾਈ ਆ ਆਪਾਂ ਕੋਈ ਜੱਬੜੀਆਂ ਨਾ ਮਾਰਨ ਵਾਲਾ? ਟੀਕਾ ਦੇਖੋ 3 ਚਾਹੀਦੇ ਆ। ਫਿਰ 3? ਹਾਂ, ਮੈਂ ਦੱਸਣ ਲੱਗਿਆ ਕਿਉਂ। ਅੱਛਾ ਦੱਸੋ। ਕਿਉਂਕਿ 3 ਚਾਹੀਦੇ ਆ। ਤੁਹਾਨੂੰ ਲੱਗਣਾ ਦੂਸਰੇ ਨੰਬਰ ਤੇ, ਮੈਨੂੰ ਲੱਗਣਾ ਤੀਸਰੇ ਨੰਬਰ ਤੇ। ਪਹਿਲਾਂ ਇੱਕ ਹੋਰ ਪਾਸੇ ਲਵਾਉਣਾ ਪੈਣਾ। ਉਹ ਕਿੱਥੇ ਲਾਉਣਾ? ਮੈਂ ਦੱਸਣ ਲੱਗਾ। ਉਹ ਮੈਂ ਨਹੀਂ ਕਹਿੰਦਾ, ਉਹ ਤੁਸੀਂ ਵੀ ਨਹੀਂ ਕਹਿੰਦੇ। ਭਾਰਤ ਦੇ ਜਿੰਨੇ ਡਾਕਟਰ ਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲੇ ਜਿਹੜੇ ਹਜ਼ਾਰਾਂ ਬੰਦੇ ਨੇ ਜਿਹੜੇ ਪੜ੍ਹੇ ਲਿਖੇ ਨੇ, ਉਹਨਾਂ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਕਿ ਪਤੰਜਲੀ ਵਾਲੇ ਰਾਮਦੇਵ ਨੂੰ ਪਹਿਲਾਂ ਲੱਗਣ ਵਾਲਾ। ਜੇ ਮੈਂ ਗਲਤ ਕਿਹਾ ਤਾਂ ਦੱਸੋ। ਨਹੀਂ ਉਹ ਬਿਲਕੁਲ ਠੀਕ। ਉਹ ਕਹਿੰਦੇ ਵੀ ਬਾਬਾ ਜੀ ਇੱਕ ਨਾ ਥੋੜੇ ਸਿੱਧੇ ਹੋ ਮਾੜਾ ਚ। ਉਹ ਵੈਸੇ ਇੱਕ ਗੱਲ ਵਧੀਆ, ਉਹਦਾ ਕੰਮ ਬਹੁਤ ਸੈੱਟ ਆ। ਦੇਖੋ ਹੁਣ ਦੂਜੇ ਬੰਦੇ ਨੇ ਲਵਾਉਣਾ ਹੋਵੇ, ਮੰਨ ਲਓ ਕੋਈ ਕੋਟ ਪੈਂਟ ਵਾਲਾ ਤੇ 100 ਕੋਈ ਚੀਜ਼ਾਂ ਲਾਓ ਪੱਧਰ ਕਰਨੇ ਪੈਣਗੇ, ਹੈ ਨਾ ਜੀ। ਉਹ ਬਾਬੇ ਦਾ ਕੰਮ ਵਧੀਆ। ਉਹ ਕਹਿੰਦੇ ਕੋਈ ਗੱਲ ਨਹੀਂ, ਲੂੰਗੀ ਇੰਨੀ ਕੁ ਪਤਲੀ ਵੀ ਲੰਘ ਜਾਣੀ ਵੇਚਦੀ ਸੂਈ ਬਾਤ, ਤੁਸੀਂ ਲੰਘਾ ਦਿਓ ਇੱਕ। ਨਹੀਂ ਵੈਸੇ ਉਹ ਜਿਹੜਾ ਜੱਬੜੀਆਂ ਵਾਲਾ ਟੀਕਾ ਲੱਗਣਾ ਉਹ ਵੀ ਇੱਥੇ ਹੀ ਆ, ਘਬਰਾਉਣਾ ਨਹੀਂ। ਤੇ ਉਹਨਾਂ ਨੂੰ ਤਾਂ ਝੱਗੇ ਦੀ ਬਾਂਹ ਵੀ ਨਹੀਂ ਤਾਂ ਕਰਨੀ ਪੈਣੀ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਵੈਸੇ ਕਈ ਵਾਰੀ ਕੋਈ ਹੱਦ ਵੀ ਹੁੰਦੀ ਹੈ ਨਾ। ਨਹੀਂ ਉਹਦੀ ਕੋਈ ਸਿਰਾ ਬੰਨਾ ਵੀ ਹੁੰਦਾ। ਮੈਨੂੰ ਚੇਤਾ ਜਦੋਂ ਰਾਮਦੇਵ ਹੋਰਾਂ ਦਾ ਜ਼ਿਕਰ ਆਉਂਦਾ ਨਾ, ਮੈਨੂੰ ਕਈ ਗੱਲਾਂ ਚੇਤੇ ਆਉਂਦੀਆਂ। ਇੱਕ ਵਾਰੀ ਨਾ ਇੱਕ ਅਖਬਾਰ ਦੇ ਪਹਿਲੇ ਸਫ਼ੇ ਤੇ ਛੋਟੀ ਜਿਹੀ ਖਬਰ ਲੱਗੀ ਇੱਕ ਕੋਨੇ ਜਿਹਾ ਦੇ ਉੱਤੇ। ਉਹ ਜਿੱਦਾਂ ਬੀਬੀਆਂ 5000 ਵਾਲਾ ਸੂਟ ਲੈ ਕੇ ਤੇ ਨਾਲ ਰਮਾਲ ਤਾਂ ਜਰਾਬਾਂ ਲਾਉਂਦੀਆਂ ਹੁੰਦੀਆਂ ਬੰਦੇ ਦਾ ਨਾ, ਵੀ ਦੇਣਾ ਹੈ ਨਾਲ ਜਰਾਬਾਂ ਦਾ ਰਮਾਲ ਲਾ ਦਿਓ। ਛੋਟੀ ਜਿਹੀ ਖਬਰ ਲੱਗੀ ਕਿ ਭਾਈ ਪਤੰਜਲੀ ਦੇ ਜਿਹੜੇ ਉਹ ਬਿਸਕਟ ਨੇ ਰਾਮਦੇਵ ਹੋਰਾਂ ਦੀ ਕੰਪਨੀ ਦੇ, ਉਹਨਾਂ ਦਾ ਭਾਰ ਉੱਪਰ ਕੁਛ ਹੋਰ ਲਿਖਿਆ ਸੀ 200 ਗ੍ਰਾਮ ਜਾਂ 250 ਗ੍ਰਾਮ, ਵਿੱਚੋਂ ਘੱਟ ਨਿਕਲਿਆ ਤਾਂ ਜੁਰਮਾਨਾ ਲੱਗ ਗਿਆ। ਫਿਰ ਮੈਨੂੰ ਚੇਤਾ ਆਵੇ ਕਿ ਕਿੱਦਾਂ ਇੱਕ ਵਾਰੀ ਨੂਡਲ ਜਦੋਂ ਰੌਲਾ ਪਿਆ ਸੀ, ਉਦੋਂ ਆਪਣਾ ਕੰਮ ਫਿੱਟ ਕਰ ਲਿਆ। ਫਿਰ ਚੇਤਾ ਆ ਗਿਆ ਕਿ ਉਹਦੇ ਤੋਂ ਬਾਅਦ ਆ ਕਾਮਰੇਡਾਂ ਨੇ ਇੱਕ ਵਾਰੀ ਰੌਲਾ ਪਾਇਆ ਸੀ ਕਿ ਭਾਈ ਦਵਾਈਆਂ ਦੇ ਵਿੱਚ ਕਾਹਦੀ ਵਰਤੋਂ ਹੁੰਦੀ ਹੈ। ਫਿਰ ਮੈਨੂੰ ਚੇਤਾ ਆ ਗਿਆ ਇੱਕ ਸਟੇਜ ਦਾ, ਤੇ ਜਿਸ ਸਟੇਜ ਦੇ ਉੱਤੇ ਖੜ ਕੇ ਠੋਕ ਕੇ ਐਲਾਨ ਕੀਤਾ ਗਿਆ ਸੀ ਕਿ ਭਾਈ ਕਰੋਨਾ ਦੀ ਦਵਾਈ ਆ ਲਓ, ਕੋਰੋਨਲ ਅਸੀਂ ਬਣਾ ਲਈ ਹੈ। ਤੇ ਦੂਜੇ ਤੀਜੇ ਦਿਨ ਮੁੱਕਰਨ ਲੱਗੇ ਵੀ ਦੇਰ ਨਾ ਲਾਈ। ਫਿਰ ਕਦੇ ਮੈਨੂੰ ਹਾਥੀ ਤੋਂ ਡਿੱਗਣ ਦੀਆਂ ਖਬਰਾਂ ਚੇਤੇ ਆਉਂਦੀਆਂ, ਕਦੇ ਕਿਸੇ ਤਰ੍ਹਾਂ ਦੀਆਂ। ਮੈਨੂੰ ਇੱਕ ਗੱਲ ਬਿਲਕੁਲ ਨਹੀਂ ਭੁੱਲਦੀ ਕਿ ਇੱਕ ਪਾਸੇ ਅਸੀਂ ਕਹੀ ਜਾਂਦੇ ਕਿ ਯੋਗਾ ਦੇ ਨਾਲ ਆਪਾਂ ਸਾਰਿਆਂ ਨੂੰ ਤੰਦਰੁਸਤ ਕਰ ਦੇਣਾ, ਵਧੀਆ ਕਰ ਦੇਣਾ, ਇਹੀ ਚੰਗਾ। ਫਿਰ ਭਾਈ ਜੇ ਸੇਵਾਵਾਂ ਦੇਣੀਆਂ ਤਾਂ ਚੰਗੀ ਤਰ੍ਹਾਂ ਦਿਓ। ਜੇ ਆਪਾਂ ਕੱਪੜਿਆਂ ਦੀ ਵੀ ਬਹੁਤੀ ਲੋੜ ਨਹੀਂ, ਆਪਾਂ ਸਾਦੇ ਰਹਿਣਾ, ਸਾਦਾ ਖਾਣਾ, ਕੁਦਰਤ ਦੇ ਵਿੱਚ ਰਹਿਣਾ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਰਾਮਦੇਵ ਹੋਰੀ ਜਿਹੜੀ ਸਟੇਜ ਦੇ ਉੱਤੇ ਆ ਕੇ ਆਪਣਾ ਢਿੱਡ ਤੇਜ਼ ਤੇਜ਼ ਘਮਾਉਂਦੇ ਆ, ਉਸ ਸਟੇਜ ਦੇ ਨੇੜੇ ਨੇੜੇ ਦੀਆਂ ਟਿਕਟਾਂ ਮਹਿੰਗੀਆਂ ਤੇ ਦੂਰ ਦੀਆਂ ਸਸਤੀਆਂ ਕਾਹਤੋਂ ਹੁੰਦੀਆਂ? ਕੋਈ ਜੋ ਮਰਜ਼ੀ ਹੈ, ਇੱਕ ਹੁੰਦੀ ਬ੍ਰਾਂਡਿੰਗ। ਆਹ ਬਾਬੇ ਨੇ ਆਪਣੀ ਬ੍ਰਾਂਡਿੰਗ ਇਸ ਤਰ੍ਹਾਂ ਦੀ ਕਰ ਲਈ ਹੈ ਵੀ ਇਹ ਸਾਦਗੀ ਇੱਕ ਬ੍ਰਾਂਡ ਹੈ। ਐਂਡ ਉਸ ਸਾਦਗੀ ਨੂੰ ਹਾਸਲ ਕਰਨ ਦੇ ਲਈ ਬਹੁਤ ਸਾਰੇ ਲੋਕ ਬਹੁਤ ਸਾਰਾ ਪੈਸਾ ਖਰਚਦੇ ਆ। ਹੁਣ ਉਹ ਜਿਹੜੀ ਚੀਜ਼ ਉਹਨੂੰ ਇੱਕ ਵਾਰ ਵੇਚਣੀ ਆ ਗਈ ਵੀ ਮੈਂ ਇਸ ਹਿਸਾਬ ਨਾਲ ਕੰਮ ਲੱਭਦਾ। ਮੈਨੂੰ ਲੱਗਦਾ ਵੀ ਹੁਣ ਅੱਜ ਨਹੀਂ ਕੱਲ੍ਹ ਨਹੀਂ ਪਰਸੋਂ, ਹੌਲੀ ਹੌਲੀ ਜਿਵੇਂ ਜਿਵੇਂ ਸੋਸ਼ਲ ਮੀਡੀਆ ਸਟਰੋਂਗ ਹੋ ਰਿਹਾ, ਜਿਵੇਂ ਜਿਵੇਂ ਲੋਕਾਂ 'ਚ ਅਵੇਅਰਨੈਸ ਹੈ, ਉਹ ਆਪਣੀਆਂ ਕਈਆਂ ਗੱਲਾਂ 'ਚ ਆਪ ਹੀ ਫਸ ਜਾਂਦਾ। ਹੁਣ ਜਿੱਦਾਂ ਹੁਣ ਉਹਨੇ ਜਿਹੜੀ ਗੱਲੋਂ ਆਪਾਂ ਚਲੋ ਗੱਲ ਕਰ ਹੀ ਲੈਂਦੇ ਹਾਂ ਵੀ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਪੰਗਾ ਪਾਇਆ। ਉਹ ਕਹਿੰਦੇ ਸਿਹਤ ਮੰਤਰੀ ਸਾਹਿਬ ਇਹ ਬੰਦੇ 'ਤੇ ਕਾਰਵਾਈ ਕਰੋ, ਇਹ ਬਿਆਨ ਕਿੱਦਾਂ ਦਿੰਦਾ। ਖੈਰ ਉਹਨੇ ਕਿਹਾ ਤੇ ਇਹੀ ਹੈ ਵੀ ਇੱਕ ਸਟੂਪਿਡ ਤੇ ਦਿਵਾਲੀਆ ਸਾਇੰਸ ਹੈ ਜੀ ਐਲੋਪੈਥੀ, ਜਿਹੜੀਆਂ ਅੰਗਰੇਜ਼ੀ ਦਵਾਈਆਂ ਆਪਾਂ ਕਹਿ ਦਈਏ ਵੀ ਕਈ ਬੰਦੇ ਜਿਨ੍ਹਾਂ ਨੇ ਐਲੋਪੈਥੀ ਦੀਆਂ ਦਵਾਈਆਂ ਖਾਧੀਆਂ ਉਹ ਤੇ ਮਰ ਵੀ ਗਏ, ਹੈ ਨਾ, ਕੋਈ ਫਾਇਦਾ ਨਹੀਂ ਹੋਇਆ। ਇਹ ਕਾਹਦੀ ਮਤਲਬ ਸਾਇੰਸ ਲਈ ਫਿਰਦੇ ਹੋ। ਹੁਣ ਮੈਂ IMA ਵਾਲੇ ਨੂੰ ਪਾਸੇ ਛੱਡਦਿਆਂ, ਮੈਂ ਦਵਾਈਆਂ ਨੂੰ ਪਾਸੇ ਛੱਡਦਿਆਂ, ਮੇਰੇ ਦਿਮਾਗ 'ਚ ਇੱਕ ਸਵਾਲ ਆਇਆ ਕਿ ਉਹਦੇ ਨਾਲ ਬਾਬਾ ਹੁੰਦਾ ਕਿ ਨਹੀਂ, ਕੀ ਉਹਨੂੰ ਬਾਲ ਕ੍ਰਿਸ਼ਨ ਪਿਛਲੇ ਦਿਨੀ ਫਿਰ ਉਹਨੂੰ ਚੱਕ ਕੇ ਐਲੋਪੈਥੀ ਵਾਲੇ ਹਸਪਤਾਲ ਕੱਲ੍ਹ ਹੀ ਲੈ ਕੇ ਗਿਆ ਇਹ ਬਾਬਾ ਜੀ। ਉਹ ਏਡੇ ਸਟੂਪਿਡ ਨੇ। ਤੇ ਵੀ ਦੇਖੋ ਰਾਮਦੇਵ ਬੜਾ ਕਮਾਲ ਦਾ ਬੰਦਾ, ਇੰਨੇ ਕਮਾਲ ਦਾ ਬੰਦਾ ਕਿ ਜਦੋਂ ਤਾਂ ਮਸ਼ਹੂਰੀਆਂ ਦੇਣੀਆਂ ਹੁੰਦੀਆਂ ਤੇ ਉਦੋਂ ਉਹ ਬਾਲ ਕ੍ਰਿਸ਼ਨ ਨੂੰ ਭੇਜ ਦਿੰਦਾ ਪੱਤੀਆਂ ਤੋੜਦੇ ਹੋਏ, ਝੋਲੇ 'ਚ ਪਾਉਂਦੇ ਹੋਏ। ਉਹਦੇ ਤੋਂ ਬਾਅਦ ਕੁਦਰਤੀ ਤਰੀਕੇ ਦੇ ਨਾਲ ਇਹਨੂੰ ਰਗੜ ਕੇ ਉਹਨੂੰ ਫਿਰ ਡੱਬੀ 'ਚ ਪਾ ਕੇ ਤੇ ਵੇਚਦੇ ਹੋਏ। ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਉਹ ਬਾਲ ਕ੍ਰਿਸ਼ਨ ਦੀਆਂ ਤਾਂ ਵੀਡੀਓ ਵੀ ਆਈਆਂ ਹਸਪਤਾਲ ਦੇ ਵਿੱਚ ਜਦੋਂ ਦਾਖਲ ਸੀ, ਔਖਾ ਸਾਹ ਲੈਂਦਾ ਸੀ। ਉਦੋਂ ਤਾਂ ਮੂੰਹ ਦੇ ਉੱਤੇ ਉਹ ਸਾਰਾ ਕੁਝ ਲਾਇਆ ਸੀ ਜਿਹੜੇ ਇਹੀ ਐਲੋਪੈਥੀ ਵਾਲੇ ਯੂਜ਼ ਕਰਦੇ ਆ। ਹੁਣ ਤੁਸੀਂ ਦੇਖੋ ਕਿ ਠੀਕ ਹੈ, ਤੂੰ ਕਾਰੋਬਾਰ ਕਰਨਾ ਕਰ, ਪਰ ਲੋਕਾਂ ਦੀਆਂ ਜਾਨਾਂ ਦੇ ਨਾਲ ਨਾ ਖੇਡ। ਹੁਣ ਤੁਸੀਂ ਦੇਖੋ ਕਿ ਤੁਸੀਂ ਸਾਰੇ ਜਣੇ ਘਰ ਦੇ ਵਿੱਚ ਕੋਈ ਜੀ ਬਿਮਾਰ ਹੋ ਜਾਏ, ਕਰੋਨਾ ਆਇਆ, ਬਲੈਕ ਫੰਗਸ ਆਈ, ਕਿੰਨਾ ਰੌਲਾ ਪੈਂਦਾ। ਅਸੀਂ ਸਭ ਤੋਂ ਪਹਿਲਾਂ ਡਾਕਟਰ ਨੂੰ ਭਾਲਦੇ ਹਾਂ, ਹਸਪਤਾਲ ਨੂੰ ਭਾਲਦੇ ਹਾਂ, ਤੇ ਇਹ ਕਹਿੰਦੇ ਹਾਂ ਕਿ ਪੈਸੇ ਟਕੇ ਲੈ ਲਓ, ਸਾਡਾ ਜੀ ਬਚਣਾ ਚਾਹੀਦਾ। ਹੁਣ ਉਸੇ ਮੁੱਦੇ ਦੇ ਉੱਤੇ ਰਾਮਦੇਵ ਇਹ ਨਹੀਂ ਦੇਖਦਾ ਕਿ ਭਾਈ ਲੋਕਾਂ ਦੇ ਵਿੱਚ ਕਿੱਡੀ ਵੱਡੀ ਦੁਚਿੱਤੀ ਪੈ ਜੂ। ਕਿਆ ਪਤਾ ਕੀ ਕਿ ਤਾਂ ਲੋਕਾਂ ਦੇ ਹਥਿਆਰੇ ਨੇ, ਕਾਤਲ ਨੇ। ਐਲੋਪੈਥੀ ਜਣੀਆਂ ਅੰਗਰੇਜ਼ੀ ਸਿਸਟਮ ਦੇ ਨਾਲ ਜਿਹੜੇ ਇਲਾਜ ਕੀਤੇ ਜਾਂਦੇ, ਜਿਹੜੇ ਹਸਪਤਾਲ ਬਣੇ ਆ, ਇਹ ਕਿਸੇ ਕੰਮ ਦੇ ਨਹੀਂ। ਦਿਵਾਲੀਆ, ਖਤਮ, ਨਾਕਸ, ਫੇਲ। ਇਹ ਸਿਸਟਮ ਹੋਣਾ ਹੀ ਨਹੀਂ ਚਾਹੀਦਾ।
ਹੁਣ ਉਹਨੇ ਇਦਾਂ ਕਹਿਤਾ ਤੇ ਦੇਖੋ ਦੇਸ਼ ਭਰ ਦੇ ਸਾਰੇ ਡਾਕਟਰਸ ਜਿਹੜੇ IMA ਦੇ ਮੈਂਬਰ ਨੇ, ਉਹ ਦੇਸ਼ ਦੇ ਸਿਹਤ ਮੰਤਰੀ ਜਿਹੜੇ ਕਿ ਖੁਦ ਡਾਕਟਰ ਨੇ, ਉਹਨਾਂ ਨੂੰ ਚਿੱਠੀ ਲਿਖਦੇ ਆ। ਹਾਲਾਂਕਿ ਉਹ ਡਾਕਟਰ ਸਾਹਿਬ, ਮੰਤਰੀ ਸਾਹਿਬ ਖੁਦ ਉਹਨਾਂ ਦੇ ਨਾਲ ਦਵਾਈ ਦੀ ਪ੍ਰਮੋਸ਼ਨ ਵੀ ਕੇਅਰ ਕਰਦੇ ਹੁੰਦੇ ਸਟੇਜ ਤੇ। ਲਿਖ ਕੇ ਕੀ ਕਹਿੰਦੇ ਆ ਕਿ ਪਹਿਲੀ ਗੱਲ ਕਿ ਆ ਜਿਹੜਾ ਮਹਾਮਾਰੀ ਐਕਟ ਤੁਸੀਂ ਬਣਾਇਆ, ਜਿਹਦੇ ਵਿੱਚ ਤੁਸੀਂ ਲੋਕਾਂ ਦੇ ਚਲਾਨ ਕੱਟ ਦਿੰਦੇ ਆ, ਜਿਹਦੇ ਅਧੀਨ ਯੂਪੀ ਦੇ ਮੁੱਖ ਮੰਤਰੀ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਉਣ ਦੇ ਮੁੱਦੇ ਤੇ ਪਰਚੇ ਕੱਟ ਕੇ ਲੋਕਾਂ ਨੂੰ ਅੰਦਰ ਵੀ ਦੇ ਦਿੰਦੇ ਆ, ਕਿ ਰਾਮਦੇਵ ਦੇ ਖਿਲਾਫ ਉਸ ਮਹਾਮਾਰੀ ਐਕਟ ਦੇ ਤਹਿਤ ਪਰਚਾ ਦਰਜ ਕਰਾਇਆ ਜਾਵੇ ਕਿ ਆਮ ਲੋਕਾਂ ਨੂੰ ਦੁਚਿੱਤੀ 'ਚ ਪਾਉਂਦਾ। ਹੁਣ ਤੁਸੀਂ ਦੇਖੋ ਆਕਸੀਜਨ ਕੌਣ ਦਿੰਦੇ ਆ? ਐਲੋਪੈਥੀ ਵਾਲੇ ਦਿੰਦੇ ਆ। ਜੇ ਆਪਰੇਸ਼ਨ ਕਰਨਾ ਪਵੇ ਤਾਂ ਐਲੋਪੈਥੀ ਵਾਲੇ ਕਰਦੇ ਆ। ਦਵਾਈਆਂ ਜਿਹੜੀਆਂ ਸਾਰੀਆਂ ਨੇ, ਹੁਣ ਕਰੋਨਾ ਦੇ ਮੁੱਦੇ ਤੇ ਜਿਹੜਾ ਟੀਕਾਕਰਨ ਹੋ ਰਿਹਾ, ਵੈਕਸੀਨੇਸ਼ਨ ਦਾ ਪ੍ਰੋਸੈਸ ਚੱਲਦਾ, ਐਲੋਪੈਥੀ ਦੇ ਤਹਿਤ ਚੱਲਦਾ। ਤੇ ਉਹ ਸਾਰੀ ਪ੍ਰਕਿਰਿਆ ਦੇ ਉੱਤੇ ਕਹਿੰਦੇ ਨੇ ਪ੍ਰਸ਼ਨ ਚਿੰਨ੍ਹ ਲਾਇਆ, ਲੋਕਾਂ ਨੂੰ ਦੁਚਿੱਤੀ 'ਚ ਪਾਇਆ, ਲੱਖਾਂ ਲੋਕਾਂ ਦੀ ਜਾਨ ਰਾਮਦੇਵ ਨੇ ਖਤਰੇ 'ਚ ਪਾਈ ਆ। ਇਸ ਕਰਕੇ ਮਹਾਮਾਰੀ ਐਕਟ ਤਹਿਤ ਠੋਕ ਕੇ ਡਾਕਟਰ ਹਰਸ਼ਵਰਧਨ ਜੀ, ਸਿਹਤ ਮੰਤਰੀਓ ਭਾਰਤ ਦੇ, ਤੁਸੀਂ ਕਾਰਵਾਈ ਕਰੋ। ਤੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਰਾਮਦੇਵ ਵੀ ਬਿਮਾਰ ਹੁੰਦਾ ਤਾਂ ਹਸਪਤਾਲ ਜਾਂਦਾ ਹੈ, ਇਹਦਾ ਬਾਲਕ੍ਰਿਸ਼ਨ ਵੀ ਬਿਮਾਰ ਹੁੰਦਾ ਤਾਂ ਹਸਪਤਾਲ ਜਾਂਦਾ ਹੈ, ਤੇ ਜੇ ਆਪ ਉਸੇ ਤਰ੍ਹਾਂ ਦੀ ਪ੍ਰਣਾਲੀ ਦੇ ਵਿੱਚੋਂ ਇਲਾਜ ਕਰਾਉਂਦੇ ਆ ਤੇ ਆਮ ਲੋਕਾਂ ਨੂੰ ਵਹਿਮਾਂ 'ਚ ਨਾ ਪਾਉਣ। ਇਹ ਨਾਲੇ ਦੇਖੋ ਜਿਹੜਾ ਉਹਨਾਂ ਦਾ ਸਟੈਂਡ ਲਿਆ ਕਿ ਵੀ ਦੇਖੋ ਵੀਰ ਜੀ, ਜੇ ਤੇ ਤੁਸੀਂ ਕਾਰਵਾਈ ਕਰਤੀ ਫਿਰ ਠੀਕ ਹੈ, ਐਂਡ ਜੇ ਨਾ ਕਾਰਵਾਈ ਹੋਈ, ਅਲਟੀਮੇਟਮ ਵੀ ਦਿੱਤਾ ਉਹਨਾਂ ਨੇ, ਤੇ ਫਿਰ ਨਾ ਕਿ ਭਾਈ ਸਾਹਿਬ ਅਸੀਂ ਆਪਣਾ ਕੰਮ ਛੱਡ ਕੇ ਸਾਈਡ ਤੇ ਹੋਣਾ, ਫਿਰ ਤੁਸੀਂ ਬਾਬੇ ਰਾਮਦੇਵ ਕੋਲੋਂ ਕਰਾ ਲਿਓ ਇਲਾਜ। ਨਹੀਂ, ਫਿਰ ਤਾਂ ਢਿੱਡ ਘਮਾਉਣ ਨੇ ਕੰਮ ਸੂਤ ਕਰਾ ਲਿਓ। ਹਾਂ, ਫਿਰ ਤੁਸੀਂ ਇਦਾਂ ਕਰੋ ਕਿ ਕਰੋਨੇ ਦੇ ਘੇਰੇ ਘੇਰੇ ਇਹ ਕਰੇ ਜਾਊਗਾ, ਤੇ ਕਰੋਨਾ ਇਹ ਤੋਂ ਦਗੜ ਕੇ ਤੁਰਿਆ ਫਿਰਦਾ। ਫਿਰ ਮਤਲਬ ਜੇ ਬਹੁਤ ਹੀ ਗੱਲ ਕਿਸੇ ਕੋਲ ਮਤਲਬ ਬਿਲਕੁਲ ਸੈੱਟ ਨਹੀਂ ਆ ਰਿਹਾ, ਤੇ ਕੋਈ ਬਾਲਕ੍ਰਿਸ਼ਨ ਹੋਣੀ, ਕੋਈ ਜੰਗਲ 'ਚੋਂ ਲਿਆ ਕੇ ਦਾਤਣ ਦੇ ਦੇਣ, ਲੈ ਵੀ ਬਲੈਕ ਫੰਗਸ ਦਾ ਇਲਾਜ ਤੈਨੂੰ ਦੇ ਦਿੱਤੀ ਅੱਜ, ਹੋ ਸਕਦਾ? ਨਹੀਂ, ਬਿਲਕੁਲ ਹੋ ਸਕਦਾ। ਹੋ ਸਕਦਾ ਕਿ ਹੁਣ ਆਪਣੇ ਪਰਿਵਾਰ ਦੇ ਕਈ ਮੈਂਬਰ ਇਹ ਵੀ ਲਿਖ ਦੇਣ ਕਿ ਤੁਸੀਂ ਟੀਕੇ 3 ਹੈਗੇ ਆ, ਆਪਾਂ ਕਹਿ ਦੇਣਾ ਹੈਗੇ ਆ, ਉਹ ਕਹੇ ਤੁਸੀਂ ਯਾਰ ਬਾਅਦ 'ਚ ਲਵਾ ਲਿਓ, 3 ਪਹਿਲਾਂ ਉਹਦੇ ਲਾ ਦਿਓ। ਦੇਖੋ ਡਾਕਟਰ ਜਿੱਦਾਂ ਉਹਦੇ ਦੁਆਲੇ ਹੋ ਗਿਆ ਜੀ, ਦੇਖੋ ਟੀਕਾ ਤੇ ਉਹਨਾਂ ਨੇ ਲਾ ਦੇਣਾ ਉਹਦੇ, ਉਹ ਗੱਲ ਵੱਖਰੀ ਆ ਵੀ ਵਿੱਚ ਪੈ ਕੇ ਸਰਕਾਰ ਕੱਲ ਨੂੰ ਸਮਝੌਤਾ ਕਰਾ ਦੇ, ਚਲੋ ਛੱਡੋ ਯਾਰ ਅਸੀਂ ਸਮਝਾਵਾਂਗੇ ਬਾਬੇ ਨੂੰ, ਬਾਬਾ ਵੀ ਕੱਲ ਨੂੰ ਕਹਿ ਦੂਗਾ ਵੀ ਯਾਰ। ਇੱਕ ਤੇ ਇਹ ਵਧੀਆ ਕੰਮ, ਦੇਖੋ ਜਿਹੜਾ ਬੰਦਾ ਨਾ ਵੱਡਾ ਮਾਤੜ ਬੰਦੇ ਦੀ ਗੱਲ ਕਿੰਨੀ ਵਾਰ ਆਪਾਂ ਸੁਣਦੇ ਪਿੰਡਾਂ ਥਾਵਾਂ ਤੇ ਚੱਲਦੀ, ਉਹ ਕਹਿੰਦੇ ਵੀ ਗੱਲ ਕਹਿੰਦੀ ਆ ਵੀ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਾਉਣੀ ਆ। ਇਹ ਲੀਡਰ ਜਾਂ ਵੱਡੇ ਬੰਦੇ ਅੱਜ ਗੱਲ ਵੀ ਕੱਢਦੇ ਮੂੰਹ, ਜਦੋਂ ਪਤਾ ਲੱਗਦਾ ਵੀ ਉਹ ਦੂਜੇ ਪਾਸੇ ਚੱਲ ਗਈ, ਫਿਰ ਅਗਲੇ ਦਿਨ ਕਹਿੰਦੇ ਨਹੀਂ ਮੇਰਾ ਤੇ ਬਿਆਨ ਤਰੋੜ ਮਰੋੜ ਕੇ ਪੇਸ਼ ਕੀਤਾ, ਜਾਂ ਮੈਂ ਆਪਣਾ ਬਿਆਨ ਵਾਪਸ ਲੈਣਾ। ਨਹੀਂ, ਗੱਲ ਤਾਂ ਕਰ ਵੀ ਸਕਦੀ। ਮੈਨੂੰ ਇਹ ਵੀ ਕਦੇ ਕਦੇ ਲੱਗਦਾ ਹੁੰਦਾ ਕਿ ਰਾਮਦੇਵ ਜਿੱਦਾਂ ਇਹਨੂੰ ਲੱਗਦਾ ਹੁੰਦਾ ਕਿ ਭਾਈ ਵਿਗਿਆਨ ਦੇ ਵਿੱਚ ਕੁਛ ਨਹੀਂ, ਸਾਇੰਸ ਦੇ ਵਿੱਚ ਕੁਛ ਨਹੀਂ, ਹੋ ਸਕਦਾ ਕਿ ਉਹ ਕੱਲ ਨੂੰ ਕਹੇ ਕਿ ਮੈਂ ਅਮਰੀਕਾ ਨੂੰ ਜਾਣਾ ਤੇ ਉਹਨੂੰ ਫਿਰ ਜਹਾਜ਼ 'ਚ ਬਹਿਣ ਦੀ ਲੋੜ ਨਹੀਂ, ਐਂ ਕਰੇ ਛੂੰ ਦੇਣੀ ਉੜ ਕੇ ਅਮਰੀਕਾ ਪਹੁੰਚ ਜਾਵੇ। ਨਹੀਂ, ਉਹ ਜਦੋਂ ਉੱਡਣਾ ਨਾ ਇਦਾਂ, ਉਦੋਂ ਧੋਤੀ ਬੰਨ੍ਹ ਲੈਣੀ ਚੰਗੀ ਤਰ੍ਹਾਂ, ਪਤਾ ਲੱਗੇ ਅਫਗਾਨਿਸਤਾਨ ਵਾਲੀਆਂ ਪਹਾੜੀਆਂ ਜਿਵੇਂ ਲੰਘਣ ਲੱਗੇ ਉਧਰ ਨੂੰ ਬੰਦਾ, ਉੱਥੇ ਹੀ ਕਿਤੇ ਕਿੱਕਰ ਕੋਕਰ ਨਾਲ। ਮੈਨੂੰ ਇਹ ਵੀ ਲੱਗਦਾ। ਪਰ ਦੇਖੋ ਅਮਰੀਕਾ ਵਾਲਿਆਂ ਪਹੁੰਚਣ ਦੇ ਉੱਪਰ ਉਹ ਬਹੁਤਾ ਇਤਰਾਜ਼ ਨਹੀਂ ਕਰਨਾ। ਮੰਨ ਲਓ ਬੀਚ ਤੇ ਉਤਰਦੇ ਬਾਬਾ ਜੀ, ਉਹਨਾਂ ਲੱਗਣਾ ਵੀ ਇਹ ਵੀ ਕਿਤੇ ਤੁਪ ਤਪ ਸੇਕਣ ਆਇਆ ਉਹ ਬੰਦਾ, ਪਰ ਮੁੜ ਕੇ ਆਉਂਦਿਆਂ ਨੂੰ ਔਖਾ ਹੋ ਜਾਣਾ, ਉੱਥੇ ਤੋਰਾ-ਪੂਰਾ ਦੀਆਂ ਪਹਾੜੀਆਂ ਦੇ ਵਿੱਚ ਫਸੀ ਫਿਰ। ਚਲੋ ਆਪਾਂ ਜਿਹੜੇ ਦੇਖੋ ਮੰਨਣ ਵਾਲੇ ਆ ਸਾਰੇ, ਮਸਲਾ ਇਹ ਨਹੀਂ ਹੈ। ਮਸਲਾ ਇੱਕ ਡਾਕਟਰ ਸਾਹਿਬ ਜਿਹੜੇ ਦੇਸ਼ ਭਰ ਦੇ, ਉਹਨਾਂ ਨੇ ਗੱਲ ਆਖੀ ਆ ਤੇ ਸਾਨੂੰ ਆਖਣੀ ਪਈ ਆ, ਬਾਕੀ ਸਾਨੂੰ ਕੋਈ ਰੌਲਾ ਨਹੀਂ। ਵੈਸੇ ਉਹ ਪ੍ਰਬੰਧ ਕਰਕੇ ਰੱਖਦੇ ਹੁੰਦੇ, ਤੁਸੀਂ ਦੇਖੋ ਜਦੋਂ ਉਹ ਯੋਗਾ ਕਰਨ ਲੱਗਦੇ ਸਟੇਜ ਤੇ ਆਉਂਦੇ, ਪਹਿਲਾਂ ਇਹ ਚੰਗੀ ਤਰ੍ਹਾਂ ਕੱਸ ਕੇ ਬੰਨ੍ਹ ਲੈਂਦੇ, ਪ੍ਰਬੰਧ ਕਰ ਲੈਂਦੇ ਆ, ਐਸੀ ਗੱਲ ਨਹੀਂ ਹੈ ਕੋਈ। ਦੇਖੋ ਅਸੀਂ ਤਾਂ ਗੱਲ ਹੀ ਕੀਤੀ। ਕਾਰਨ ਇਹ ਦੇਖੋ ਬਾਬੇ ਰਾਮਦੇਵ ਨਾਲ ਆਪਣਾ ਕਿਹੜਾ ਕੋਈ ਵੱਟ ਦਾ ਰੌਲਾ। ਅਸੀਂ ਤਾਂ ਸਿਰਫ ਇੰਨੀ ਬੇਨਤੀ ਕਰਦੇ ਹਾਂ ਵੀ ਦੇਖੋ ਬਾਬਾ ਜੀ, ਜਿਹੜਾ ਬੰਦਾ ਫਸਿਆ ਹੁੰਦਾ ਨਾ, ਜਿਹਨੂੰ ਜਿਹੜੇ ਘਰ ਦੇ ਨੂੰ ਉਡੀਕ ਹੁੰਦੀ ਆ ਵੀ ਯਾਰ ਸਾਨੂੰ ਬੈੱਡ ਮਿਲ ਜੇ, ਸਾਨੂੰ ਦਵਾਈ ਮਿਲ ਜੇ, ਸਾਨੂੰ ਆਕਸੀਜਨ ਮਿਲ ਜੇ, ਆ ਜਿੱਦਾਂ ਡਾਕਟਰ ਹੀ ਕਹਿੰਦੇ ਵੀ ਯਾਰ ਤੁਸੀਂ ਚੰਗਾ ਕੀਤਾ, ਲੈ ਆਓ ਕੋਈ ਸਟੰਟ ਪਾ ਦਿੰਦੇ ਆ, ਟਾਈਮ ਪਾਸ ਹੋ ਜਾਊਗਾ, ਬੰਦੇ ਦਾ ਹਾਰਟ ਅਟੈਕ ਤੋਂ ਬਚਾਅ ਹੋ ਗਿਆ, ਹੋਰ 100 ਚੀਜ਼ਾਂ ਨੇ। ਮੰਨ ਲਓ ਕਿਸੇ ਦਾ ਐਕਸੀਡੈਂਟ ਹੀ ਹੋ ਗਿਆ, ਉਹਦੀਆਂ ਕੋਈ 2-4 ਹੱਡੀਆਂ ਸੀ ਉਹ ਜੋੜਤੀਆਂ, ਕੋਈ ਕਿੱਲ ਕਾਬਲਾ ਹੀ ਪਾਤਾ, ਅੱਜ ਕੱਲ੍ਹ ਨਟਾਂ ਨਾਲ ਹੀ ਕੱਸ ਦਿੰਦੇ ਡਾਕਟਰ। ਉਹ ਜੇ ਜਿਉਂਦਾ ਜਾਗਦਾ ਬੰਦਾ ਅਗਲਿਆਂ ਦੇ ਘਰੇ ਰਹਿ ਪਿਆ, ਉਹਨਾਂ ਦਾ ਪਰਿਵਾਰ ਦਾ ਜੀਅ ਬਚ ਗਿਆ, ਯਾਰ ਉਹ ਤਾਂ ਕਹਿਣਗੇ ਵੀ ਠੀਕ ਹੈ। ਤੇ ਹੁਣ ਜੇ ਆਪਾਂ ਸਿਰਫ ਇਸੇ ਕਰਕੇ ਵੀ ਯਾਰ ਮੈਂ ਹੁਣ ਪਤਾ ਨਹੀਂ ਕਿੰਨੇ 100 ਕਰੋੜ ਦੀ ਤਾਂ ਅੱਗੇ ਹੀ ਬੰਦੇ ਦੀ ਟਰਨਓਵਰ ਆ ਜੀ, ਅਜੇ ਵੀ ਢਿੱਡ ਨਹੀਂ ਭਰਦਾ, ਆਪਾਂ ਅਜੇ ਵੀ ਇਹਨੇ ਵੀ ਮੈਂ ਆ ਵੀ ਫੇਲ ਕਰਕੇ ਵਾ ਹਰ ਥਾਂ ਮੈਂ ਪਤੰਜਲੀ ਕਰਦਾ, ਉਹ ਗੱਲ ਮਾੜੀ ਹੈ। ਮਤਲਬ ਇੱਦਾਂ ਨਹੀਂ ਕਹਿਣਾ ਚਾਹੀਦਾ। ਮੈਂ ਇਹ ਵੀ ਸੋਚਦਾ ਸੀ ਸੰਧਾਲੀਆ ਸਾਹਿਬ ਕਿ ਦੇਖੋ ਜਿੰਨੀ ਟ੍ਰਾਂਜੈਕਸ਼ਨ ਹੈ, ਟਰਨਓਵਰ ਹੈ, ਜਿੰਨਾ ਕਾਰੋਬਾਰ ਹੁੰਦਾ ਉਹ ਸਾਰਾ, ਉਹ ਬੰਦੇ ਦੇ ਕੋਲੇ 2-4 ATM ਕਾਰਡ, ਕ੍ਰੈਡਿਟ ਕਾਰਡ, ਜੇਬ, ਉਹ ਸਾਰਾ ਕੁਝ ਹੋਣਾ, ਉਹਨਾਂ ਦੇ ਤਾਂ ਜੇਬ ਵੀ ਨਹੀਂ ਹੈਗੀ ਧੋਤੀ ਦੀ, ਰੱਖਦੇ ਕਿੱਥੇ ਹੋਣਗੇ? ਦੇਖੋ ਹੁਣ ਤੁਸੀਂ ਬਹੁਤ ਜ਼ਿਆਦਾ ਮਤਲਬ ਦੂਰ ਨਹੀਂ, ਮੈਂ ਵੈਸੇ ਸੋਚਦਾ ਨਾ, ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਵੀ ਕੰਮ ਤੇ ਔਖਾ ਵੀ ਬੰਦੇ ਕੋਲੇ ਹੁੰਦੇ 4 ਚੀਜ਼ਾਂ, ਬੰਦਾ ਇੱਕ ਅੱਧੀ ਜੇਬ ਵੱਧ ਲਵਾਉਂਦਾ। ਪਿੰਡਾਂ 'ਚ ਆਪਣੇ ਰਿਵਾਜ ਹੁੰਦਾ ਨਾ, ਉਹ ਕਹਿੰਦਾ ਵੀ ਕੁੜਤਾ ਪਜਾਮਾ ਤੇ ਪਾਉਣਾ, ਫਤੂਈ ਨੂੰ ਜੇਬ ਲਵਾ ਲਓ, ਚੰਗੀ ਡੂੰਗੀ ਲਵਾ ਕੇ ਉੱਤੋਂ ਦੀ ਉਹ ਟਿੱਚ ਬਟਨ ਵੀ ਲਵਾ ਲੈਣਾ, ਕਿਤੇ ਬਟੂਆ ਨਾ ਡਿੱਗ ਪਿਆ ਹੈ ਨਾ। ਹੁਣ ਬਾਬਿਆਂ ਤੇ ਉਹ ਨਹੀਂ ਰੱਖਿਆ। ਆਪਾਂ ਸੰਧਾਲੀਆ ਸਾਹਿਬ ਹੁਣ ਜਾਣਾ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਕੋਲੇ, ਸਿੱਧੇ ਉਹਨਾਂ ਕੋਲ ਜਾਣਾ ਬਣਦਾ, ਕਿਉਂਕਿ ਜੁੜਦੀ ਗੱਲ ਹੈ। ਹੁਣ ਉਹਨਾਂ ਨੇ ਅਜੇ ਗੁਰਦੀਪ ਸਿੰਘ ਗੋਸ਼ੇ ਵਾਲਾ ਮਸਲਾ ਜਿਹੜਾ ਵੱਟ ਤੇ ਹੀ ਹੈ, ਹਜੇ ਉਹ ਨਿਬੜਿਆ ਨਹੀਂ। ਉਹਨਾਂ ਨੇ ਕਈ ਵਾਰੀ ਉਹਨਾਂ ਨੂੰ ਚਿੰਤਾ ਨਹੀਂ ਉਹਦੀ, ਹੁਣ
ਅੱਛਾ, ਕੋਈ ਨਹੀਂ। ਉਹ ਕਹਿੰਦੇ ਵੀ ਕਾਕਾ ਵੀ ਹੁਣ ਤੇ ਗੱਭਰੂ ਹੋ ਗਿਆ ਸੁੱਖ ਨਾਲ, ਕਾਕਾ ਨਜਿੱਠਦਾ ਰਹੂਗਾ, ਆਪੇ ਆਪਾਂ ਉੱਪਰ ਕੰਮ ਮੈਂ ਗੋਸ਼ੀਆਂ ਨਹੀਂ ਫਸੇ ਰਹਿਣਾ ਤੇ ਬਾਕੀ ਕੰਮ ਕਦੋਂ ਕਰਨੇ। ਹੁਣ ਉਧਰਲੇ ਪਾਸੇ ਚਲੋ ਕੇਸ ਚੱਲਦਾ, ਪਰਚਾ ਹੋਇਆ, ਕੀ ਹੋਊ ਉਹ ਬਾਅਦ ਚ ਦੇਖੀਓ। ਪਰ ਉਹਨਾਂ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਪੱਤਰਕਾਰਾਂ ਦੇ ਰੂਬਰੂ ਹੋਏ ਤੇ ਉਹਨਾਂ ਨੇ ਐਂ ਲੱਗਦਾ ਕਿ ਲੋਕਾਂ ਦੀ ਦੁੱਖ ਦੀ ਰਾਗ ਫੜ ਲਈ। ਦੇਖੋ, ਸਾਡੇ ਵੱਲੋਂ ਕੋਈ ਬੰਦਾ ਸਹਿਮਤ ਹੋਵੇ, ਕੋਈ ਅਸਹਿਮਤ ਹੋਵੇ ਰਾਜਨੀਤਿਕ ਤੌਰ ਤੇ, ਉਹ ਕੀ ਕਰਦੇ, ਕਿੱਦਾਂ ਕਰਦੇ ਆ। ਜਦੋਂ ਪਹਿਲਾਂ ਇੱਕ ਵਾਰੀ ਤਹਿਸੀਲਦਾਰ ਸਾਹਿਬ ਵਾਲਾ ਮਸਲਾ ਆਇਆ ਸੀ, ਉਦੋਂ ਵੀ ਬੜੀ ਆਲੋਚਨਾ ਹੋਈ ਸੀ, ਹੁਣ ਵੀ ਆਹ ਕਈ ਕੁਝ ਹੋ ਰਿਹਾ। ਪਰ ਜਿਹੜਾ ਉਹਨਾਂ ਨੇ ਮੁੱਦਾ ਚੁੱਕਿਆ, ਉਹ ਕਹਿੰਦੇ ਕਿ ਸਾਨੂੰ ਥਾਂ ਥਾਂ ਤੋਂ ਖਬਰਾਂ ਮਿਲ ਰਹੀਆਂ ਸੀ ਕਿ ਨਿੱਜੀ ਹਸਪਤਾਲ ਕਰੋਨਾ ਦੇ ਨਾਂ ਦੇ ਉੱਤੇ ਲੁੱਟ ਰਹੇ ਆ, ਸਾਰੇ ਨਹੀਂ, ਕੁਝ ਲੁੱਟ ਰਹੇ ਆ। ਹੁਣ ਹਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਲੋਕ ਇਨਸਾਫ ਪਾਰਟੀ ਵੱਲੋਂ 2-2 3-3 ਬੰਦਿਆਂ ਦੀ ਟੀਮ ਬਣਾਤੀ, ਟੈਲੀਫੋਨ ਨੰਬਰ ਦੇ ਦਿੱਤੇ, ਲੋਕਾਂ ਲਈ ਜਾਰੀ ਕਰ ਦਿੱਤੇ ਕਿ ਜੇ ਤੁਹਾਡੇ ਕਿਸੇ ਪਰਿਵਾਰ ਦੇ ਮੈਂਬਰ, ਸੱਜਣ ਮਿੱਤਰ, ਰਿਸ਼ਤੇਦਾਰ ਤੋਂ ਕਰੋਨਾ ਦੇ ਇਲਾਜ ਦੇ ਨਾਂ ਦੇ ਉੱਤੇ ਤੁਹਾਨੂੰ ਲੱਗਦਾ ਕਿ ਵੱਧ ਪੈਸੇ ਵਸੂਲੇ ਜਾ ਰਹੇ, ਤਾਂ ਤੁਰੰਤ ਸਾਡੇ ਇਹਨਾਂ ਮੈਂਬਰਾਂ ਦੇ ਨਾਲ ਸੰਪਰਕ ਕਰੋ, ਅਸੀਂ ਤੁਹਾਡੇ ਪੈਸੇ ਵਾਪਸ ਕਰਾਵਾਂਗੇ ਤੇ ਇਸ ਲੁੱਟ ਦਾ ਪਰਦਾਫਾਸ਼ ਕਰਾਂਗੇ। ਫਿਰ ਉਹਨਾਂ ਨੇ ਹੋਰ ਕਿਹਾ, ਉਹ ਕਹਿੰਦੇ ਆ ਦੇਖੋ, ਅਸੀਂ ਵੱਡੇ ਵੱਡੇ ਜਿਹੜੇ ਨਿੱਜੀ ਹਸਪਤਾਲ ਨੇ, ਅਸੀਂ ਉਹਨਾਂ ਦਾ ਡਾਟਾ ਕਢਾਇਆ ਕਿ ਜੇ ਆਕਸੀਜਨ ਸਧਾਰਨ ਮਰੀਜ਼ ਨੂੰ ਮੰਨ ਲਓ ਕਿ 500 ਦੀ ਲੱਗਦੀ ਹੈ, ਤਾਂ ਜੇ ਕਰੋਨਾ ਵਾਲੇ ਨੂੰ ਦੇਣੀ ਆ ਤਾਂ ਕਹਿੰਦੇ 5000 ਦੀ ਲੱਗਦੀ ਹੈ, 3000 ਦੀ ਲੱਗਦੀ ਹੈ। ਇੱਦਾਂ ਹੀ ਵੈਂਟੀਲੇਟਰ ਤੇ ICU ਦੇ ਖਰਚੇ ਵੀ ਦੱਸਿਓ। ਕਹਿੰਦੇ ਜੇ ਕਰੋਨਾ ਦਾ ਪੇਸ਼ੈਂਟ ਵੀ ਹੈ, ਜੇ ਉਸੇ ਮੰਜੇ ਦੇ ਉੱਤੇ ਪਾਉਣਾ, ਉਹੀ ਚੀਜ਼ਾਂ ਦੇਣੀਆਂ, ਤਾਂ ਉਹਦੇ 2 3 4 ਗੁਣਾ ਵੱਧ ਪੈਸੇ ਕਿਉਂ ਵਸੂਲੇ ਜਾ ਰਹੇ ਆ। ਫਿਰ ਉਹਨਾਂ ਨੇ ਫਗਵਾੜੇ ਦੇ ਹਸਪਤਾਲ ਦਾ ਜ਼ਿਕਰ ਕੀਤਾ ਕਿ ਉੱਥੇ ਇੱਕ ਹਸਪਤਾਲ ਹੈ, ਉਹ ਤਾਂ ਬਹੁਤ ਘੱਟ ਚਾਰਜ ਲੈਂਦੀ, ਉਸ ਨੂੰ ਧੰਨਵਾਦ ਕਰਦੇ ਹਾਂ। ਅੰਮ੍ਰਿਤਸਰ ਤੇ ਜਲੰਧਰ ਦਾ ਜ਼ਿਕਰ ਕੀਤਾ ਕਿ ਭਾਈ ਠੋਕ ਕੇ ਲੁੱਟਦੇ ਸੀ ਕੁਝ ਹਸਪਤਾਲ ਤੇ ਅਸੀਂ ਪਰਦੇਫਾਸ਼ ਕੀਤੇ ਆ। ਹੁਣ ਸੰਧਾਲੀਆ ਸਾਹਿਬ ਦੇਖੋ, ਗੱਲ ਤਾਂ ਹੈਗੀ ਚੋਣਾਂ ਦੀ ਕਿ ਅਗਲੇ ਸਾਲ ਵੋਟਾਂ ਆ, ਹਰ ਇੱਕ ਬੰਦੇ ਦੀ ਕੋਸ਼ਿਸ਼ ਹੁੰਦੀ ਆ ਕਿ ਭਾਈ ਆਪਾਂ ਹੁਣ ਵੋਟਰਾਂ ਨੂੰ ਖਿੱਚੀਏ। ਪਰ ਫਿਰ ਵੀ ਮੈਂ ਕਹਿੰਦਾ ਜੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਕੱਲੀਆਂ ਪ੍ਰੈਸ ਕਾਨਫਰੰਸਾਂ ਕਰਨ ਦੇ ਨਾਲੋਂ ਲੋਕਾਂ ਦੇ ਵਿੱਚ ਇਸ ਤਰੀਕੇ ਜਾਣ ਦੀ ਕੋਸ਼ਿਸ਼ ਕਰਨ ਕਿ ਭਾਈ ਤੁਹਾਨੂੰ ਜੇ ਲੱਗਦਾ ਕਿਤੇ ਧੱਕਾ ਹੁੰਦਾ ਤਾਂ ਸਾਨੂੰ ਦੱਸੋ, ਅਸੀਂ ਤੁਹਾਡੇ ਨਾਲ ਖੜੇ, ਲੋਕਾਂ ਨੂੰ ਇੱਕ ਪਲੇਟਫਾਰਮ ਮਿਲ ਜੂਗਾ। ਅਸੀਂ ਨਹੀਂ ਕਹਿੰਦੇ ਕਿ ਸਿਮਰਜੀਤ ਸਿੰਘ ਬੈਂਸੁਰੀ ਦੁੱਧ ਧੋਤੇ ਨੇ, ਪਰ ਆਮ ਆਦਮੀ ਪਾਰਟੀ ਹੈ, ਭਾਜਪਾ ਆ, ਕਾਂਗਰਸ ਆ, ਅਕਾਲੀ ਆ, ਸਾਰੀਆਂ ਹੀ ਧਿਰਾਂ ਲੋਕਾਂ 'ਚ ਚਲੇ ਜਾਓ, ਆਪਣੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਾ ਦਿਓ ਕਿ ਭਾਈ ਕਿਸੇ ਦਾ ਨਿੱਕਾ ਨਿਆਣਾ ਪੜ੍ਹਨ ਵਾਲਾ, ਕਿਸੇ ਦੇ ਕੋਲੇ ਖਾਣ ਨੂੰ ਰੋਟੀ ਨਹੀਂ ਹੈਗੀ, ਕਿਸੇ ਦੇ ਕੋਲੇ ਐਂਬੂਲੈਂਸ ਦੇ ਕਿਰਾਇਆ ਨਹੀਂ ਹੈਗਾ, ਸਾਡੀ ਆਹ 3 ਮੈਂਬਰੀ ਟੀਮ ਆਪਦੀ ਗੱਡੀ ਦੇ ਵਿੱਚ ਤੁਹਾਡੇ ਬੰਦਿਆਂ ਨੂੰ ਛੱਡ ਕੇ ਆਊ। ਮਾਸਕ ਨਹੀਂ ਹੈਗਾ, PPE ਕਿੱਟ ਨਹੀਂ ਹੈਗੀ, ਮੰਨ ਲਓ ਘਰ ਦੇ ਵਿੱਚ ਕਿਸੇ ਜੀ ਦੀ ਮੌਤ ਹੋ ਗਈ ਆ, ਬਾਲਣ ਨਹੀਂ ਹੈਗਾ, ਸਾਡੇ ਬੰਦੇ ਖਲੋਤੇ ਆ। ਜੇ ਤਾਂ ਕਿਤੇ ਇਦਾਂ ਹੋ ਜਵੇ, ਸਿਆਸਤਦਾਨਾਂ ਨੇ ਤੇ ਸਿਆਸਤ ਕਰਨੀ ਹੈ, ਲੋਕਾਂ ਦਾ ਮਾੜਾ ਮੋਟਾ ਭਲਾ ਹੋ ਜੂ। ਪਰ ਇੱਕ ਖਿਆਲ ਸੰਧਾਲੀਆ ਸਾਹਿਬ ਰੱਖਣਾ ਪਊ, ਕਈ ਵਾਰੀ ਨਿੱਜੀ ਕਿੜਾਂ ਵੀ ਨਿਕਲਣ ਲੱਗ ਪੈਂਦੀਆਂ ਹੁੰਦੀਆਂ ਕਿ ਭਾਈ ਕੋਈ ਗੱਲ ਨਹੀਂ, ਠੋਕ ਦਿੰਦੇ ਆ, ਹਸਪਤਾਲ ਵਾਲੇ ਨੂੰ ਉਦੋਂ ਮੇਰਾ ਬੰਦਾ ਨਹੀਂ ਦਾਖਲ ਕੀਤਾ, ਪੈਸੇ ਨਹੀਂ ਘੱਟ ਕੀਤੇ, ਠੋਕ ਦਿੰਦੇ ਆ। ਇਦਾਂ ਠੋਕਣ ਟਕਾਉਣ ਵਾਲਾ ਸਿਲਸਿਲਾ ਨਾ ਚੱਲੇ। ਦੇਖੋ, ਮੈਨੂੰ ਲੱਗਦਾ ਬਾਟ ਸਾਹਿਬ ਆਪਣੇ ਨਾ ਪੰਜਾਬ 'ਚ ਜਿੰਨੇ ਸਿਆਸਤਦਾਨ, ਜਿੰਨੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਦਾ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ। ਜਿੱਦਾਂ ਹੁਣ ਬੈਂਸ ਸਾਹਿਬ ਦਾ ਤਰੀਕਾ ਇਹ ਆ ਵੀ ਭਾਈ ਸਾਹਿਬ ਚੱਕ ਲਓ, ਜਿਹੜੇ ਕੋਈ ਅੜਦਾ ਤੇ ਕੋਈ ਨਹੀਂ, ਰੱਖ ਦਿਓ, 5-4 ਬਾਅਦ 'ਚ ਵੇਖਾਂਗੇ ਪਰਚਾ ਹੁੰਦਾ ਕਿ ਨਹੀਂ ਹੁੰਦਾ। ਉਹ ਧਮਕੀ ਉਹਨਾਂ ਨੇ ਇਹ ਵੀ ਦੇ ਦਿੱਤੀ ਵੀ ਜੇ ਕਿਸੇ ਨੇ ਵੱਧ ਪੈਸੇ ਲਏ ਤੇ ਫਿਰ ਨਾ ਕੋਈ ਆ ਜਾਣਾ ਜੀ। ਹੁਣ ਸੁਖਬੀਰ ਬਾਦਲ ਸਾਹਿਬ ਦਾ ਦੂਜਾ ਬਿਆਨ ਆ, ਉਹ ਕਹਿੰਦੇ ਵੀ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਭਾਈ ਸਾਹਿਬ ਜਿਹੜੇ ਵੀ ਪ੍ਰਾਈਵੇਟ ਇਸ ਵਕਤ ਹਸਪਤਾਲ ਨੇ, ਉਹਨਾਂ ਦੇ ਵਿੱਚ ਜਿਹਦਾ ਵੀ ਇਲਾਜ ਹੋ ਰਿਹਾ ਉਹ ਫ੍ਰੀ ਹੋਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਵੀ ਉਹ ਫ੍ਰੀ ਇਲਾਜ ਕਰੇ। ਹੁਣ ਹੋ ਸਕਦਾ ਕੱਲ੍ਹ ਨੂੰ ਕੋਈ ਵਿਰੋਧੀ ਪਾਰਟੀ ਆਖੇ ਵੀ ਪੈਸੇ ਕਿੱਥੋਂ ਦੇਣੇ ਯਾਰ, ਖਜ਼ਾਨੇ 'ਚ ਹੈ ਨਹੀਂ। ਉਹ ਉਹਨਾਂ ਕੋਲੇ ਜਵਾਬ ਘੜਿਆ ਤੁਹਾਨੂੰ ਪਤਾ ਹੁੰਦਾ ਹੀ ਹੈ ਵੀ ਤੁਸੀਂ ਛੱਡ ਕੇ ਪਾਸੇ ਜੀ, ਤੁਹਾਨੂੰ ਮੈਂ ਦੱਸ ਦੇਣਾ ਕਿੱਦਾਂ ਕਰਨਾ ਹੈ ਨਾ। ਉਹ ਅਮੀਰ ਬੰਦੇ ਨੇ, ਉਹ ਕਹਿੰਦੇ ਬੱਤੀ ਵੀ ਫ੍ਰੀ ਕਰ ਦਿਓ, ਇਲਾਜ ਵੀ ਫ੍ਰੀ ਕਰ ਦਿਓ, ਖਜ਼ਾਨੇ ਦਾ ਕੀ ਕਰਨਾ ਉਹ ਸਾਨੂੰ ਪਤਾ। ਕੈਪਟਨ ਸਾਹਿਬ ਉਹਨਾਂ ਦਾ ਕੰਮ ਆਪਣਾ। ਦੇਖੋ, ਉੱਧਰੋਂ ਕੋਈ ਬਿਆਨ ਨਹੀਂ ਆ ਰਿਹਾ, ਉਹ ਕਹਿੰਦੇ ਵੀ ਯਾਰ ਛੱਡੋ ਖੜਾ, ਤੁਸੀਂ ਫਾਰਮ ਹਾਊਸ 'ਤੇ ਮੌਜ ਕਰੋ ਯਾਰ, ਕੀ ਲੋੜ ਪਈ ਐਵੇਂ ਬਹੁਤੀ ਟੈਨਸ਼ਨ ਲੈਣ ਦੀ। ਬਾਕੀ ਦੇਖਾਂਗੇ ਜੇ ਕੋਈ ਬੋਲਿਆ ਇੱਧਰੋਂ ਉੱਧਰੋਂ ਵੀ ਬੰਦੇ 5-4 ਹੈਗੇ, ਉਹਨਾਂ ਨੇ ਬਿਆਨ ਥੱਲੇ ਦੇ ਹੀ ਦੇਣਾ, ਆਪ ਤਾਂ ਗੱਲ ਆਉਣ ਦੀ ਲੋੜ ਨਹੀਂ। ਅਤੇ ਰਹੀ ਗੱਲ ਆਮ ਆਦਮੀ ਪਾਰਟੀ ਵਾਲਿਆਂ ਦੀ, ਉਹ ਮੈਨੂੰ ਲੱਗਦਾ ਵੀ ਵਿਚਾਰੇ ਇਸੇ ਗੱਲ 'ਚ ਪਏ, ਉਹ ਜਿੱਥੇ ਵੀ ਜਾਂਦੇ ਨਾ, ਦੇਖੋ ਜੇ ਦਿੱਲੀ 'ਚ ਹੋ ਸਕਦਾ ਤਾਂ ਇੱਥੇ ਪੰਜਾਬ 'ਚ ਕਿਉਂ ਨਹੀਂ। ਤੁਸੀਂ ਦੇਖੋ ਜਿੰਨੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਕੋਲ ਜਿਹੜੀ ਚੀਜ਼ ਦੀ ਤਾਕਤ ਹੈ ਜਾਂ ਜਿੱਦਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਬਿਆਨ ਵੀ ਉਦਾਂ ਦੇ ਆ। ਮੁੱਦਾ ਇੱਕ ਹੀ ਆ ਪਰ ਬਿਆਨ ਵੱਖਰੇ ਵੱਖਰੇ ਆ। ਨਹੀਂ, ਬਿਲਕੁਲ ਵੱਖਰੇ ਆ ਸੰਧਾਲੀਆ ਸਾਹਿਬ। ਦੇਖੋ, ਜਿੱਦਾਂ ਤੁਸੀਂ ਵਧੀਆ ਬੰਦੇ ਹੋ, ਤੁਸੀਂ 4 ਪੈਸੇ ਖਰਚ ਸਕਦੇ ਹੋ, ਤੁਸੀਂ ਨੀਲ ਨੂਲ ਦੇ ਕੇ ਰੱਖਦੇ ਹੋ ਚਿੱਟੀ ਕਮੀਜ਼ ਨੂੰ ਵਧੀਆ ਤਰੀਕੇ ਨਾਲ। ਮੇਰੇ ਵਰਗੇ ਝੱਗਾ ਪੀਲਾ ਜਿਹਾ ਹੋਇਆ ਹੁੰਦਾ, ਕਈ ਤਰ੍ਹਾਂ ਦੇ ਨਾਲ ਡੱਬ ਜਿਹੇ ਪਏ ਹੁੰਦੇ ਆ, ਤੇ ਵੀ ਤੁਸੀਂ ਇੱਦਾਂ ਹੀ ਕਹਿਣਾ ਜੇ ਮੇਰਾ ਝੱਗਾ ਚਿੱਟਾ ਹੋ ਸਕਦਾ, ਤੇਰਾ ਕਾਹਤੋਂ ਨਹੀਂ, ਵੋਟਾਂ ਪਾ ਤੇਰਾ ਝੱਗਾ ਚਿੱਟਾ ਕਰ ਦਿਆਂਗੇ। ਹਾਂ, ਜੇ ਅਗਲਾ ਆਖੇ ਮੇਰਾ ਨਹੀਂ ਹੁੰਦਾ ਨਾ ਵੀ ਸਾਨੂੰ ਦੱਸ, ਅਸੀਂ ਦੱਸਾਂਗੇ। ਹੁਣ ਸੰਧਾਲੀਆ ਸਾਹਿਬ, ਗੱਲ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਿਲਕੁਲ ਠੀਕ ਹੈ। ਜੇ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦੇਖ ਲਈਏ, 1.25 ਸਾਲ ਹੋ ਗਿਆ, ਕੰਮ ਧੰਦੇ ਠੱਪ ਪਏ, ਉਹ ਦੇਖ ਲਈਏ, ਇਲਾਜ ਮੁਫਤ ਹੋਣਾ ਚਾਹੀਦਾ। ਜੇ ਇਲਾਜ ਮੁਫਤ ਹੋਊਗਾ ਨਾ, ਇੱਕ ਤਾਂ ਲੁੱਟ ਨਹੀਂ ਹੋਊ, ਦੂਜਾ ਲੋਕਾਂ ਨੂੰ ਲੇਲੜੀਆਂ ਨਹੀਂ ਕੱਢਣੀਆਂ ਪੈਣਗੀਆਂ, ਤੀਜਾ ਫਾਹਾ ਨਹੀਂ ਲੈਣਾ ਪਊਗਾ, ਕਰਜ਼ੇ ਨਹੀਂ ਲੈਣੇ ਪੈਣਗੇ। ਇੱਕ ਸਮੱਸਿਆ ਨਹੀਂ ਖਤਮ ਹੁੰਦੀ। ਪਰ ਇੱਥੇ ਇੱਕ ਛੋਟਾ ਜਿਹਾ ਸਵਾਲ ਹੈ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਮੁਫਤ ਇਲਾਜ ਹੋਵੇ,
ਕੈਪਟਨ ਸਾਹਿਬ ਦੇ ਮੰਤਰੀ ਸਾਹਿਬ ਉਹਨਾਂ ਦੇ ਬੰਦੇ ਕਹਿੰਦੇ ਆ ਕਿ ਇਲਾਜ ਬਹੁਤ ਵਧੀਆ ਚੰਗੇ ਤਰੀਕੇ ਹੋ ਰਿਹਾ। ਸੁਖਬੀਰ ਸਿੰਘ ਬਾਦਲ ਸਾਹਿਬ 10 ਸਾਲ ਸਰਕਾਰ 'ਚ ਰਹੇ ਆ, 4.25 ਸਾਲ ਕੈਪਟਨ ਸਾਹਿਬ ਤੇ ਉਹਨਾਂ ਦੇ ਮੰਤਰੀਆਂ ਨੂੰ ਹੋ ਗਏ। ਸਰਕਾਰੀ ਇਲਾਜ ਮੁਫਤ ਹੋ ਜਾਊਗਾ, ਕਰ ਦੇਣਗੇ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਸੀ ਕਿ BA ਤੱਕ ਦੀ ਪੜ੍ਹਾਈ ਮੁਫਤ ਸਰਕਾਰੀ ਕਾਲਜਾਂ 'ਚ ਸਕੂਲਾਂ 'ਚ। ਕਰਾਉਣੀ ਕਿੰਨੇ ਆ? ਸਵਾਲ ਤਾਂ ਇਹੀ ਹੈ ਨਾ ਕਿ ਕਰਾਉਣੀ ਕਿੰਨੇ ਆ। ਇੱਦਾਂ ਹੁਣ ਇਲਾਜ ਮੁਫਤ ਕਰ ਦੇਣਗੇ ਕਰੋਨਾ ਦਾ। ਪਿਛਲੇ 14.25 ਸਾਲਾਂ ਦੇ ਵਿੱਚ, ਜਿਹਦੇ ਵਿੱਚ 4.25 ਸਾਲ ਕੈਪਟਨ ਸਾਹਿਬ ਦੀ ਸਰਕਾਰ ਤੇ 10 ਸਾਲ ਬਾਦਲ ਸਾਹਿਬ ਦੀ ਰਹੀ ਹੈ, ਮੈਨੂੰ ਇਹ ਲੱਗਦਾ ਕਿ ਜਦੋਂ ਮੌਜੂਦਾ ਸਰਕਾਰ ਦੇ ਮੰਤਰੀ ਕੋਈ ਦਾਅਵਾ ਕਰਦੇ ਆ ਤੇ ਨਾਲ ਇੱਕ ਲਿਸਟ ਜਾਰੀ ਕਰ ਦੇਣ ਕਿ ਪਿਛਲੇ 4.25 ਸਾਲਾਂ ਦੇ ਵਿੱਚ ਅਸੀਂ ਇੰਨੇ ਡਾਕਟਰ ਭਰਤੀ ਕੀਤੇ ਆ, ਨਾਲ ਇੱਕ ਲਿਸਟ ਲਾ ਦੇਣ ਕਿ ਇੰਨੇ ਛੱਡ ਕੇ ਗਏ ਆ, ਇੰਨੀਆਂ ਨਰਸਾਂ ਭਰਤੀ ਕੀਤੀਆਂ, ਨਾਲ ਲਿਸਟ ਲਾ ਦੇਣ ਕਿ ਇੰਨੀਆਂ ਛੱਡ ਕੇ ਗਈਆਂ, ਇੰਨੇ ਲੈਬ ਟੈਕਨੀਸ਼ੀਅਨ ਭਰਤੀ ਕੀਤੇ ਆ, ਇੰਨੇ ਛੱਡ ਕੇ ਗਏ ਆ, ਨਾਲ ਇਹ ਵੀ ਕਹਿ ਦੇਣ ਕਿ ਸਾਡੇ ਆਉਣ ਵੇਲੇ ਇੰਨੇ ਹਸਪਤਾਲਾਂ ਦੇ ਵਿੱਚ ਬਿਸਤਰੇ ਸੀ ਸਰਕਾਰੀ 'ਚ ਤੇ ਇਸ ਵੇਲੇ ਉਹ ਇੰਨੇ ਆ। ਦੂਸਰਾ, ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਦੱਸ ਦੇਣ। ਠੀਕ ਹੈ, ਅੱਜ ਇਹ ਮੰਗ ਕਰਨੀ ਬਹੁਤ ਸਖਾਲੀ ਹੈ ਕਿਉਂਕਿ ਲੋਕਾਂ ਨੂੰ ਚੰਗੀ ਲੱਗੂਗੀ, ਪਰ ਜਿਹੜੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਉਹ ਵੀ ਦੱਸ ਦੇਣ ਕਿ 10 ਸਾਲਾਂ ਦੇ ਵਿੱਚ, ਮੇਰਾ ਖਿਆਲ 120 ਮਹੀਨੇ ਹੁੰਦੇ ਆ, 120 ਮਹੀਨਿਆਂ ਦੇ ਵਿੱਚ ਕਿੰਨੇ ਡਾਕਟਰ ਭਰਤੀ ਕੀਤੇ ਤੇ ਕਿੰਨੇ ਨੌਕਰੀ ਛੱਡ ਕੇ ਗਏ ਆ। ਸਾਰੀਆਂ ਚੀਜ਼ਾਂ ਦੋਵੇਂ ਧਿਰਾਂ ਲੋਕਾਂ ਦੇ ਸਾਹਮਣੇ ਕੋਈ ਚੀਜ਼ ਰੱਖਣ ਤੋਂ ਪਹਿਲਾਂ, ਦਾਅਵਾ ਕਰਨ ਤੋਂ ਪਹਿਲਾਂ, ਮੰਗ ਕਰਨ ਤੋਂ ਪਹਿਲਾਂ, ਜਦੋਂ ਆਪਦੇ ਕੋਲੇ ਸਾਰੀਆਂ ਸ਼ਕਤੀਆਂ ਸੀ, ਆਪਦੇ ਕੋਲੇ ਸਾਰੇ ਅਧਿਕਾਰ ਸੀ, ਤਾਂ ਉਹ ਦੱਸਣ। ਤਾਂ ਜੇ ਇਹ ਚੀਜ਼ਾਂ ਨਹੀਂ ਦੱਸੀਆਂ ਜਾਂਦੀਆਂ, ਫਿਰ ਇਹਦਾ ਮਤਲਬ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇ, ਭਾਵੇਂ ਆਮ ਆਦਮੀ ਪਾਰਟੀ ਲਈ ਆ, ਭਾਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਲਈ ਆ, ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਲਈ। ਹਾਂ, ਇੰਨੀ ਗੱਲ ਜ਼ਰੂਰ ਹੈ, ਠੀਕ ਹੈ, ਜੇ ਲੋਕਾਂ ਨੂੰ ਭੱਜੇ 'ਚ ਲੈਣਾ ਲਈ ਜਾਓ, ਪਰ ਜ਼ਮੀਨੀ ਹਕੀਕਤਾਂ ਇਹ ਆ ਕਿ ਨਾ ਪਿਛਲਿਆਂ ਨੇ ਤਾਂ ਨਾ ਹੋਣ ਵਾਲਿਆਂ ਨੇ ਇੰਨੇ ਜੋਗਾ ਸਿਹਤ ਸਿਸਟਮ ਨੂੰ ਬਣਾਇਆ ਹੀ ਨਹੀਂ ਕਿ ਉੱਥੇ ਮੁਫਤ ਇਲਾਜ ਹੋ ਸਕੇ। ਦੇਖੋ ਜੀ, ਇਹ ਵੀ ਤੇ ਗੱਲਾਂ ਜੇ ਅਸੀਂ ਬਣਾਤਾ ਫਿਰ ਉਦਾਹਰਨ ਉਹੀ ਆ ਜਾਣੀ ਹੈ ਵੀਰ ਜੀ। ਮੈਂ ਤੁਹਾਨੂੰ ਕੱਲ ਵੀ ਦਿੱਤੀ ਸੀ ਉਦਾਹਰਨ, ਅੱਜ ਫਿਰ ਦੱਸ ਦਿੰਦਾ। ਪਾਪਾ ਆ ਮੇਲੇ 'ਚ ਲੈ ਕੇ ਜਾ ਰਿਹਾ, ਮੁੰਡਾ ਉਹਨੇ ਗੁੱਟ ਤੋਂ ਫੜਿਆ, ਮੁੰਡੇ ਨੇ ਕਸ਼ਾ ਆਪਣਾ ਫੜਿਆ ਇੱਕ ਹੱਥ ਨਾਲ, ਕਿਉਂਕਿ ਕਸ਼ਾ ਢਿੱਲਾ, ਤੇ ਕਸ਼ੇ ਢਿੱਲੇ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤਾ ਸੀ ਵੀ ਉਹ ਵਿਚਾਰੇ ਜਵਾਕਾਂ ਨੂੰ ਹੁੰਦਾ ਵੀ ਜਿੱਦਾਂ ਵੀ ਭਾਈ ਸਾਹਿਬ ਵੀ ਡਿੱਗ ਪੈਣਾ, ਉੱਦਾਂ ਹੀ ਆਮ ਲੋਕਾਂ ਨੂੰ ਹੁੰਦਾ ਵੀ ਯਾਰ ਅਸੀਂ ਡਿੱਗ ਪੈਣਾ, ਕਿਉਂਕਿ ਕਿਸੇ ਦੀ ਧੀ ਵਿਆਹੁਣ ਵਾਲੀ, ਕਿਸੇ ਦਾ ਪੁੱਤ ਕੰਮ 'ਤੇ ਲੱਗਾ, ਕਿਸੇ ਸਿਰ ਕਰਜ਼ਾ, ਕਿਸੇ ਨੇ ਕੋਠਾ ਪਾਉਣਾ, ਕਿਸੇ ਦਾ ਕੋਠਾ ਡਿੱਗ ਪਿਆ, ਕਿਸੇ ਦੇ ਘਰ ਬਿਮਾਰੀ ਹੈ, 100 ਟੈਨਸ਼ਨਾਂ। ਹੁਣ ਇੰਨੇ ਕੁਛ ਦੇ ਵਿੱਚ ਜੇ ਤੁਸੀਂ ਦੱਸੋ ਵੀ ਲੋਕ ਸਖਾਲੇ ਕਰਤੇ, ਮੰਨ ਲਓ ਨਿੱਕਰ ਟੈਟ ਕਰਤੀ, ਲਾਸਟਿਕ ਟੈਟ ਹੋ ਗਈ, ਜਵਾਕ ਵਿਹਲਾ, ਹੁਣ ਜਵਾਕ ਦਾ ਭਾਪੇ ਨੂੰ ਤੰਗ ਕਰੂਗਾ ਜਾਂ ਫਿਰ ਆਖੂ ਮੈਂ ਮੇਲੇ 'ਚ ਆਹ ਲੈਣਾ, ਮੈਂ ਮੇਲੇ 'ਚ ਉਹ ਲੈਣਾ। ਉਹਦੇ ਨੂੰ ਚੰਗਾ ਨਾ ਵੀ ਜਵਾਕ ਨੂੰ ਵੀ ਆਪਣੇ ਦਾ ਫਿੱਟ ਰੱਖੋ, ਬਾਹੋਂ ਫੜ ਕੇ ਘੜੀਸੀ ਵੀ ਜਾਓ, ਤੇ ਐਂਡ ਤੇ ਘੁਮਾ ਕੇ ਲੈ ਕੇ ਸ਼ਾਮ ਨੂੰ ਕੋਲ ਲੈ ਵੇਖ ਪੁੱਤ ਮੈਂ ਤੈਨੂੰ ਮੇਲਾ ਵਿਖਾਇਆ ਕਿ ਨਹੀਂ ਵਿਖਾਇਆ, ਤੇ ਜਵਾਕ ਕੀ ਕੋਈ ਨਹੀਂ ਵਿਖਾਇਆ। ਨਹੀਂ, ਗੱਲ ਤੁਹਾਡੀ ਠੀਕ ਹੈ, ਪਰ ਭਾਪਿਆਂ ਤੋਂ ਤਾਂ ਜਵਾਕ ਨੂੰ ਸ਼ਰਮ ਕੋਈ ਨਹੀਂ। ਜਵਾਕ ਨੂੰ ਆਲੇ ਦੁਆਲੇ ਦੇ ਜਵਾਕਾਂ ਤੋਂ ਸ਼ਰਮਾ। ਤੈਨੂੰ ਇੱਕੋ ਹੀ ਗੱਲ ਕਹਿਣੀ, ਤੁਸੀਂ ਔਖੇ ਆ, ਉਹਨੇ ਕਹਿਣਾ ਔਖੇ ਆ, ਐਂ ਕਰੋ ਫਿਰ ਮਰ ਜਾ ਉੱਪਰਲੇ ਪਾਸੇ ਨੂੰ ਦੇਖੋ। ਉਹਨੇ ਇੱਕ ਵਾਰੀ ਕੱਛਾ ਛੱਡ ਕੇ ਜਦੋਂ ਹੂਰੇ 2 ਬੱਖੀ 'ਚ ਮਾਰ ਕੇ ਦੁਬਾਰਾ ਕੱਛਾ ਫੇਰ ਤਾਂ ਨੂੰ ਚੱਕ ਲਿਆ ਨਾ, ਪਤਾ ਤੁਹਾਨੂੰ ਫੇਰ ਲੱਗਣੀ। ਦੇਖੋ ਇਹ ਤਾਂ ਸਮਾਂ ਆਊਗਾ ਵੀ ਕੌਣ ਮੈਂ ਤਾਂ ਤੁਹਾਨੂੰ ਤਰੀਕਾ ਦੱਸਿਆ ਹੀ। ਨਹੀਂ, ਇਹ ਤਰੀਕਾ ਆਉਣਾ ਹੀ ਨਹੀਂ। ਦੇਖੋ ਕਾਰਨ ਇਹ ਵੀ ਤਰੀਕਾ ਫੇਟ ਹੀ ਐਸਾ ਕੀਤਾ, ਪਰ ਇੱਕ ਗੱਲ ਹੈ WhatsApp, ਦੇਖੋ ਕਾਰਨ ਇਹ ਆ, ਮੈਂ ਸੋਚਦਾ ਵੀ ਜੇ ਇਹ ਇਸ ਗੱਲ ਤੇ ਆ ਹੀ ਗਏ ਨੇ ਕਿ ਵੀ ਯਾਰ ਲੋਕਾਂ ਨੂੰ ਆਪਾਂ ਮਤਲਬ ਮਗਤੀ ਬਣਾਉਣਾ, ਇਹ ਸ਼ਬਦ ਹੈ ਵੈਸੇ ਬੜਾ ਸਖਤ ਸ਼ਬਦ ਹੈ, ਪਰ ਸਰਕਾਰਾਂ ਆ ਗਈਆਂ ਇਸ ਕੰਮ ਤੇ। ਉਹ ਕਹਿੰਦਾ ਵੀ ਠੀਕ ਹੈ ਕਿ ਆਟਾ ਦਾਲ ਹੈ, ਫਿਰ ਕੱਲ੍ਹ ਨੂੰ ਚਾਹ ਪੱਤੀ, ਫਿਰ ਤੁਸੀਂ ਲੂਣ ਤੇਲ ਖੰਡ ਬਿਜਲੀ, ਕਹਿੰਦਾ ਫਿਰ ਮਤਲਬ ਵੀ ਉਹ ਕਹਿੰਦੇ ਵੀ ਬੰਦਾ ਇੰਨਾ ਕੁ ਜ਼ਿਆਦਾ ਸਾਡੇ 'ਤੇ ਡਿਪੈਂਡ ਹੋ ਜਾਵੇ ਵੀ ਬਸ ਅਸੀਂ ਉਹਨੂੰ ਮਗਤਾ ਬਣਾ ਦਈਏ ਜੀ। ਜੇ ਤਾਂ ਇਸੇ ਪਾਸੇ ਰੱਖਣਾ ਤੇ ਤੁਸੀਂ ਮੈਨੂੰ ਭਵਿੱਖ ਦੱਸੋ ਵੀ ਫਿਊਚਰ ਕੀ। ਮੰਨ ਲਓ ਵੀ ਆਬਾਦੀ ਹੈ ਉਹ ਵਧਣੀ ਹੈ, ਤੁਸੀਂ ਬੰਦੇ ਨੂੰ ਅੱਜ ਰੋਟੀ ਦੇਈ ਜਾਓਗੇ, ਕੱਲ੍ਹ ਦੇਈ ਜਾਓ, ਕਿੰਨਾ ਕੁ ਚਿਰ ਦੇਈ ਜਾਓਗੇ। ਮੰਨ ਲਓ ਇੱਕ ਪਰਿਵਾਰ ਦੀ ਆਪਾਂ ਉਦਾਹਰਨ ਦੇ ਦਈਏ ਕਿ ਮੰਨ ਲਓ ਪਿਓ ਘਰ 'ਚ ਕਮਾਉਣ ਵਾਲਾ, ਅੱਜ ਉਹ ਕਹਿੰਦਾ ਜਵਾਕ ਨਿੱਕਿਆ, ਮੈਂ ਫੀਸਾਂ ਵੀ ਤਾਰ ਦਿੰਦਾ ਔਖਾ ਹੋ ਕੇ, ਮੈਂ ਚਲੋ ਨਾਲ ਤੁਹਾਨੂੰ ਵੱਡਾ ਵੀ ਕਰ ਲੈਣਾ। ਜਦੋਂ ਕੱਲ੍ਹ ਨੂੰ ਬਜ਼ੁਰਗ ਹੋ ਗਿਆ, ਉਹਦੇ ਕੋਲ ਉਹ ਆਮਦਨ ਨਾ ਰਹੀ, ਤੇ ਉਹ ਫਿਰ ਵੀ ਆਖੇ ਵੀ ਨਹੀਂ ਪੁੱਤ ਕੋਈ ਨਹੀਂ ਮੈਂ ਤਾਂ ਰੋਟੀ ਦੇਈ ਜਾਣਾ। ਇੱਦਾਂ ਤਾਂ ਨਹੀਂ ਚੱਲਦਾ ਨਹੀਂ ਨਾ। ਜੇ ਆਮ ਘਰ ਨਹੀਂ ਚੱਲ ਸਕਦਾ ਤਾਂ ਸਟੇਟ ਕਿਵੇਂ ਚੱਲ ਸਕਦੀ ਹੈ ਯਾਰ, ਜਿੱਧਰ ਨੂੰ ਵੀ ਤੁਰ ਪਏ ਨੇ ਇਹ ਬੰਦੇ। ਦੇਖੋ ਸੰਧਾਲੀਆ ਸਾਹਿਬ, ਸਟੇਟ ਤਾਂ ਉਹ ਚਲਾ ਹੀ ਨਹੀਂ ਰਹੇ, ਚਲਾ ਤਾਂ ਉਹ ਕਰ ਰਹੇ ਆ। ਤੁਸੀਂ ਇੱਕ ਮੋਟੀ ਜਿਹੀ ਗੱਲ ਦੇਖੋ ਕਿ ਤੁਹਾਡੇ ਕੋਲੇ, ਤੁਹਾਡੇ ਘਰ ਦੇ ਵਿੱਚ 2 ਤੁਸੀਂ ਚੁੱਲ੍ਹੇ 'ਤੇ ਰੋਟੀਆਂ ਪਕਾਉਂਦੇ, ਮੰਨ ਲਓ ਸੁਆਣੀ ਹੋ, ਤੁਸੀਂ ਰੋਟੀਆਂ ਪਕਾਉਂਦੇ ਹੋ ਤਾਂ 2 ਬੱਚੇ ਤੁਹਾਡੇ ਮੂਹਰੇ ਬੈਠੇ ਆ, ਪਲੇਟਾਂ ਲੈ ਕੇ ਫੱਟੇ ਦੇ ਉੱਤੇ ਬੈਠੇ ਆ, ਦਾਲ ਤੁਸੀਂ ਕੜਛੀ ਪਾਤੀ। ਹੁਣ ਇੱਕ ਨੂੰ ਤੁਸੀਂ ਆ ਰੋਟੀ ਰੱਖਤੀ ਲਾ ਕੇ, ਡਿਊਟੀ ਤਾਂ ਇਹੀ ਆ ਕਿ ਦੂਜੀ ਜਦੋਂ ਰੋਟੀ ਫੁੱਲ ਕੇ ਲਿੱਥੇ ਦੂਜੇ ਦੀ ਪਲੇਟ 'ਚ ਰੱਖੋ, ਫਿਰ ਪਹਿਲੇ ਦੀ 'ਚ ਰੱਖੋ, ਫਿਰ ਤੁਹਾਡਾ ਕੰਮ ਕੀ ਆ ਕਿ ਤੁਸੀਂ ਆ ਰੋਟੀ ਫਲਾਈ ਇਸ ਪਲੇਟ 'ਚ ਰੱਖਤੀ ਜਿਹੜੀ ਕਿ ਤੁਹਾਡੇ ਟੱਬਰ ਦੀ ਪਲੇਟ ਹੈ, ਫਿਰ ਰੋਟੀ ਫਲਾਈ ਆ ਵੋਟਰ ਦੀ ਪਲੇਟ ਦੇ ਉੱਪਰ ਦੀ ਕੱਢ ਕੇ ਐਂ ਚੱਕ ਕੇ ਫਿਰ ਆਪਣੀ ਪਲੇਟ 'ਚ ਰੱਖਤੀ, ਫਿਰ ਰੋਟੀ ਫਲਾਈ, ਫਿਰ ਐਂ ਕਰਕੇ ਉੱਧਰ ਦੀ ਕੱਢ ਕੇ ਉੱਧਰਲੇ ਪਾਸੇ ਰੱਖਤੀ। ਤੁਸੀਂ ਇੱਧਰਲੀ ਪਲੇਟ ਦੇ ਵਿੱਚ ਰੱਖੀ ਪਤਾ ਕਿਹੜੀ ਹੈ? ਜਦੋਂ ਉੱਧਰਲੇ ਪਾਸੇ ਉਹਨੇ ਢਿੱਡ ਤੇ 2 ਵਾਰੀ ਹੱਥ ਫੇਰਿਆ, ਹੁਣ ਬੀਬੀ ਬਸ ਹੁਣ ਨਹੀਂ ਖਾ ਹੁੰਦੀ, ਜਾਂ ਲੂ ਹੋ ਗਿਆ ਕੰਡਾ ਜਿਹੜਾ ਕਿਤੇ ਉਹ ਐਂ ਕਰਕੇ ਰੱਖਿਆ, ਅੱਛਾ ਵੀ ਇੱਦਾਂ ਕਰਾ 2 ਟੁਕੜੇ ਇੱਧਰਲੇ ਪਾਸੇ ਰੱਖ ਦੇ। ਹੁਣ ਤੁਸੀਂ ਇਹ ਗੱਲ ਦੇਖੋ, ਬੜੇ ਆਰਾਮ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆਊਗੀ
ਕਿ ਪੰਜਾਬ ਦੇ ਵਿੱਚ ਬਿਜਲੀ ਦੀ ਤਾਂ ਸਾਰਿਆਂ ਨੂੰ ਲੋੜ ਆ, ਮੋਬਾਈਲ ਚਾਰਜ ਕਰਨੇ ਆ, ਟੀਵੀ ਚਲਾਉਣਾ ਹੈ, ਪੱਖਾ ਚਲਾਉਣਾ, ਕੂਲਰ ਚਲਾਉਣਾ, ਏਸੀ ਚਲਾਉਣਾ, ਹਰ ਚੀਜ਼ ਬਿਜਲੀ ਦੇ ਉੱਤੇ ਹੈ। ਹੁਣ ਉਹ ਬਿਜਲੀ ਸਰਕਾਰੀ ਪਲਾਂਟ ਨਹੀਂ ਬਣਾ ਰਹੇ, ਪ੍ਰਾਈਵੇਟ ਬਣਾ ਰਹੇ, ਤਾਂ ਮਤਲਬ ਪੰਜਾਬ 'ਚ ਬਣ ਸਕਦੀ ਹੈ ਤੇ ਸਸਤੀ ਵੀ ਮਿਲ ਸਕਦੀ ਹੈ। ਸਰਕਾਰੀ ਨਹੀਂ ਬਣਾ ਰਹੇ, ਪ੍ਰਾਈਵੇਟ ਬਣਾ ਰਹੇ, ਤੇ ਪ੍ਰਾਈਵੇਟ ਕਿਹਨਾਂ ਦੇ ਨੇ? ਲੋਕਾਂ ਦੇ ਨੇ। ਉਹਨਾਂ ਦੇ ਵਿੱਚ ਹਿੱਸੇਦਾਰੀਆਂ ਕਿਹਨਾਂ ਦੀਆਂ? ਸਾਰਿਆਂ ਨੂੰ ਪਤਾ ਹੈ। ਪੰਜਾਬ ਦੇ ਵਿੱਚ ਲੋਕਾਂ ਨੇ ਬੱਸ 'ਚ ਸਫ਼ਰ ਕਰਨਾ ਹੈ, ਉਸੇ ਮੰਤਰੀ ਸਾਹਿਬ ਦੇ ਅਧੀਨ ਰੋਡਵੇਜ ਆਉਂਦੀ ਹੈ, ਰੋਡਵੇਜ ਨਹੀਂ ਚੱਲ ਰਹੀ, ਉਹ ਖੜਕ ਗਈ, ਉਹਦਾ ਮੁੜ ਕੇ ਨਟ ਨਹੀਂ ਕੱਸ ਹੋਇਆ, ਉਹਦਾ ਤੇਲ ਚੋਂਦਾ ਹੈ, ਉਹਦੀ ਵਾਰੀ ਹੈ ਨਹੀਂ, ਪਰ ਉਸੇ ਹੀ ਸੜਕ ਦੇ ਉੱਤੇ ਉੱਦਾਂ ਦੇ ਲੀਡਰ ਸਾਹਿਬਾਨ ਦੀ ਪ੍ਰਾਈਵੇਟ ਬੱਸ ਭੱਜੀ ਜਾਂਦੀ ਹੈ। ਮਤਲਬ ਕੀ ਹੈ ਕਿ ਰੋਟੀ ਪਰਲੀ ਪਲੇਟ ਦੇ ਵਿੱਚ ਹੀ ਗਈ ਹੈ, ਰੋਟੀ ਉਰਲੀ ਪਲੇਟ ਦੇ ਵਿੱਚ ਆਈ ਨਹੀਂ। ਹੁਣ ਜਿਹੜਾ ਹੱਥ ਇੱਕੋ ਹੀ ਪਲੇਟ ਵੱਲ ਨੂੰ ਜਾਂਦਾ ਨਾ, ਲੋਕਾਂ ਨੇ ਉਹ ਹੱਥ ਮੁੱਠੀ ਬਣਾ ਦੇਣਾ, ਮੁੜ ਕੇ ਕਹਿਣਾ ਕਿ ਭਾਈ ਆਪਦੀ ਜੇਬ 'ਚ ਪਾ ਲਾ, ਜੇ ਬਾਹਰਲੇ ਪਾਸੇ ਨੂੰ ਆਇਆ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ। ਮਤਲਬ ਅੱਜ ਮੈਂ ਥੋੜਾ ਲੀਡਰ ਨਹੀਂ ਬਣਿਆ ਤੇ ਅੱਜ ਤੁਸੀਂ ਸਿਰ ਤੇ ਚੜੋਗੇ। ਨਹੀਂ ਮੈਂ ਲਾ ਦਿਓ, ਲੋਕਾਂ ਨੇ ਮੁੱਠੀ ਬਣਾ ਲੈਣੀ, ਲੋਕਾਂ ਨੇ ਇਹ ਕਰ ਲੈਣਾ, ਲੋਕ ਕੁਝ ਨਹੀਂ ਕਰ ਸਕਦੇ ਵੀਰ ਜੀ। ਕਿਹੜੀਆਂ ਚੱਕਰਾਂ 'ਚ ਮੈਂ ਦੱਸਦਾ ਲੋਕ ਕੀ ਕਰ ਸਕਦੇ, ਦੱਸ ਦਿਓ ਤੁਸੀਂ। ਨਹੀਂ ਜੇ ਤੁਸੀਂ ਕੁਝ ਕਹਿਣਾ ਕਹਿ ਦਿਓ, ਮੈਂ ਦੱਸ ਦੇਣਾ। ਨਹੀਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਵੀ ਦੇਖੋ ਕਿਸਾਨ ਅੰਦੋਲਨ ਚੱਲਦਾ ਪਿਆ, ਕਿਸਾਨ ਅੰਦੋਲਨ ਤੁਸੀਂ ਚਲਾ ਲਓ, ਹੋਰ 2-4-6 ਮਹੀਨੇ ਚਲਾ ਲਓ, ਉਦੋਂ ਤੱਕ ਨੂੰ ਅਸੀਂ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਬਣਾ ਲੈਣਾ। ਆ ਹੋ ਗਈ ਕਿ ਨਹੀਂ ਅਰਦਾਸ, ਬਾਬਾ ਆਇਆ ਕਿ ਨਹੀਂ, ਭਾਵੇਂ 48 ਦੀ ਕਹਿ ਕੇ 24 ਘੰਟਿਆਂ ਲਈ ਕੀੜੀ ਮਾਰ ਗਿਆ। ਉਦੋਂ ਬਾਅਦ ਕੋਈ ਨਾ ਕੋਈ ਇੱਧਰੋਂ ਮੁੱਦਾ ਚੱਕ ਕੇ, ਕੋਈ ਜਾਤ ਦਾ, ਕੋਈ ਧਰਮ ਦਾ, ਕੋਈ ਸੱਜੇ ਦਾ, ਕੋਈ ਖੱਬੇ ਦਾ ਬਣਾ ਕੇ ਜਦੋਂ ਮੁੱਦਾ ਉਸ ਪਾਸੇ ਚਲਾ ਗਿਆ, ਫਿਰ ਕਿਹਨੂੰ ਚੇਤਾ ਰਹਿਣਾ ਵੀ ਕਿਹਦੀ ਪਲੇਟ ਦੇ ਉੱਤੋਂ ਦੀ ਘੁੰਮਦੀ ਏ ਰੋਟੀ। ਨੇ ਕਹਿਣਾ ਪਲੇਟ ਮਾਰੀ ਵਗਾ ਕੇ ਨਿਆਣਾ ਵਿਹੜੇ 'ਚ ਲਿਟਦਾ ਨਜ਼ਰ ਆਏਗਾ ਤੁਹਾਨੂੰ। ਰੋਟੀ ਕਿਹਨੂੰ ਚੇਤੇ ਰਹਿਣੀ ਉੱਥੇ? ਨਹੀਂ ਸੰਧਾਲੀਆ ਸਾਹਿਬ, ਗੱਲ ਵੈਸੇ ਤੁਹਾਡੀ ਠੀਕ ਹੈ, ਪਰ ਤੁਸੀਂ ਇਹ ਦੇਖੋ ਨਾ ਕਿ ਹਾਲਾਤ ਕੀ ਹੋਣ ਲੱਗੇ ਆ। ਤੁਸੀਂ 48 ਘੰਟਿਆਂ ਦੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਇਦਾਂ ਦੇਖਦੇ ਆ ਕਿ ਭਾਈ ਅਗਲਿਆਂ ਨੇ ਕੱਢ ਲਿਆ ਕਿ ਨਹੀਂ ਬਾਹਰ। ਦੂਜੇ ਪਾਸੇ ਦੇਖਣ ਵਾਲੇ ਪਤਾ ਕੀ ਦੇਖਦੇ ਆ ਕਿ 48 ਘੰਟਿਆਂ ਦੇ ਲਈ ਕੱਢਿਆ ਸੀ, ਪਰ ਜਦੋਂ ਉਹਨਾਂ ਨੇ ਦੇਖਣਾ ਕਿ ਭਾਈ ਚੈੱਕ ਕਰਕੇ ਦੇਖਦੇ ਆ, ਕਈ ਵਾਰੀ ਕਹਿੰਦੇ ਹੁੰਦੇ ਦਬਕਾ ਮਾਰੀ, ਦਬਕਾ ਕੇ ਡਰ ਜਾਂਦੇ ਹੁੰਦੇ ਆ, ਤੇ ਬੰਦਾ ਕਹਿੰਦਾ ਓਏ, ਉਹ ਜਦੋਂ ਮੋਹਰੇ ਕੱਢ ਕੇ ਐਂ ਲੈ ਕੇ ਆਉਂਦਾ ਪਹਿਲੇ ਉਹ ਨਹੀਂ ਤੁਹਾਨੂੰ ਥੋੜੀ ਕਿਹਾ, ਤੁਹਾਡੇ ਪਿੱਛੇ ਖੜਾ ਹੀ ਬੰਦਾ। 48 ਘੰਟਿਆਂ ਦੀ ਜਗ੍ਹਾ ਦੇ ਉੱਤੇ ਬੰਦਾ ਜਦੋਂ 24 ਘੰਟਿਆਂ ਦੇ ਵਿੱਚ ਫਿਰ ਅੰਦਰ ਤਾੜ ਦਿੱਤਾ, ਇਹਦਾ ਮਤਲਬ ਹੈ ਕਿ ਉਹਨਾਂ ਨੇ ਲੋਕਾਂ ਦੀ ਨਬਜ਼ ਜੀ ਦੇਖਣ ਦੀ ਕੋਸ਼ਿਸ਼ ਕੀਤੀ ਸੀ ਕਿ ਭੁੱਲ ਗਏ ਇੱਦਾਂ ਜੇ ਕਰਾਂਗੇ ਤਾਂ ਕੰਮ ਕਿਤੇ ਖਰਾਬ ਤਾਂ ਨਹੀਂ ਹੋ। ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਲੋਕਾਂ ਦੇ ਵਿੱਚ ਗੁੱਸਾ, ਰੋਹ, ਸਾਰਾ ਕੁਝ ਉੱਦਾਂ ਦਾ ਹੀ ਹੈ, ਜੇ ਬਹੁਤਾ ਵੱਡਾ ਪੰਗਾ ਲਿਆ ਤਾਂ ਕੰਮ ਖਰਾਬ ਹੋ ਜੂ। ਚਲੋ ਮੰਨ ਲੈਂਦੇ ਇਹ ਤਾਂ ਦੱਸੂਗਾ ਸਮਾਂ। ਕਿਸਾਨ ਅੰਦੋਲਨ ਦੀ ਗੱਲ ਕਰ ਲਈ। ਆਜੋ। ਬਲਬੀਰ ਸਿੰਘ ਰਾਜੇਵਾਲ ਹੋਰੀ ਮੀਡੀਆ ਦੇ ਸਨਮੁਖ ਹੋਏ, ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਜਿੱਧਰ ਨੂੰ ਤੁਰ ਪਈ ਹੈ ਇਸ ਵਕਤ ਸਰਕਾਰ, ਵੀ ਉਹਨੂੰ ਲੱਗਦਾ ਵੀ ਆਪਾਂ ਨੂੰ ਗੱਲ ਕਰਨ ਦੀ ਲੋੜ ਨਹੀਂ, ਵੀ ਇੱਦਾਂ ਗੱਡੀ ਨਹੀਂ ਚੱਲਣੀ। ਜੇ ਇਹਨਾਂ ਨੂੰ ਇਹ ਲੱਗਦਾ ਵੀ ਇਹ ਬੈਠੇ ਆ ਤੇ ਕੋਈ ਨਹੀਂ ਬੈਠੇ ਰਹਿਣ ਦੇ, ਕਿਹੜਾ ਕੋਈ ਇਹਨਾਂ ਦੇ ਮਗਰ ਆਉਣ ਡਿਆ, ਹੁਣ ਨਹੀਂ ਕੋਈ ਪੁੱਛਦਾ ਕਿਸਾਨ ਅੰਦੋਲਨ ਨੂੰ, ਇੱਦਾਂ ਨਹੀਂ ਹੈਗਾ। ਮਤਲਬ ਬੰਦੇ ਅਜੇ ਵੀ ਸਾਡੇ ਨਾਲ ਨੇ, ਬੰਦੇ ਅਜੇ ਵੀ ਆ ਰਹੇ ਨੇ। ਉਹ ਗੱਲ ਵੱਖਰੀ ਹੈ ਵੀ ਅਸੀਂ ਸਿਰਫ ਆਪ ਕਰੋਨੇ ਦਾ ਕਰਕੇ ਕਹਿੰਦੇ ਵੀ ਸਾਡੇ ਕੋਲੇ ਪ੍ਰਬੰਧ ਉਹਨੇ ਨੇ, ਜਿੰਨੇ ਕੁ ਬੰਦੇ ਆਏ ਅਸੀਂ ਉਹਨਾਂ ਦਾ ਖਿਆਲ ਵੀ ਰੱਖ ਰਹੇ ਹਾਂ, ਟੇਕ ਕੇਅਰ ਵੀ ਕਰ ਰਹੇ ਹਾਂ, ਤੇ ਜਿੱਦਣ ਅਸੀਂ ਆਵਾਜ਼ ਦੇ ਦਿੱਤੀ ਉਦੋਂ ਰਾਤੋਂ ਰਾਤ ਬੰਦੇ ਪਹੁੰਚ ਵੀ ਜਾਣੇ, ਤੁਸੀਂ ਭੁਲੇਖਾ ਕੱਢ ਦਿਓ। ਨਾਲ ਜਿਹੜੀ ਇੱਥੋਂ ਤੱਕ ਦੀ ਗੱਲ ਕਰਤੀ ਵੀ ਭਾਈ ਸਾਹਿਬ ਆ ਪਿਛਲੀਆਂ 5 ਰਾਜਾਂ ਦੀਆਂ ਚੋਣਾਂ ਤੁਹਾਨੂੰ ਪਤਾ, ਗਾਂ ਅੱਗੇ ਹੁਣ ਪੰਜਾਬ, ਯੂਪੀ, ਉੱਤਰਾਖੰਡ ਜਿਹੜਾ ਉਹ ਸਾਹਮਣੇ ਤੁਹਾਡੇ ਪਿਆ, ਉਧਰਲੇ ਪਾਸੇ ਅਸੀਂ ਫਿਰ ਕਿੱਧਰ ਨੂੰ ਜਾਵਾਂਗੇ ਇਹਦਾ ਤੁਸੀਂ ਹਿਸਾਬ ਕਿਤਾਬ ਲਾ ਲਓ, ਜਾਂ ਤਾਂ ਤੁਸੀਂ ਕੋਈ ਸਾਡੇ ਨਾਲ ਗੱਲ ਨਿਬੇੜ ਲਓ, ਨਹੀਂ ਤਾਂ ਫਿਰ ਨਾ ਕਿਉਂ ਦੱਸਿਆ ਨਹੀਂ। ਹੁਣ ਇੰਨੇ ਚਿਰ ਬਾਅਦ ਗੋਵਾ ਦਿਨਾਂ ਤਾਂ ਆਪਾਂ ਦੇਖਦੇ ਵੀ ਕਿਸਾਨ ਲੀਡਰ ਉਹਨਾਂ ਸਖਤ ਬਿਆਨ ਨਹੀਂ ਦੇ ਰਹੇ। ਕੱਲ੍ਹ ਆਪਾਂ ਗੱਲ ਕੀਤੀ ਸੀ ਵੀ 25 ਤੱਕ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ, ਅੱਜ ਆਪਾਂ ਹੁਣ ਦੇਖ ਰਹੇ ਹਾਂ ਕਿ ਵੀ ਉਹਨਾਂ ਨੇ ਇੱਕ ਵਾਰ ਫਿਰ ਤੋਂ ਕਹਿ ਦਿੱਤਾ ਵੀ ਭਾਈ ਸਾਹਿਬ ਸਾਡੇ ਨਾਲ ਗੱਲ ਨਿਬੇੜ ਲਓ, ਫਿਰ ਨਾ ਕਿਉਂ ਦੱਸਿਆ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਕਿਸਾਨ ਅੰਦੋਲਨ ਦੇ ਵਿੱਚ ਵੀ ਮੁੜ ਤੋਂ ਸਰਗਰਮੀ ਵਧਣ ਲੱਗ ਪਈ। ਸੰਧਾਲੀਆ ਸਾਹਿਬ ਦੇਖੋ, ਜਿਹੜਾ ਨਾ ਪਤੀਲੀ ਨਜ਼ਰ ਆਉਂਦੀ ਹੁੰਦੀ ਹੈ ਕਿ ਪਤੀਲੀ ਦੇ ਵਿੱਚ ਜਾਂ ਪਤੀਲੇ ਦੇ ਵਿੱਚ ਤੁਸੀਂ ਦਲੀਆ ਬਣਾ ਰਹੇ ਹੋ, ਪਾਣੀ, ਦੁੱਧ ਜਿਹਦੇ ਵਿੱਚ ਵੀ ਬਣਾ ਰਹੇ ਉਬਲ ਰਿਹਾ, ਸਾਡਾ ਸਾਰਾ ਧਿਆਨ ਇਹ 'ਤੇ ਹੁੰਦਾ ਕਿ ਅੱਛਾ ਦਲੀਆ ਬਣ ਰਿਹਾ, ਦਲੀਆ ਬਣ ਰਿਹਾ, ਉਹਦੇ ਵਿੱਚ ਕੜਛੀ ਫੇਰ ਦਿਓ, ਥੱਲੇ ਨਾ ਲੱਗ ਜਾਵੇ, ਘਿਓ ਪਾ ਦਿਓ, ਥੋੜ੍ਹਾ ਜਿਹਾ ਮਿੱਠਾ ਪਾ ਦਿਓ, ਸਾਨੂੰ ਦਲੀਆ ਦੀਦਾ, ਜਾਂ ਵੱਧ ਤੋਂ ਵੱਧ ਪਤੀਲੀ, ਕੜਾਹੀ, ਪਤੀਲਾ ਦੀਦਾ, ਇਹਦੇ ਤੋਂ ਇਲਾਵਾ ਨਹੀਂ ਕੁਛ ਦੀਦਾ। ਕਿਸਾਨ ਅੰਦੋਲਨ ਦੇ ਵਿੱਚ ਵੀ ਲੋਕਾਂ ਦੀ ਗਿਣਤੀ ਥੋੜ੍ਹੀ ਹੈ ਜਾਂ ਬਹੁਤੀ ਹੈ, ਬਹੁਤ ਠੋਕਮਾ ਪ੍ਰੋਗਰਾਮ ਦਿੱਤਾ ਜਾ ਰਿਹਾ ਜਾਂ ਕੁਝ ਠੰਡਾ ਪ੍ਰੋਗਰਾਮ ਦਿੱਤਾ ਜਾ ਰਿਹਾ, ਲੋਕ ਵੱਧ ਆ ਰਹੇ ਨੇ ਕਿ ਵੱਧ ਜਾ ਰਹੇ ਨੇ, ਇਹ ਦੀਦਾ। ਪਰ ਅਸਲ 'ਚ ਕੀ ਹੈ, ਉਹ ਜਿਹੜੀ ਪਤੀਲੀ ਜਾਂ ਪਤੀਲੇ ਦੇ ਵਿੱਚ ਦਲੀਆ ਬਣ ਰਿਹਾ, ਵਿਸ਼ੇਸ਼ ਉਹ ਨਹੀਂ ਹੈ, ਉਹ ਕਿਸ ਸ਼ਕਤੀ ਦੇ ਕਰਕੇ ਬਣ ਰਿਹਾ। ਅੱਗ ਬਲ ਰਹੀ ਹੈ ਨਾ ਥੱਲੇ, ਸੇਕ ਆਉਂਦਾ ਨਾ ਥੱਲੇ, ਤੁਸੀਂ 15 ਸਾਲ ਪਤੀਲੀ ਰੱਖ ਛੱਡੋ ਥੱਲੇ, ਸੇਕ ਨਾ ਹੋਵੇ, ਦਲੀਆ ਬਣਾ ਕੇ ਦਿਖਾ ਦਿਓ। ਰੌਲਾ ਪਤੀਲੀ ਦਾ ਨਹੀਂ ਹੈ, ਰੌਲਾ ਦਲੀਏ ਦਾ ਵੀ ਨਹੀਂ ਹੈ, ਰੌਲਾ ਕੜਛੀ ਦਾ ਵੀ ਨਹੀਂ ਹੈ, ਰੌਲਾ ਹੇਠਲੇ ਪਾਸੇ ਸੇਕ ਦਾ, ਬਾਲਣ ਦਾ। ਇਸੇ ਤਰੀਕੇ ਕਿਸਾਨ ਅੰਦੋਲਨ ਦੇ ਵਿੱਚ ਸਿਰ ਨਹੀਂ ਗਿਣਨੇ ਚਾਹੀਦੇ, ਜਾਂ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਚਿੱਠੀ ਕਿਹਨੂੰ ਲਿਖੀ ਹੈ, ਜਾਂ ਉਹਨਾਂ ਨੇ ਪਾਰਲੀਮੈਂਟ ਵੱਲ ਨੂੰ ਜਾਣ ਦੀ ਗੱਲ ਕੀਤੀ ਹੈ, ਜਾਂ ਬੰਗਾਲ ਵੱਲ ਨੂੰ ਜਾਣ ਦੀ। ਮਸਲਾ ਇਹ ਨਹੀਂ ਹੈ
ਸੰਧਾਲੀਆ ਸਾਹਿਬ ਉਹਦੀ ਸ਼ਕਤੀ, ਉਹਦੀ ਊਰਜਾ, ਉਹਦਾ ਬਾਲਣ ਕੀ ਹੈ? ਆਮ ਲੋਕਾਂ ਦੇ ਵਿੱਚ ਪੈਦਾ ਹੋ ਰਹੀ ਚੇਤਨਤਾ। ਹੁਣ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਕਿੰਨੇ ਕੁ ਲੋਕ ਕਣਕ ਬੀਜਦੇ ਆ, ਉੱਥੇ ਕਿੰਨੇ ਕੁ ਲੋਕ ਝੋਨਾ ਲਾਉਂਦੇ ਆ, ਕਿੰਨੇ ਕੁ ਲੋਕਾਂ ਦੀ ਰੋਟੀ ਪਾਣੀ ਦਾ ਖਰਚਾ ਖੇਤੀ ਤੋਂ ਚੱਲਦਾ। ਪਿਛਲੇ 6 ਮਹੀਨਿਆਂ ਤੋਂ ਚੰਡੀਗੜ੍ਹ ਦੇ 5 ਚੌਂਕਾਂ ਦੇ ਵਿੱਚ ਲੋਕ ਰੋਜ਼ ਰਾਤ ਆ ਕੇ ਖੜਦੇ ਆ, ਭਾਵੇਂ ਸਿਆਲ ਹੋਣ ਤੇ ਭਾਵੇਂ ਗਰਮੀਆਂ ਹੋਣ। ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਲੋਕ ਖੜਦੇ ਆ, ਕਿੱਥੇ ਕਿੱਥੇ ਨਹੀਂ ਖੜਦੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿਛਲੇ 8 ਮਹੀਨਿਆਂ 'ਚ 8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਅੰਦੋਲਨ ਚੱਲਦੇ ਨੂੰ, ਪੰਜਾਬ ਦੇ ਵਿੱਚ ਕਿਤੇ ਚੌਂਕ ਦਾ ਝਗੜਾ ਸੁਣਿਆ? ਤੁਸੀਂ ਕਿਤੇ ਸੁਣਿਆ ਕਿ ਭਾਈ ਕਿਸੇ ਪਾਸੇ ਪਿੰਡ ਦੇ ਵਿੱਚ ਜਾਤੀ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਦੇ ਉੱਤੇ, ਡੇਰੇ ਦੇ ਨਾਂ ਦੇ ਉੱਤੇ 2 ਧੜੇ ਆਮੋ ਸਾਹਮਣੇ ਹੋ ਗਿਆ ਤਾਂ ਉਹਨਾਂ ਨੇ ਥਾਣੇ ਦੇ ਮੂਹਰੇ ਜਾ ਕੇ ਧਰਨਾ ਲਾਤਾ? ਜਾਂ ਤੁਸੀਂ ਕਦੇ ਸੁਣਿਆ ਕਿ ਭਾਈ ਕਿਸੇ ਧਿਰ ਨੇ ਜਾ ਕੇ ਜੀਟੀ ਰੋਡ ਰੋਕ ਦਿੱਤਾ ਹੋਵੇ? ਤੁਸੀਂ ਇਹ ਜ਼ਰੂਰ ਸੁਣਿਆ ਹੋਊਗਾ ਕਿ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਸਾਂਝੀਆਂ ਵਾਹਾਂ ਪੰਚਾਇਤਾਂ ਹੋਈਆਂ। ਤੁਸੀਂ ਇਹ ਜ਼ਰੂਰ ਸੁਣਿਆ ਹੋਊਗਾ ਕਿ ਲੋਕਾਂ ਨੇ ਆਪਣੇ ਮੁਕੱਦਮੇ ਵਾਪਸ ਲੈਣੇ ਸ਼ੁਰੂ ਕਰਤੇ। ਤੁਸੀਂ ਇਹ ਜ਼ਰੂਰ ਸੁਣਿਆ ਹੋਵੇਗਾ ਆਮ ਬੀਬੀ ਜਿਹਦੇ 3 ਦੰਦ ਨਿਕਲ ਗਏ ਆ, ਜਿਹੜੀ ਬੀਬੀ ਨੂੰ ਸਾਰੀ ਉਮਰ ਸੁੱਖ ਆਰਾਮ ਨਹੀਂ ਮਿਲਿਆ, ਪੁੱਤ ਕਾਨੂੰਨ ਬਹੁਤੇ ਠੀਕ ਨਹੀਂ ਹੈ, ਸਾਨੂੰ ਪਤਾ ਲੱਗ ਗਿਆ ਮੰਡੀਆਂ ਸਰਕਾਰੀ ਚਾਹੀਦੀਆਂ। ਆਮ ਲੋਕਾਂ ਦੇ ਵਿੱਚ ਚੇਤਨਤਾ ਕਿੰਨੀ ਕੁ ਹੈ? 2 ਲੱਕੜਾਂ ਪਾਈਆਂ, ਬਲਦੀਆਂ, ਪਤੀਲੀ ਗਰਮ ਹੁੰਦੀ ਹੈ, 5 ਪਿੱਛੇ ਪਈਆਂ, ਉਹਦੇ ਤੋਂ ਬਾਅਦ ਅਗਲੀਆਂ ਸੁੱਕਣੀਆਂ ਪਾਈਆਂ, ਅਗਲੀਆਂ ਲੱਕੜੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹ ਜਿਹੜਾ ਇੱਕ ਸੀਕੁਐਂਸ ਬਣਦਾ, ਜਿਹੜੀ ਇੱਕ ਕ੍ਰਮਵਾਰਤਾ ਬਣਦੀ ਹੈ ਨਾ, ਤਬਦੀਲੀ ਉਹਦੇ ਨਾਲ ਆਉਂਦੀ ਹੈ ਤੇ ਉਹ ਸ਼ੁਰੂ ਹੋ ਚੁੱਕੀ ਹੈ। ਇਹ ਗੱਲ ਰਾਜੇਵਾਲ ਸਾਹਿਬ ਨੂੰ ਵੀ ਪਤਾ, ਬਾਕੀਆਂ ਨੂੰ ਵੀ ਪਤਾ ਤੇ ਸਰਕਾਰ ਦੇ ਵੀ ਅੱਖਾਂ ਤੋਂ ਉਹਲੇ ਨੇ। ਟੂਟੀ ਨਹੀਂ ਟੂਟੀ, ਉਦੋਂ ਬਾਅਦ ਉਹਦੇ ਨਾਲ ਚਾਹੀਦੀ ਨਾਲੀ। ਦੇਖੋ ਜੇ ਤੇ ਆਖੋ ਨਾ ਬਾਲਟੀਆਂ ਨਾਲ ਬਾਲਣ ਨਹੀਂ ਗਿੱਲਾ ਹੋਣਾ, ਅਗਲੇ ਹੁਣ ਲੱਭ ਰਿਹਾ ਟੂਟੀ। ਨਾਲੀ ਉਹਨਾਂ ਕੋਲੇ ਹੈਗੀ, ਟੂਟੀ ਇੱਕ ਨਾ ਜਦੋਂ ਲੱਭ ਗਈ ਉੱਥੇ ਨਾਲੀ ਚਾੜ ਕੇ ਜਦੋਂ ਉਹਨਾਂ ਨੇ ਛੱਡਦੀ ਨਾ, ਫਿਰ ਉਹਨਾਂ ਨੇ ਚੁੱਲ੍ਹੇ ਤੋਂ ਸ਼ੁਰੂ ਕਰਨਾ ਪਾਣੀ ਪਾਉਣਾ। ਬਿਲਕੁਲ ਹੌਲੀ ਹੌਲੀ ਪਿਛਲੀਆਂ ਲੱਕੜਾਂ, ਫਿਰ ਉਦੋਂ ਪਿਛਲੇ ਜਮਾਂ ਟਰਾਲੀ ਤੱਕ ਜਾਣਾ। ਅਜੇ ਹਿਸਾਬ ਨਹੀਂ ਆ ਰਿਹਾ, ਜਿੱਦਣ ਆ ਗਿਆ ਉਦਣ ਕਰਦੇ ਨੇ। ਉਦੋਂ ਤੁਸੀਂ ਦੇਖ ਲਓ ਵੀ ਉੱਥੇ ਹੀ ਦਲੀਆ ਰਹਿ ਜਾਣਾ, ਉੱਥੇ ਹੀ ਦਾਲ ਰਹਿ ਜਾਣੀ। ਟੂਟੀ ਵਾਲੇ ਪਾਣੀ ਦੇ ਮੂਹਰੇ ਉਂਗਲੀ ਹੋ ਸਕਦੀ ਹੁੰਦੀ ਨਾ, ਨਹੀਂ ਬੰਦ ਨਹੀਂ, ਦੂਰੋਂ ਜਿੱਦਾਂ ਹੋ ਸਕਦੀ ਹੁੰਦੀ ਨਾ, ਪਰ ਜਿਹੜੀਆਂ ਪਾਣੀ ਦੀਆਂ ਵਿਛਾੜਾਂ ਮਾਰਦੇ ਆ ਉਹਦੇ ਮੂਹਰੇ ਬੰਦੇ ਤੋਂ ਖੜਿਆ ਨਹੀਂ ਜਾਂਦਾ। ਤੁਹਾਨੂੰ ਯਾਦ ਹੋਣਾ ਹੈ 26 ਨਵੰਬਰ ਦਾ ਦਿਨ, ਜਦੋਂ ਪੰਜਾਬ ਤੋਂ ਨਿਕਲ ਕੇ ਹਰਿਆਣੇ ਨੂੰ ਗਏ ਸੀ, ਉਹ ਵਾਟਰ ਕੈਨਨ ਜਿਹਨੂੰ ਕਹਿੰਦੇ, ਪਤਾ ਨਹੀਂ ਪਾਣੀ ਵਾਲੀਆਂ ਵਿਛਾੜਾਂ ਮਾਰਦੀ, ਇੱਕ ਮੁੰਡੇ ਦੀ ਫੋਟੋ ਤੇ ਵੀਡੀਓ ਆਈ ਸੀ ਕਿ ਭਾਈ ਉਹਦੇ 'ਚੋਂ ਮਾਰਦੇ ਸੀ। ਪਹਿਲਾਂ ਆਪਦੀ ਟਰਾਲੀ 'ਚ ਉਹਦੇ ਤੇ ਗਿਆ, ਉਹਦਾ ਮੂੰਹ ਬੰਦ ਕਰਕੇ ਫਿਰ ਆਪਦੀ ਟਰਾਲੀ ਦੇ ਵਿੱਚ ਛਾਲ ਮਾਰੀ ਆ। ਅੱਜ ਤੱਕ ਲੋਕਾਂ ਦੇ ਕੋਲੇ ਫੋਟੋ ਨੇ। ਜੇ ਐਡੀਆਂ ਪਾਣੀ ਦੀਆਂ ਵਿਛਾੜਾਂ ਬੰਦ ਹੋ ਸਕਦੀਆਂ, ਆ ਤੁਹਾਡੀ ਅੱਧੀ ਇੰਚ ਵਾਲੀ ਟੂਟੀ ਨਹੀਂ ਬੰਦ ਹੋ ਸਕਦੀ ਸਾਡੇ ਤੋਂ। ਇਹ ਤੇ ਗੱਲ ਹੈ ਵਾਟ ਸਾਹਿਬ, ਉਹ ਵਿਛਾੜ ਦੀ ਆ, ਉਹਨੂੰ ਤੁਸੀਂ ਬੰਦ ਕਰ ਲੈਣਾ। ਠੀਕ ਹੈ, ਇਹ ਟੂਟੀ ਦਿਸਣੀ ਨਹੀਂ ਹੈ ਵੀਰ ਜੀ। ਕੋਈ ਗੱਲ ਨਹੀਂ ਮਹਾਰਾਜ, ਮੈਂ ਤੁਹਾਨੂੰ ਹੁਣੇ ਦੱਸਿਆ ਵੀ ਉਹ ਜਿਹੜਾ ਤੁਸੀਂ ਆ 48 ਘੰਟਿਆਂ ਚੋਂ 21 ਘੰਟੇ ਦੇਖਿਆ ਕੁਛ, ਇਹ ਪਲੰਬਰ ਸੱਦ ਕੇ ਟੂਟੀ ਚੈੱਕ ਕਰਾਈ ਸੀ ਵੀ ਹੈਗੀ ਕਿ ਨਹੀਂ ਹੈਗੀ। ਚਲੋ ਅੱਛਾ, ਦੂਜੀ ਗੱਲ ਆਪਾਂ ਕਰ ਲਈਏ, ਉਹ ਇਹ ਆ ਕਿ ਵੀ ਹੁਣ ਪੰਜਾਬ ਸਰਕਾਰ ਨੇ ਕਮੇਟੀ ਬਣਾਤੀ। ਉਹ ਕਹਿੰਦੇ ਵੀ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਕਿਸਾਨ ਮਜ਼ਦੂਰ ਆਪਣੀ ਜਾਨ ਗਵਾ ਗਏ, ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਉਹਨਾਂ ਨੂੰ ਮੁਆਵਜ਼ਾ ਤੇ ਪਲੱਸ ਜਿਹੜੀ ਸਰਕਾਰੀ ਨੌਕਰੀ ਹੈ ਜੀ, ਉਹ ਦੇਣ ਦੀਆਂ ਸਿਫਾਰਿਸ਼ਾਂ ਜਿਹੜੀ ਉਹ ਕਮੇਟੀ ਕਰੇ। ਤੇ ਆਸ ਉਮੀਦ ਤਾਂ ਵੱਧਦੀ ਹੈ ਕਿ ਵੀ ਜੇ ਵਾਕਈ ਉਹ ਇਮਾਨਦਾਰੀ ਨਾਲ ਸਿਫਾਰਿਸ਼ਾਂ ਹੋਣ ਜਿਨ੍ਹਾਂ ਦੇ ਤੁਰ ਗਏ ਨੇ, ਤੇ ਉਹ ਵਾਪਸ ਤਾਂ ਨਹੀਂ ਲਿਆਂਦੇ ਜਾ ਸਕਦੇ, ਕੁਛ ਨਾ ਕੁਛ ਆਸਰਾ ਉਹਨਾਂ ਨੂੰ ਜਿਉਣ ਦਾ ਮਿਲ ਜੂਗਾ। ਇੱਦਾਂ ਨਹੀਂ, ਚੰਗੀ ਗੱਲ ਹੈ ਸੰਧਾਲੀਆ ਸਾਹਿਬ, ਕੋਈ ਮਾੜੀ ਗੱਲ ਨਹੀਂ। ਮੈਂ ਕਹਿੰਦਾ ਇਹਨੂੰ ਤਕਰੀਬਨ ਤਰਸ ਦੇ ਆਧਾਰ ਦੇ ਉੱਤੇ ਕਹਿੰਦੇ ਹੁੰਦੇ ਆ ਨਾ, ਬਹੁਤ ਚੰਗੀ ਗੱਲ ਹੈ ਜੇ ਸਰਕਾਰ ਇਦਾਂ ਦਾ ਕੋਈ ਫੈਸਲਾ ਕਰਦੀ ਹੈ। ਘੱਟੋ ਘੱਟ ਉਹ ਰੋਟੀਓਂ ਆਵਾਜ਼ਾਰ ਨਹੀਂ ਹੋਣਗੇ, ਸਿਆਣੀ ਗੱਲ ਹੈ। ਇਹ ਫੈਸਲੇ ਲੈਣੇ ਚਾਹੀਦੇ, ਬਹੁਤ ਸਾਰੀਆਂ ਸਰਕਾਰਾਂ ਨੇ ਹੋਰ ਵੀ ਲਏ ਆ। ਜੇ ਸਰਕਾਰ ਇਹ ਕਰਦੀ ਆ ਤਾਂ ਉਹਦੀ ਪਿੱਠ ਥਾਪਣੀ ਚਾਹੀਦੀ। ਪਰ ਕਈ ਵਾਰੀ ਇਦਾਂ ਦੀ ਗੱਲ ਆਉਂਦੀ ਆ, ਮੈਨੂੰ ਇਹ ਲੱਗਦਾ ਹੁੰਦਾ ਕਿ ਸਾਡਾ ਸਿਸਟਮ ਧੱਕਾ ਸਟਾਰਟ ਕਿਉਂ ਆ? ਜਾਣੀ ਕਿ ਇੱਕ ਪ੍ਰਕਿਰਿਆ ਦੇ ਵਿੱਚ ਅਸੀਂ ਚੱਲ ਹੀ ਨਹੀਂ ਸਕਦੇ। ਤੁਸੀਂ ਘਰ ਚਲਾਉਂਦੇ ਹੋ, ਤੁਹਾਨੂੰ ਪਤਾ ਹੁੰਦਾ ਹੈ ਕਿ ਭਾਈ ਬੀਬੀ ਨੇ 4:30 ਉੱਠਣਾ, ਉਹਨੇ ਉੱਠ ਕੇ ਧਾਰਾਂ ਕੱਢਣੀਆਂ, 4:45 5:15 ਤੱਕ ਵਿੱਚ ਵਿਚਾਲੇ ਤੁਸੀਂ ਉੱਠ ਕੇ ਆਪਦਾ ਬਾਕੀ ਜਿਹੜਾ ਬਾਹਰਲਾ ਪੱਠਾ ਦੱਥਾ ਲਿਆਉਣਾ ਹੈ ਉਹਦਾ ਕੰਮ ਸ਼ੁਰੂ ਕਰ ਦੇਣਾ ਹੈ। ਨਿਆਣੇ ਨੂੰ ਪਤਾ ਹੁੰਦਾ ਕਿ ਭਾਈ ਮੈਂ 7:45 ਵਜੇ ਉੱਠਣਾ ਤੇ 9 ਵਜੇ ਤੱਕ ਤਿਆਰ ਹੋ ਕੇ ਸਕੂਲ ਵਾਲੇ ਪਾਸੇ ਨੂੰ ਤੁਰ ਪੈਣਾ, ਤੇ ਸਾਰੇ ਦਿਨ ਦੀ ਪ੍ਰਕਿਰਿਆ ਆਪਣੇ ਆਪ ਚੱਲਦੀ ਹੈ। ਕਿਸੇ ਬੰਦੇ ਦਾ ਕਿਸੇ ਨੂੰ ਕਹਿਣ ਦਾ ਜਿਹੜਾ ਉਹ ਰੌਲਾ ਨਹੀਂ ਹੁੰਦਾ ਕਿ ਕਿਹਾ ਕਿ ਨਹੀਂ ਕਿਹਾ। ਪਰ ਇਹ ਕੀ ਕਾਰਨ ਹੈ? ਸਾਡੇ ਸਰਕਾਰੀ ਵਿਭਾਗਾਂ ਦੇ ਵਿੱਚ ਕਈ ਵਾਰੀ ਲੋਕਾਂ ਦੀ ਮੌਤ ਹੋ ਜਾਂਦੀ ਕੰਮ ਕਰਦਿਆਂ ਦੀ। ਉਹਦੇ ਵਿੱਚ ਇੱਕ ਸਕੀਮ ਹੁੰਦੀ ਕਿ ਆਸ਼ਰਿਤ ਜਿਹੜਾ ਹੈ ਉਹਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇ ਦਿਓ ਕਿ ਭਾਈ ਇਹਦੇ ਮੰਮੀ, ਇਹਦੇ ਡੈਡੀ ਜਾਂ ਇਹਦੇ ਪਰਿਵਾਰ ਦਾ ਕੋਈ ਮੈਂਬਰ ਇੱਥੇ ਕੰਮ ਕਰਦਾ ਸੀ, ਉਹਦੀ ਮੌਤ ਹੋ ਗਈ ਆ, ਤੇ ਉਹਦੇ ਆਧਾਰ ਦੇ ਉੱਤੇ ਇਹਦੀ ਯੋਗਤਾ ਦੇ ਮੁਤਾਬਕ ਇਹਨੂੰ ਨੌਕਰੀ ਦੇ ਦਿੱਤੀ। 2 ਸਾਲ 4 ਸਾਲ 5 ਸਾਲ ਫਾਈਲਾਂ ਇੱਦਾਂ ਹੀ ਲਟਕਦੀਆਂ ਰਹਿੰਦੀਆਂ। ਸਰਕਾਰਾਂ ਐਲਾਨ ਕਰ ਦਿੰਦੀਆਂ ਕਿ ਫਲਾਨੀ ਖੇਡ ਦੇ ਇੰਨੇ ਖਿਡਾਰੀਆਂ ਨੂੰ ਅਸੀਂ ਨੌਕਰੀ ਦਿਆਂਗੇ ਕਿਉਂਕਿ ਪ੍ਰਾਪਤੀ ਬੜੀ ਵੱਡੀ ਕੀਤੀ ਆ। ਮੁੜ ਕੇ ਖਿਡਾਰੀ ਹੁੰਦਾ
ਬੱਸ ਹੁੰਦੀ ਹੈ, ਖਿਡਾਰੀ ਦੇ ਗਲ 'ਚ ਝੋਲਾ ਹੁੰਦਾ, ਝੋਲੇ ਦੇ ਵਿੱਚ ਫਾਈਲਾਂ ਹੁੰਦੀਆਂ ਤੇ ਫਾਈਲਾਂ ਦੇ ਨਾਲ ਅਖਬਾਰ ਦੀ ਕਟਿੰਗ ਹੁੰਦੀ ਹੈ ਜਿਹਦੇ ਵਿੱਚ ਖਬਰ ਛਪੀ ਹੁੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ। 4-4 5-5 6-6 ਸਾਲ ਇੱਦਾਂ ਲੰਘ ਜਾਂਦੇ। ਕੋਈ ਨੀਤੀ ਕਿਉਂ ਨਹੀਂ ਹੋ ਸਕਦੀ, ਕੋਈ ਪਾਲਿਸੀ ਕਿਉਂ ਨਹੀਂ ਹੋ ਸਕਦੀ ਕਿ ਭਾਈ ਆਹ ਡਿਪਾਰਟਮੈਂਟ ਹੈ, ਪਟਵਾਰੀ ਹੈ, ਅਧਿਆਪਕ ਹੈ, ਡਾਕਟਰ ਹੈ, ਨਰਸਾਂ ਨੇ, ਕੋਈ ਮਹਿਕਮਾ ਕਿ ਉਹਦੇ ਵਿੱਚ 400 ਬੰਦੇ ਅਸੀਂ ਰੱਖਣੇ ਆ, ਉਹਦੇ ਵਿੱਚੋਂ ਜੇ 2 ਬੰਦੇ ਅਸਾਮੀਆਂ ਖਾਲੀ ਹੁੰਦੀਆਂ ਅਸੀਂ 2 ਭਰ ਦੇਣੇ ਆ, ਜੇ ਤਰਸ ਦੇ ਆਧਾਰ ਦੇ ਉੱਤੇ ਕੋਈ ਮਹਾਮਾਰੀ ਹੁੰਦੀ ਹੈ ਜਾਂ ਕੁਛ ਹੋਰ ਹੁੰਦਾ ਹੈ, ਆਹ ਬੰਦੇ ਅਸੀਂ ਇੰਨੇ ਇੱਥੇ ਰੱਖਣੇ ਆ। ਇਹਦੇ ਲਈ ਕਿਸੇ ਮੰਤਰੀ ਨੂੰ, ਮੰਤਰੀ ਮੰਡਲ ਨੂੰ ਐਲਾਨ ਕਰਨ ਦੀ ਲੋੜ ਨਾ ਪਵੇ। ਪਾਲਿਸੀ ਹੈਗੀ ਹੈ, ਪਾਲਿਸੀ ਨੂੰ ਇੰਪਲੀਮੈਂਟ ਕਰਨ ਦੇ ਲਈ ਅਧਿਕਾਰੀ ਹੈਗੇ ਨੇ। ਐਦਾਂ ਉਹਨਾਂ ਨੂੰ ਕੱਲ ਨੂੰ ਸਟੇਜ ਦੇ ਉੱਤੇ ਚੜਾ ਕੇ ਤੇ ਆਹ ਕੁਛ ਕਰਨ ਦੀ ਜਿਹੜੀ ਲੋੜ ਪੈਂਦੀ ਹੈ ਨਾ, ਸੰਧਾਲੀਆ ਸਭ ਹੋਣੀ ਨਹੀਂ ਚਾਹੀਦੀ। ਉਹ ਪਹਿਲੇ ਮਾਰੇ ਉਹ ਹੁੰਦੇ ਆ, ਉਹਨਾਂ ਨੂੰ ਹੋਰ ਤਰਸ ਦੇ ਪਾਤਰ ਨਹੀਂ ਬਣਾਉਣਾ ਚਾਹੀਦਾ। ਗੱਲ ਤੁਹਾਡੀ ਠੀਕ ਹੈ, ਪਰ ਇੱਕ ਸਹਾਨ ਹੁੰਦਾ ਕਿ ਨਹੀਂ? ਕੀ ਹੁੰਦਾ? ਆਹੋ ਵੀ ਤੇਰਾ ਰਾਸ਼ਨ ਕਾਰਡ ਬਣਾਇਆ ਸੀ। ਹਾਂ ਦੇਖੋ, ਸਹਾਨ ਕਰਨਾ ਵੀ ਬੜਾ ਜ਼ਰੂਰੀ ਹੈ ਵੀਰ ਜੀ। ਜੇ ਜਦ ਤੱਕ ਅਗਲੇ ਦੇ ਸਹਾਨ ਹੀ ਨਾ ਕੀਤਾ, ਉਨੀ ਦੇਰ ਤੱਕ ਉਹ ਸਾਰੀ ਉਮਰ ਲਈ ਪੱਕਾ ਕਿੱਦਾਂ ਹੋਊਗਾ ਵੀ ਭਾਈ ਸਾਹਿਬ ਮੈਂ ਤੁਹਾਡਾ ਪੱਕਾ ਬੰਦਾ ਜੀ। 5 ਸਾਲ ਬਾਅਦ ਨਹੀਂ 10 ਸਾਲ ਬਾਅਦ ਵੀ ਵੋਟਾਂ 'ਚ ਲੋੜ ਪੈ ਸਕਦੀ ਤੇ ਬੰਦੇ ਨੂੰ ਗਣਾਉਣਾ ਤਾਂ ਅੱਛਾ ਯਾਦ ਹੈ। ਉਦੋਂ ਲੜੀਆਂ ਕੱਢਦੇ ਫਿਰਦੇ ਕਿੰਨੇ ਦਵਾਈ ਉਦੋਂ ਫਿਰ ਨੌਕਰੀ। ਜਿਹੜੀ ਆਹ ਗੱਲ ਹੈ ਉਹ ਕਿੱਦਾਂ ਕਵਾਂਗੇ ਜੇ ਅਗਲੇ ਨੂੰ ਆਪਣੇ ਆਪ ਨੌਕਰੀ ਮਿਲ ਗਈ? ਨਾਲੇ ਫਿਰ ਉਹਨੂੰ ਕਿਵੇਂ ਮਹਿਸੂਸ ਹੋਊਗਾ ਵੀ ਯਾਰ ਇਹਨਾਂ 'ਚ ਵੀ ਕੋਈ ਪਾਵਰ ਹੈ। ਅਗਲਾ ਤੇ ਕਹੂਗਾ ਨੌਕਰੀ ਮੈਨੂੰ ਆਪਣੇ ਬਲਬੂਤੇ ਤੇ ਮਿਲੀ ਹੈ, ਮੈਂ ਯੋਗਤਾ ਹਾਸਲ ਕੀਤੀ, ਮੇਰੇ 'ਚ ਯੋਗਤਾ ਹੈ। ਅਬੇ ਯੋਗਤਾ ਗਈ ਤੇਲ ਲੈਣ ਵੀਰ, ਤੂੰ ਕਿੱਧਰ ਫਿਰਦਾ? ਇੱਧਰ ਆ ਪਹਿਲਾਂ ਟੈਂਕੀ ਦੇ ਚੜ੍ਹ, ਉੱਥੇ ਡਾਂਗਾਂ ਖਾ, ਜਦੋਂ ਤੂੰ ਮਰਨਾਊ ਹੋ ਗਿਆ ਜਾਂ ਇੱਕ ਅੱਧਾ ਕੋਈ ਜੀਵ ਵਿਚਾਰਾ ਤੁਰ ਵੀ ਗਿਆ ਫਿਰ ਦੇਖਾਂਗੇ। ਦੇਖੋ ਉਹਨੂੰ ਕਹਿੰਦੇ ਪੰਜਾਬੀ 'ਚ WhatsApp ਸਹਾਨ। ਅਸੀਂ ਨੌਕਰੀ ਨਹੀਂ ਦੇਦੇ, ਸਹਾਨ ਕਰੀਦਾ। ਤੁਸੀਂ ਕਹਿੰਦੇ ਸਿਸਟਮ ਬਦਲ ਦਿਓ, ਇੱਦਾਂ ਕਿੱਦਾਂ ਬਦਲ ਦਿਓ? ਸਿਸਟਮ ਉਹ ਚੱਲਣਾ ਵੀਰ ਜੀ ਜਿਹੜਾ ਸਾਨੂੰ ਸੂਟ ਕਰਦਾ। ਨਹੀਂ ਠੀਕ ਹੈ, ਤੁਹਾਡੇ ਹਿਸਾਬ ਨਾਲ ਸਿਸਟਮ ਨਹੀਂ ਚੱਲਣਾ ਵੀਰ ਜੀ। ਤੁਹਾਡਾ ਕੰਮ ਹੈ ਸਿਰਫ ਉਂਗਲ ਤੇ ਸਿਆਹੀ ਲਵਾਉਣੀ 5 ਸਾਲ ਬਾਅਦ, ਵੋਟ ਪਾ ਕੇ ਤੇ ਮੁੜ ਕੇ ਨਜ਼ਾਰੇ ਲੈਣੇ 5 ਸਾਲ। ਨਹੀਂ ਚਲੋ ਠੀਕ ਹੈ, ਫਿਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲੈਂਦੇ ਹਾਂ। ਉਹਨਾਂ ਦੀ ਗੱਲ ਕਰ ਲਓ ਭਾਈ ਸਾਹਿਬ। ਉਹ ਬੰਦੇ ਨੇ ਕਹਿਤਾ ਠੋਕ ਕੇ, ਕਹਿੰਦੇ ਮੈਂ ਕੀ ਸੁਣ ਰਿਹਾ, ਕਹਿੰਦੇ ਹਾਈ ਕਮਾਨ ਨੇ ਪਤਾ ਕਰ ਲੈਣਾ ਜੀ, ਹਾਈ ਕਮਾਨ ਤੱਕ ਗੱਲ ਪਹੁੰਚ ਗਈ, ਹਾਈ ਕਮਾਨ ਕੋਲ ਸ਼ਿਕਾਇਤ ਲਾ ਦਿਓ, ਸਿੱਧੂ ਨੇ ਮੀਟਿੰਗਾਂ ਕਰ ਲਈਆਂ, ਸਿੱਧੂ ਨੇ ਫਲਾਨੀ ਪਾਰਟੀ ਜਾਣਾ, ਸਿੱਧੂ ਨੇ ਢੀਂਗੜੀ ਪਾਰਟੀ ਜਾਣਾ। ਕਹਿੰਦੇ ਪ੍ਰੂਫ ਦਿਓ, ਪ੍ਰੂਫ ਸਾਬਤ ਕਰੋ ਵੀ ਮੈਂ ਫਲਾਨੇ ਬੰਦੇ ਨਾਲ ਮੀਟਿੰਗ ਕੀਤੀ ਆ, ਫਲਾਨਾ ਮੈਂ ਉਹਦਾ ਮੰਗਿਆ, ਫਲਾਨੀ ਮੇਰੇ 'ਚ ਲਾਲਚ ਸੀਗਾ, ਫਲਾਨੀ ਮੇਰੀ ਡਿਮਾਂਡ ਸੀ, ਤੁਸੀਂ ਨਹੀਂ ਮੰਨੀ ਤਾਂ ਮੈਂ ਇਦਾਂ ਕਰ ਰਿਹਾ। ਜੇ ਤੁਸੀਂ ਸਾਬਤ ਕਰ ਦਿਓ ਫਿਰ ਮੈਂ ਦੇਣਦਾਰ ਆ, ਨਹੀਂ ਤੇ ਨਹੀਂ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ, ਇੱਕ ਦਿਨ ਉਹਨਾਂ ਨੇ ਛੁੱਟੀ ਕਰ ਲਈ, 15 ਕੁ ਦਿਨ ਹੋ ਗਿਆ ਸੀ, ਰੋਜ਼ ਟਵੀਟ ਆਉਂਦਾ ਸੀ, ਰੋਜ਼ ਰੌਲਾ ਪੈਂਦਾ ਸੀ। ਹਰ ਉਹਦਾ ਟਵੀਟ ਜਿਹੜਾ ਉਹ ਪਹਿਲੇ ਨਾਲੋਂ ਵੀ ਵੱਡਾ ਸ਼ਕਤੀਸ਼ਾਲੀ ਬੰਬ ਹੁੰਦਾ ਸੀ। 24 ਘੰਟੇ ਟਵੀਟ ਹੀ ਨਾ ਕੀਤਾ, ਰੌਲਾ ਪੈ ਗਿਆ ਚਾਰੇ ਪਾਸੇ ਚਰਚਾ। ਕੀ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਘੁਰਕੀ ਦਿੱਤੀ ਹੈ? ਕੀ ਨਵਜੋਤ ਸਿੰਘ ਸਿੱਧੂ ਜਾਖੜ ਸਾਹਿਬ ਦੇ ਉਸ ਬਿਆਨ ਤੋਂ ਬਾਅਦ ਕੁਝ ਠੰਡੇ ਪੈ ਗਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਤਾ ਕਿਹੜਾ ਕਿੱਧਰਲੀ ਬੋਲੀ ਬੋਲਦਾ ਹੈ? ਕੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਉਹਨਾਂ ਸਮਰਥਨ ਨਹੀਂ ਮਿਲਿਆ? ਬੜੇ ਰੌਲੇ ਪਏ। ਇੱਕ ਗੱਲ ਨਹੀਂ ਜੀ, ਕਰ ਲੈਣ ਦਿਓ। ਆਹ ਤੇ ਫਿਰ ਗੱਲ ਉਹੀ ਹੋ ਗਈ ਨਾ, ਕਹਿੰਦੇ ਉਹ ਤੇ ਵੱਸਦੀ ਹੈ, ਲੋਕ ਨਹੀਂ ਵਸਣ ਦਿੰਦੇ। ਸਿੱਧੂ ਸਾਹਿਬ ਦੇ ਵਿਚਾਰੇ ਚੁੱਪ ਕਰਦੇ, ਲੋਕ ਹੀ ਨਹੀਂ ਕਰਦੇ ਆਤੀ। ਨਹੀਂ ਉਹਨਾਂ ਦਾ ਸ਼ਾਇਦ ਮੋਬਾਈਲ ਹੈਂਗ ਹੋ ਗਿਆ ਹੋਵੇ, ਜਾਨੀ ਭਾਈ ਉਹਨਾਂ ਨੇ ਕੀਤਾ ਯਾਰ, ਲਿਖ ਨਹੀਂ ਹੁੰਦਾ ਨਾ। ਹੁਣ ਸੰਧਾਲੀਆ ਸਾਹਿਬ ਹੋਇਆ ਕੀ ਹੈ ਅਚਾਨਕ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨ ਕਿਹਾ ਸੀ ਮੇਰੇ ਲਈ ਸਿੱਧੂ ਦੇ ਬੂਹੇ ਬੰਦ ਆ। ਨਵਜੋਤ ਸਿੰਘ ਸਿੱਧੂ ਕਦੇ ਭਾਜਪਾ ਨਾਲ, ਕਦੇ ਆਮ ਆਦਮੀ ਪਾਰਟੀ ਨਾਲ ਮੀਟਿੰਗਾਂ, ਸਾਨੂੰ ਕਿਹੜਾ ਪਤਾ ਨਹੀਂ, ਸਾਨੂੰ ਲੋੜ ਇੱਦਾਂ ਦੇ ਬੰਦਿਆਂ ਦੀ। ਮੇਰੇ ਖਿਲਾਫ ਪਟਿਆਲੇ ਆ ਕੇ ਚੋਣ ਲੜ ਕੇ ਦੇਖ ਲਓ ਨਵਜੋਤ ਸਿੰਘ ਸਿੱਧੂ, ਇਹ ਬਾਹਲੀ ਗੱਲ ਆ ਤਾਂ ਚਲੋ। ਉਹਦੇ ਤੋਂ ਬਾਅਦ ਉਹਨਾਂ ਦੇ 7-8 ਮੰਤਰੀਆਂ ਨੇ ਵੀ ਰੌਲਾ ਪਾਇਆ। ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਸ ਟਵੀਟ ਦੇ ਅਖੀਰ ਦੇ ਵਿੱਚ ਕਿਹਾ ਕਿ ਸਾਡੀ ਮਾਣਯੋਗ ਹਾਈ ਕਮਾਂਡ ਦਖਲ ਦੇ ਰਹੀ ਹੈ, ਅਸੀਂ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਊਗਾ। ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਨਵਜੋਤ ਸਿੰਘ ਸਿੱਧੂ ਕਿਤੇ ਜਾ ਨਹੀਂ ਰਿਹਾ, ਕਿਤੇ ਨਹੀਂ ਜਾ ਰਿਹਾ। ਹੋਰ ਜਿਹੜੀਆਂ ਸਰਪੰਚੀ ਦੀਆਂ ਕੁਰਸੀਆਂ ਇਧਰਲੇ ਪਿੰਡ ਵਾਲੇ ਨੇ, ਉਧਰਲੇ ਪਿੰਡ ਵਾਲੇ ਕੇ ਵੋਟ ਕਟਾ ਕੇ ਇੱਧਰ ਆ ਸਰਪੰਚ ਤੈਨੂੰ ਬਣਾਉਣੇ ਆ, ਉਹ ਸਾਰੀਆਂ ਚਰਚਾਵਾਂ ਦੇ ਉੱਤੇ ਲੱਗ ਗਿਆ ਫੁੱਲ ਸਟਾਪ। ਦੂਸਰੀ ਗੱਲ, ਨਹੀਂ ਫੁੱਲ ਸਟਾਪ ਨਾ ਕਹੋ, ਦੇਖੋ ਜਿੰਨਾ ਕੌਮਾ ਲਾ ਦਿੰਦੇ ਹਾਂ, ਰਾਜਨੀਤੀ ਦੇ ਹਿਸਾਬ ਨਾਲ ਕੌਮਾ ਹੈ, ਕੌਮਾ ਲਾਤਾ। ਰਾਜਨੀਤੀ ਕਦੀ ਫੁੱਲ ਸਟਾਪ ਨਹੀਂ ਲੱਗਦਾ। ਨਹੀਂ ਠੀਕ ਹੈ ਚਲੋ। ਦੂਸਰੀ ਗੱਲ ਉਹਨਾਂ ਨੇ ਜਿਹੜੀ ਆਖੀ ਹੈ ਕਿ ਹਾਈ ਕਮਾਂਡ ਦਖਲ ਦੇ ਰਹੀ, ਇਹਦਾ ਮਤਲਬ ਹੈ ਕਿ ਅੰਮ੍ਰਿਤਸਰ ਤੋਂ ਦਿੱਲੀ ਨੂੰ ਹੌਟਲਾਈਨ ਤਾਂ ਕੋਈ ਚੱਲਦੀ ਹੈ। ਇਹਦਾ ਮਤਲਬ ਹੈ ਕਿ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਤੱਕ ਗੱਲ ਕੀਤੀ ਹੈ ਕਿ ਭਾਈ ਸਾਨੂੰ 1 2 3 4 5 ਕੁਛ ਦਿਨ ਦਿਓ। ਹੁਣ ਦੋ ਚੀਜ਼ਾਂ ਕਲੀਅਰ ਹੋ ਗਈਆਂ ਕਿ ਦਿੱਲੀ ਵਾਲੀਆਂ ਤਾਰਾਂ ਜਿੱਧਰਲੇ ਪਾਸਿਓਂ ਹੋ ਕੇ ਉਹ ਕਾਂਗਰਸ 'ਚ ਆਏ ਸੀ, ਉਹ ਤਾਰਾਂ ਅਜੇ ਤੱਕ ਜੁੜੀਆਂ, ਕਨੈਕਸ਼ਨ ਜੁੜਿਓ ਆ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਸਾਬਿਤ ਕਰੋ ਕਿ ਮੇਰੀ ਅੱਜ ਤੱਕ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਕਦੇ ਮੁਲਾਕਾਤ ਵੀ ਹੋਈ ਹੈ ਜਦੋਂ ਦਾ ਮੈਂ ਕਾਂਗਰਸ ਪਾਰਟੀ ਦੇ ਵਿੱਚ ਆਇਆ। ਮੇਰੇ ਤੇ ਐਵੇਂ ਦੋਸ਼ ਨਾ ਲਾਓ, ਮੈਂ ਇਨਸਾਫ ਮੰਗਦਾ, ਇਨਸਾਫ ਮੰਗਦਾ ਰਹਿਣਾ। ਇਹ ਗੱਲ ਉਹਨਾਂ ਨੇ ਕਦੋਂ ਕਹੀ ਹੈ? ਜਦੋਂ 2 ਦਿਨ ਪਹਿਲਾਂ ਉਹ ਕਹਿ ਕੇ ਹਟਿਆ ਕਿ ਕਾਂਗਰਸ ਦੇ ਵਿਧਾਇਕ ਹਾਈ ਕਮਾਂਡ ਕੋ ਜਾਓ, ਦਿੱਲੀ ਜਾਓ
ਤੇ ਆਪਣੀ ਅਸਲ ਵੇਦਨਾ ਆਪਣਾ ਦਰਦ ਦੱਸ ਕੇ ਆਓ ਕਿ ਲੋਕ ਸਾਨੂੰ ਸਵਾਲ ਪੁੱਛਦੇ ਆ ਤੇ ਜਵਾਬ ਸਾਡੇ ਕੋਲੇ ਕੋਈ ਨਹੀਂ। ਤੇ ਹੁਣ ਉਹ ਕਹਿੰਦੇ ਆ ਕਿ ਭਾਈ ਦੱਸੋ, ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਵਫਾਦਾਰੀ ਸਾਬਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਭਲਕ ਨੂੰ ਜਿਹਨੂੰ ਦਾ ਵਿਰੋਧੀ ਧੜਾ ਦਿੱਲੀ ਜਾ ਕੇ ਕਹਿੰਦਾ ਕਿ ਭਾਈ ਉਹ ਤਾਂ ਇਹਦੇ ਨਾਲ ਫਿਰਦਾ, ਉੱਥੇ ਅਗਲੇ ਟਵੀਟ ਦਾ ਪ੍ਰਿੰਟ ਕੱਢ ਕੇ ਦਿਖਾ ਲੈਣਗੇ ਕਿ ਭਾਈ ਅੱਛਾ ਫਿਰਦਾ ਹੈ, ਦੱਸੋ ਕਿੱਥੇ ਫਿਰਦਾ ਹੈ, ਕਿਹਦੇ ਨਾਲ ਫਿਰਦਾ ਹੈ, ਕਦੇ ਮੁਲਾਕਾਤ ਹੋਈ ਉਹਦੀ, ਫੋਟੋ ਦਿਖਾ ਲਓ, ਕੋਈ ਬਿਆਨ ਦਿਖਾ ਲਓ, ਸਬੂਤ ਦਿਓ। ਇਹਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਸਿੱਧੂ ਅਗਲੀ ਵਾਰੀ ਲੀਡ ਕਰਨ ਦੀ ਯਤਨ ਕਰ ਰਹੇ ਹੈ। ਸਫਲ ਹੁੰਦੇ ਆ ਕਿ ਨਹੀਂ ਹੁੰਦੇ ਉਹ ਇੱਕ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਸੁਰਜੀਤ ਸਿੰਘ ਧੀਮਾਨ ਹੋਰੀ ਸਾਹਮਣੇ ਆਇਆ, ਮੈਂ ਇੱਕ ਗੱਲ ਹੋਰ ਦੱਸਦੇ ਹਾਂ, ਇੱਕ ਬੰਦਾ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਜ਼ਿਆਦਾ ਖਾਸਮ ਖਾਸ, ਬਹੁਤ ਜ਼ਿਆਦਾ, ਜੇ ਉਹਨਾਂ ਨੂੰ ਕਿਤੇ ਆ ਰੇਤੇ ਦੀਆਂ ਖੱਡਾਂ ਵਾਲੇ ਮਸਲੇ ਤੋਂ ਬਾਅਦ ਅਸਤੀਫਾ ਨਾ ਦਿੰਦਾ, ਮੈਂ ਕਪੂਰਥਲੇ ਵਾਲੇ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਗੱਲ ਕਰਦਾ, ਨਾ ਦੇਣਾ ਪੈਂਦਾ, ਨਾ ਸੁਖਪਾਲ ਸਿੰਘ ਖਹਿਰਾ ਹੋਰੀ 1.5, 2, 3 ਮਹੀਨਿਆਂ ਦੇ ਪਿੱਛੇ ਪੈਂਦੇ, ਤਾਂ ਸ਼ਾਇਦ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਬ੍ਰਹਮ ਮਹਿੰਦਰਾ ਨੂੰ ਕੈਪਟਨ ਸਾਹਿਬ ਦੇ ਇੰਨੇ ਨੇੜਲੀਆਂ ਕੁਰਸੀਆਂ ਤੇ ਬਹਿਣ ਦਾ ਮੌਕਾ ਨਹੀਂ ਸੀ ਮਿਲਣਾ। ਉਹ ਸਭ ਤੋਂ ਖਾਸ ਬੰਦੇ ਉਹਨਾਂ ਦੇ। ਉਹਨਾਂ ਨੇ ਹੁਣ ਕਿਹਾ ਪਤਾ ਕੀ ਹੈ, ਉਹ ਕਹਿੰਦੇ ਜੀ ਅਸੀਂ ਤਾਂ ਨਸ਼ਾ ਰੋਕਣਾ ਚਾਹੁੰਦੇ ਹਾਂ, ਸਾਡੀ ਸਰਕਾਰ ਤਾਂ ਨਸ਼ਾ ਰੋਕਣਾ ਚਾਹੁੰਦੀ ਹੈ, ਪਰ ਪੁਲਿਸ ਪੂਰਾ ਸਾਥ ਨਹੀਂ ਦਿੰਦੀ। ਕਾਂਗਰਸ ਪਾਰਟੀ ਦਾ ਇੱਕ ਆਪਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਇਹ ਆਖੇ ਕਿ ਪੁਲਿਸ ਪੂਰਾ ਸਾਥ ਨਹੀਂ ਦੇ ਰਹੀ, ਸਰਕਾਰ ਨਸ਼ਾ ਰੋਕਣਾ ਚਾਹੁੰਦੀ, ਇਹਦਾ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਇਸ ਗੱਲ ਨੂੰ ਪ੍ਰਵਾਨਗੀ ਹੈ ਕਿ ਨਸ਼ਾ ਅਜੇ ਰੁਕਿਆ ਨਹੀਂ। ਦੂਸਰੀ ਗੱਲ ਕਿ ਪੁਲਿਸ ਦੇ ਉੱਤੇ ਕੰਟਰੋਲ ਘਟ ਗਿਆ। ਪਹਿਲੇ ਹੀ ਰੌਲਾ ਪੈਂਦਾ ਕਿ ਭਾਈ ਪੁਲਿਸ ਜਾਂ ਵੱਡੇ ਅਧਿਕਾਰੀ ਸ਼ਾਇਦ ਸਰਕਾਰ ਵਾਲੇ ਬੰਦਿਆਂ ਦੇ ਕਹਿਣ ਤੇ ਘੱਟ ਚੱਲਦੇ ਆ ਤੇ ਕਿਸੇ ਹੋਰ ਦੇ ਕਹਿਣ ਦੇ ਉੱਤੇ ਜ਼ਿਆਦਾ ਚੱਲਦੇ ਆ। ਨਾਲ ਉਹਨਾਂ ਨੇ ਗੱਲ ਪਤਾ ਕੀ ਕਹੀ, ਉਹ ਕਹਿੰਦੇ ਜੀ ਮੇਰੇ ਆਪਦੇ ਹਲਕੇ 'ਚ ਜ਼ਿਲ੍ਹੇ 'ਚ 2 ਪੁਲਿਸ ਵਾਲੇ ਜਿਹੜੇ ਆ ਨਸ਼ਾ ਤਸਕਰਾਂ ਦੇ ਹੱਕ 'ਚ ਵਿਚਰਦੇ ਆ। ਮੈਂ 3 ਵਾਰੀ ਐਸਐਸਪੀ ਨੂੰ ਕਹਿ ਚੁੱਕਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਪਹਿਲਾਂ ਸੁਰਜੀਤ ਸਿੰਘ ਧੀਮਾਨ ਇਦਾਂ ਹੀ ਕਹਿੰਦੇ ਸੀ, ਪਹਿਲਾਂ ਕੈਪਟਨ ਸਾਹਿਬ ਦੇ ਆਪਦੇ ਜ਼ਿਲ੍ਹੇ ਦੇ 3 ਕਾਂਗਰਸੀ ਵਿਧਾਇਕ ਕਹਿੰਦੇ ਸੀ ਜੀ ਸਾਡੀ ਕੋਈ ਮੰਨਦਾ ਹੀ ਨਹੀਂ, ਪਰਚੇ ਸਾਡੇ ਬੰਦਿਆਂ ਤੇ ਹੋਈ ਜਾਂਦੇ ਆ। ਤੇ ਜੇ ਹੁਣ ਕਪੂਰਥਲੇ ਵਾਲੇ ਰਾਣਾ ਗੁਰਜੀਤ ਸਿੰਘ ਵੀ ਕਹਿ ਗਏ, ਤੇ ਜਦੋਂ ਡਿਪਟੀ ਕਮਿਸ਼ਨਰ ਸਾਹਿਬਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਅੱਜ ਹੀ ਮੈਸੇਜ ਮਿਲਿਆ ਉਹਨਾਂ ਦਾ, ਕਾਰਵਾਈ ਕਰਾਂਗੇ, ਕਿਉਂ ਨਹੀਂ ਕਰਾਂਗੇ। ਹਾਂਜੀ, ਤੇ ਇਹੀ ਜਵਾਬ ਦੇਣਾ, ਹੋਰ ਉਹ ਕੀ ਦੇਣ ਯਾਰ ਜਵਾਬ, ਤੁਸੀਂ ਕਮਾਲ ਕਰਦੇ WhatsApp। ਪਰ ਇੱਕ ਗੱਲ ਹੈ, ਹੁਣ ਜਿਹਦੇ ਆਪਾਂ ਬਾਕੀ ਕਾਂਗਰਸੀ ਲੀਡਰਾਂ ਦੀ ਗੱਲ ਕਰ ਲਈ, ਉਹਨਾਂ ਦੇ ਬਿਆਨਾਂ ਤੋਂ, ਸਿੱਧੂ ਸਾਹਿਬ ਦੇ ਟਵੀਟ ਤੋਂ, ਪਿਛਲੇ ਦਿਨੀ ਜਿਹੜੀ ਉਹ ਚਰਚਾ ਜੀ ਵੀ ਚੱਲੀ ਸੀ ਵੀ ਸ਼ਾਇਦ ਨਹੀਂ ਜੀ ਹਾਈ ਕਮਾਨ ਦੇਖ ਰਹੀ ਹੈ, ਰਾਵਤ ਸਾਹਿਬ ਵੀ ਕਹਿੰਦੇ ਨੇ ਨਹੀਂ ਹਾਈ ਕਮਾਨ ਦੇਖ ਰਹੀ, ਤਾਂ ਮਤਲਬ ਇਹ ਹੋ ਗਿਆ ਵੀ ਹਾਈ ਕਮਾਨ ਦੇਖ ਤਾਂ ਰਹੀ ਹੈ, ਪਰ ਜਿੰਨਾ ਕੁ ਮੈਨੂੰ ਲੱਗਦਾ ਵੀ ਹੈ ਹਾਈ ਕਮਾਨ ਵੀ ਕਨਫਿਊਜ਼ ਹੀ ਹੋ ਸਕਦਾ ਵੀ ਜੋ ਵਿਚਾਰੇ ਪਰਿਵਾਰ ਦੇ ਤਿੰਨੇ ਜੀ ਸ਼ਾਮ ਨੂੰ ਬਹਿੰਦੇ ਹੋਣ ਤੇ ਫਿਰ ਮਤਲਬ ਪੁੱਛਦੇ ਹੋਣ ਮਾਤਾ ਜੀ ਨੂੰ ਵੀ ਹਾਂਜੀ ਕੀ ਕਰੀਏ, ਤੇ ਮਾਤਾ ਜੀ ਕਹਿੰਦੇ ਹੋਣ ਵੀ ਪੁੱਤ ਮੈਂ ਹੁਣ ਦੱਸ ਕੀ ਦੱਸਾਂ, ਪਹਿਲਾਂ ਤੇ ਮੋਦੀ ਸਾਹਿਬ ਨਾਲ ਪੇਚਾ ਜਦੋਂ ਪਾਉਣੇ ਕੋਈ ਨਾ ਕੋਈ ਬਿਆਨ ਤੂੰ ਉਹੋ ਜਿਹਾ ਦੇ ਦੇਣਾ, ਮੈਂ ਬਾਕੀ ਨਜਿੱਠਾਂ ਕਿ ਪੰਜਾਬ ਨਜਿੱਠਾਂ। ਫਿਰ ਹੋ ਸਕਦਾ ਉਹ ਭੈਣ ਜੀ ਉਹਨਾਂ ਨੂੰ ਪੁੱਛਦੇ ਵੀ ਭੈਣ ਜੀ ਤੁਸੀਂ ਦੱਸੋ ਕੁਛ, ਉਹ ਵੀਰ ਮੈਂ ਵੀ ਸੋਚਦੀ ਤੇ ਆ ਕੁਛ ਕਰਾਂ, ਤੇ ਇੱਧਰ ਸੁੱਖ ਨਾਲ ਤੁਹਾਡਾ ਜਿਹੜਾ ਪ੍ਰਾਹੁਣਾ ਆ ਉਹਦਾ ਕੋਈ ਨਾ ਕੋਈ ਕੇਸ ਨਿਕਲ ਆਉਂਦਾ, ਮੈਨੂੰ ਉੱਧਰ ਵੀ ਜਾਣਾ ਪੈਂਦਾ। ਕੋਈ ਨਹੀਂ, ਦੇਖਦੇ ਕਰਦੇ ਆ ਵੀ ਹੋ ਕੀ ਰਿਹਾ ਤੇ ਚੱਲ ਕੀ ਰਿਹਾ। ਮੈਨੂੰ ਲੱਗਦਾ ਵੀ ਐਂ ਜਾਪਦਾ ਵੀ ਹੋ ਸਕਦਾ ਵੀ ਉਹਨਾਂ ਵਿਚਾਰਿਆਂ ਕੋਲੇ ਅੱਗੇ ਬਥੇਰੇ ਕੰਮ ਨੇ, ਕਿਉਂਕਿ ਜਿਸ ਹਿਸਾਬ ਨਾਲ ਕਾਂਗਰਸ ਦੇ ਹਾਲਾਤ ਹੋ ਗਏ ਆਲ ਓਵਰ ਇੰਡੀਆ, ਉਹ ਕੀ ਨਜਿੱਠ ਦੇਣਗੇ ਇਹਨਾਂ ਦਾ ਆਣ ਕੇ ਪਵਾੜਾ ਤਾਂ ਲੱਗਦਾ। ਵੈਸੇ ਇਹ ਵੀ ਗੱਲ ਹੈ, ਕੰਮ ਹੈ ਬਹੁਤ ਆ, ਘਟਿਓ ਵੀ ਬਹੁਤ ਆ, ਕਿਉਂਕਿ ਹੁਣ ਜੇ ਬੰਗਾਲ ਦੇ ਵਿੱਚ MLA ਕੋਈ ਨਹੀਂ, ਉੱਥੇ ਤਾਂ ਕੰਮ ਵੀ ਕੋਈ ਨਹੀਂ। ਜੇ ਹੁਣ ਉੱਤਰ ਪ੍ਰਦੇਸ਼ ਦੇ ਵਿੱਚੋਂ ਹੈ ਹੀ ਕੋਈ ਨਹੀਂ ਤਾਂ ਕੰਮ ਵੀ ਕੋਈ ਨਹੀਂ। ਜੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੀ ਨਹੀਂ ਹਾਲ ਦੀ ਘੜੀ ਹੋਣੀ ਤਾਂ ਕੰਮ ਵੀ ਕੋਈ ਨਹੀਂ। ਆਹ ਨਹੀਂ, ਗੱਲਾਂ ਤੁਹਾਡੀਆਂ ਸਾਰੀਆਂ ਸਹੀ ਆ, ਪਰ ਇੱਕ ਗੱਲ ਤਾਂ ਪੱਕੀ ਹੈ ਵੀ ਇਹ ਸਾਰੇ ਕੁਛ ਦੇ ਵਿੱਚ ਹਾਈ ਕਮਾਨ ਵੀ ਦੇ ਮੁੰਡੇ ਹੀ ਰਹੀ ਸਾਰਿਆਂ ਨੂੰ, ਮਤਲਬ ਫੋਨ ਕਰਕੇ। ਹੁਣ ਜੇ ਇਹ ਤਾਂ ਥੋੜਾ ਕਿਹਾ ਹੋਊਗਾ ਕੈਪਟਨ ਸਾਹਿਬ ਵੀ ਨਹੀਂ ਫਿਰ ਕੋਈ ਨਹੀਂ ਕਰਦੇ ਆ, ਉਹਨਾਂ ਨੂੰ ਤੇ ਹੋਗਾ ਕੋਈ ਨਹੀਂ ਕੈਪਟਨ ਸਾਹਿਬ ਤੁਸੀਂ ਥੋੜੇ ਦਿਨ ਰੱਖੋ ਖਿਆਲ, ਆਪਾਂ ਕਰ ਰਹੇ ਹਾਂ। ਗੱਲ ਕਿਹੜੀ ਹੈ? ਹਾਂ, ਸਿੱਧੂ ਸਾਹਿਬ ਨੂੰ ਇਹੋ ਕਿਹਾ ਹੋ ਸਕਦਾ ਜਾਖੜ ਸਾਹਿਬ ਨੂੰ ਕਿਹਾ ਹੋਵੇ, ਜਿਹੜੇ ਕੋਈ 5-4 ਬੰਦੇ ਹੋਰ ਪਹੁੰਚ ਕਰ ਦੇਣ। वो अच्छा आप भी बोल रहे थे, नहीं ये तो आप बात की बिल्कुल सही आपने बात करी, ठीक है फिर आपका ख्याल रखते हैं। ਸੋ ਮੈਨੂੰ ਲੱਗਦਾ ਵੀ ਜਿਹੜੇ ਥਾਂ ਮੁੰਡੇ ਦਿੱਤੇ ਜਾ ਰਹੇ ਆ, ਹੋ ਸਕਦਾ ਜੇ ਕੱਲ੍ਹ ਨੂੰ ਅੱਜ ਕੰਮ ਸੈੱਟ ਹੋ ਵੀ ਜਾਵੇ ਤੇ 3-4 ਮਹੀਨੇ ਨੂੰ ਫਿਰ ਪੌੜਾ ਪੈ ਜੇ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਮੰਨਣੀ ਪਊਗੀ, ਜਦੋਂ ਨਾ ਪਿਛਲੇ ਦਿਨਾਂ ਦੇ ਵਿੱਚ 23 ਕਾਂਗਰਸੀ ਲੀਡਰ ਸ਼੍ਰੀਨਗਰ ਦੇ ਵਿੱਚ ਇਕੱਠੇ ਹੋਏ ਸੀ, ਉਹਨਾਂ ਨੇ ਕਿਹਾ ਸੀ ਕਿ 5 ਸਟਾਰ ਕਲਚਰ 'ਚ ਫਸ ਗਈ ਸਾਡੀ ਪਾਰਟੀ। ਨਿਸ਼ਾਨਾ ਤਾਂ ਰਾਹੁਲ ਗਾਂਧੀ ਤੇ ਹੀ ਸੀਗਾ ਕਿ ਜਦੋਂ ਅਸੀਂ ਪ੍ਰਚਾਰ ਕਰਨਾ ਹੁੰਦਾ ਛੁੱਟੀਆਂ ਤੇ ਚਲੇ ਜਾਂਦੇ ਆ। ਵੱਡੇ ਲੀਡਰ ਸੀ ਉਹਦੇ ਵਿੱਚ। ਇਹ ਯਾਰ ਇੱਕ ਮਿੰਟ ਬਾਟ ਸਾਹਿਬ, ਇਹ ਅਜੇ ਤੱਕ ਮੈਂ ਐਡਾ ਵੱਡਾ ਲੀਡਰ ਬਣ ਗਿਆ, ਪਰ ਮੈਨੂੰ ਆਹ ਨਹੀਂ ਸਮਝ ਲੱਗੀ ਗੱਲ ਯਾਰ, ਮੈਨੂੰ ਵੀ ਕਿਤੇ ਛੁੱਟੀ ਦਵਾਓ। ਮੈਂ ਛੁੱਟੀਆਂ ਤੁਹਾਨੂੰ ਕਈ ਦਵਾਈਆਂ, ਤੁਸੀਂ ਆਸਟ੍ਰੇਲੀਆ ਗਏ, ਤੁਸੀਂ ਉਹਦੇ ਤੋਂ ਬਾਅਦ ਕੈਨੇਡਾ ਆਏ, ਤੁਸੀਂ ਉਹਦੇ ਤੋਂ ਬਾਅਦ ਪਤਾ ਨਹੀਂ ਕਿੱਥੇ ਗਏ। ਅੱਜ ਮੈਨੂੰ ਦੱਸੋ ਵੀ ਮੈਂ ਕੀ ਕਰਕੇ ਆਇਆ ਤੇ ਹੁਣ ਮੈਂ ਸਵੇਰੇ ਕੀ ਕਰਨਾ। ਨਹੀਂ ਮੈਂ ਜਿੱਦਾਂ ਦੱਸਦਾ ਨਾ, ਦੇਖੋ ਇਹ ਮਾਲਕਾਂ ਦੀਆਂ ਬੇਰੀਆਂ ਇੱਥੇ ਬੰਦਾ ਬੜੀ ਸ਼ੁੱਧ ਭਾਸ਼ਾ ਦੇ ਵਿੱਚ, ਪਿੰਡ ਵਾਲੀ ਭਾਸ਼ਾ ਦੇ ਵਿੱਚ ਜਾਣੀ ਗੱਲ ਕਰਦੇ ਆ। ਉੱਥੇ ਸਵੇਰੇ ਕਹਿੰਦੇ ਮੈਂ ਅੱਜ ਪਰੌਂਠੀ ਖਾਣੀ ਆ, ਮੈਂ ਦੁਪਹਿਰੇ ਵੀ ਪਰੌਂਠੀ ਖਾਣੀ ਆ, ਮੈਂ ਪਰੌਂਠੀ ਨੂੰ ਥੋੜ੍ਹਾ ਜਿਹਾ ਘਿਓ ਕੱਟ ਲੈਣਾ, ਉਹਦੇ ਡੀਨਾ ਕਰਨਾ ਕਹਿੰਦਾ।
ਕਹਿੰਦਾ ਫਿਰ ਮੈਂ ਦੁਪਹਿਰੇ ਡੀਨਾ ਕਰ ਲਿਆ, ਫਿਰ ਇੱਕ ਨਾ ਰਾਤ ਨੂੰ ਡੀਨਾ ਕਰ ਲਿਆ। ਜਸਵਿੰਦਰ ਭੱਲੇ ਵਾਂਗੂ ਨਾ, ਪਹਿਲਾਂ ਕਹਿੰਦੇ ਮੈਂ ਛੋਟੀ ਪਰਾਂਠੀ ਖਾਣੀ ਆ, ਫਿਰ ਕਹਿੰਦੇ ਪਰਾਂਠੀ ਬਹੁਤ ਸਵਾਦ ਹੈ, 10 ਪਰਾਂਠੀਆਂ ਹੋਰ ਲੈ। ਸੰਧਾ ਵਾਲਿਆ ਮੈਂ ਇੱਕ ਗੱਲ ਹੋਰ ਸੋਚਦਾ ਸੀ ਜੀ ਆ, ਜਿਹੜੇ ਤੁਸੀਂ ਕਹਿੰਦੇ ਨੇ ਕਿ ਬੰਦੇ ਆਮ ਦੀ ਗੱਲ, ਲੀਡਰ ਦੀ ਗੱਲ, ਕਿ ਲੀਡਰ ਭਾਪੇ ਵਾਂਗੂ ਕੱਬੇ ਭਾਪੇ ਵਾਂਗੂ ਹੁੰਦਾ ਤੇ ਆਮ ਬੰਦਾ ਜਿਹੜਾ ਆ ਵੀ ਉਹਦੇ ਢਿੱਲੇ ਨਾਲੇ ਵਾਲਾ ਕੱਛਾ ਪਾਇਆ ਹੁੰਦਾ। ਮੈਂ ਸੋਚਦਾ ਸੀ ਵੀ ਠੀਕ ਹੈ, ਮੇਰੇ ਵਰਗੇ ਬੰਦੇ ਤਾਂ ਡੇਪੂ, ਤੁਹਾਡੇ ਉਹ ਤਾਂ ਢਿੱਲਾ ਵੀ ਨਹੀਂ ਡਿੱਗਣਾ, ਸਰੀਰ ਦੇ ਹਿਸਾਬ ਦੀ ਗੱਲ ਕਰਦੇ। ਚਲੋ ਅੱਛਾ, ਗੱਲ ਸੁਣੋ ਮੇਰੀ, ਆ ਜਾਓ। ਮੈਂ ਪੱਛਮੀ ਬੰਗਾਲ ਤੁਹਾਨੂੰ ਲੈ ਜਾਣਾ ਹੈ। ਪੱਛਮੀ ਬੰਗਾਲ ਚੱਲੀਏ ਯਾਰ। ਉਹ ਸੋਨਾਲੀ ਗੁਹਾ ਨੂੰ ਜਾਣਦੇ ਤੁਸੀਂ? ਸੋਨਾਲੀ ਗੁਹਾ ਬੇਸਿਕਲੀ ਉਹ TMC ਤ੍ਰਿਣਮੂਲ ਕਾਂਗਰਸ ਦੀ ਲੀਡਰ ਸੀ। ਪੱਛਮੀ ਬੰਗਾਲ ਦੀ ਸਾਬਕਾ ਡਿਪਟੀ ਉਹ ਰਹੀ ਹੈ, ਸਪੀਕਰ ਵੀ, 4 ਵਾਰ ਦੀ MLA। ਹੁਣ ਪਿਛਲੀ ਵਾਰ ਉਹਨੂੰ ਨਾ ਕਰ ਦਿੱਤੀ TMC ਨੇ, ਤ੍ਰਿਣਮੂਲ ਕਾਂਗਰਸ ਨੇ, ਵੀ ਤੈਨੂੰ ਟਿਕਟ ਨਹੀਂ ਦੇਣੀ, ਅਗਲੀ ਭੁੜਕ ਡੰਡਿਓਂ ਪਾਰ ਚੱਲ BJP 'ਚ। ਤੇ ਮੇਰਾ ਖਿਆਲ ਆ ਮਹੀਨਾ ਤਾਂ ਨਹੀਂ ਹੋਇਆ ਜੇ ਰਿਜ਼ਲਟ ਆਏ ਨੂੰ, ਆ ਮਈ 'ਚ ਹੀ ਆਇਆ ਸ਼ੁਰੂ 'ਚ, ਤੇ ਅਜੇ ਮਈ ਮੁੱਕਾ ਨਹੀਂ। ਉਹ ਕਹਿੰਦੀ ਨਾ ਦੀਦੀ ਮੈਂ ਮਰ ਜਾਣਾ ਜੀ, ਦੀਦੀ ਮੈਨੂੰ ਵਾਪਸ ਲੈ ਲਓ ਪਾਰਟੀ ਦੇ ਵਿੱਚ ਦੀਦੀ। ਹੁਣ ਮੈਨੂੰ ਸਮਝ ਨਹੀਂ ਆਈ ਵੀ ਮਤਲਬ ਇਹ 2 ਮਹੀਨਿਆਂ ਦੇ ਵਿੱਚ ਹੀ ਇੰਨਾ ਪਰਿਵਰਤਨ ਕਿਉਂ? ਸੰਧਾਲੀਆ ਸਾਹਿਬ, ਪੱਛਮੀ ਬੰਗਾਲ ਦਾ ਮਸਲਾ ਜਿਹੜਾ ਨਾ ਸਾਰੇ ਦੇਸ਼ ਦੇ ਉੱਤੇ ਪ੍ਰਭਾਵ ਪਾਊਗਾ। ਮਸਲਾ ਤੇ ਚੁੱਕ ਰਿਹਾ ਸੀ ਤੁਸੀਂ ਕਿ ਭਾਈ ਆ ਜਿਹੜੇ 214 ਬੰਦੇ TMC ਦੇ ਜਿੱਤੇ ਆ, ਵੀ ਇਹਦੇ ਵਿੱਚੋਂ ਚਾਹੇ ਪਰਚੀਆਂ ਪੁਰਚੀਆਂ ਕਰਕੇ ਜਾਂ ਦੂਸਰੇ ਕੰਮਾਂ ਦੇ ਕਰਕੇ ਬੰਦੇ ਜਿਹੜੇ ਆ ਖਿੱਚ ਲੈਣੇ ਜੀ ਉਹਨਾਂ ਨੇ, ਕਿਉਂਕਿ ਖਿੱਚਦੇ ਰਹੇ ਆ। ਮੈਨੂੰ ਹੋਰ ਲੱਗਦਾ ਭਾਰਤੀ ਜਨਤਾ ਪਾਰਟੀ ਦੇ 75 MLA ਆ, ਤੇ ਉਹਦੇ ਵਿੱਚੋਂ 49 ਬੰਦੇ ਉਹ ਨੇ ਜਿਹੜੇ ਜਾਂ ਤਾਂ ਤ੍ਰਿਣਮੂਲ ਕਾਂਗਰਸ 'ਚੋਂ ਆਏ ਆ, ਜਾਂ ਕਾਮਰੇਡਾਂ 'ਚੋਂ ਆਏ ਆ, ਜਾਂ ਕਾਂਗਰਸ 'ਚੋਂ ਆਏ ਆ। 49 ਤੇ ਉਹਨਾਂ 49 ਦੇ ਵਿੱਚੋਂ ਅੱਧਿਆਂ ਨੂੰ ਕਹਿੰਦੇ ਹੁਣ ਇਹ ਲੱਗਦਾ ਯਾਰ ਵੀ ਕੀ ਕਰੀਏ, ਉਹਨਾਂ ਨੇ ਤਾਂ ਇਧਰਲੇ ਪਾਸੇ ਆਉਣਾ ਨਹੀਂ। ਜੇ ਕਿਤੇ ਬੰਦੇ ਨੂੰ ਫੜ ਕੇ ਦਫ਼ਤਰ ਲਿਜਾਂਦੇ, ਮੁੱਖ ਮੰਤਰੀ ਆਪ 6-6 ਘੰਟੇ ਉੱਥੇ ਖੜੀ ਰਹਿੰਦੀ ਹੈ, ਬਾਹਰ ਹਜ਼ੂਮ ਇਕੱਠਾ ਹੋ ਜਾਂਦਾ ਹੈ, ਲੱਗਦਾ ਨਹੀਂ ਕਿ ਸਰਕਾਰ ਡਿੱਗੇ। ਦੂਸਰਾ, ਬੀਬੀ ਮਮਤਾ ਬੈਨਰਜੀ ਨੇ ਇੱਕ ਫੁਰਤੀ ਮਾਰੀ ਹੈ, ਉਹਨਾਂ ਨੇ ਆਪ ਦੀ ਸੀਟ ਸੈੱਟ ਕਰਾਉਣ ਦੇ ਲਈ ਤੇ ਇੱਕ ਬੰਦੇ ਤੋਂ ਅਸਤੀਫਾ ਦਵਾ ਲਿਆ। ਜਿੱਦਾਂ ਵਿਧਾਨ ਸਭਾ ਹੁੰਦੀ ਹੈ ਨਾ, ਜਿੱਦਾਂ ਆਪਣੇ ਲੋਕ ਸਭਾ ਤੇ ਉੱਪਰਲੇ ਪਾਸੇ ਰਾਜ ਸਭਾ, ਇੱਦਾਂ ਇੱਕ ਵਿਧਾਨ ਪਰਿਸ਼ਦ ਹੁੰਦੀ ਹੈ, ਕਈ ਸੂਬਿਆਂ ਦੇ ਵਿੱਚ ਹੈਗੀ ਹੈ। ਉਹ ਵਿਧਾਨ ਪਰਿਸ਼ਦ ਵਿੱਚ ਬੰਦੇ ਐਡਜਸਟ ਹੋ ਜਾਂਦੇ, ਸੈੱਟ ਹੋ ਜਾਂਦੇ ਆ। ਹੁਣ ਬੀਬੀ ਮਮਤਾ ਬੈਨਰਜੀ ਨੇ ਉਹ ਵੀ ਮੰਗ ਚੁੱਕਣੀ ਸ਼ੁਰੂ ਕਰਤੀ ਕਿ ਸਾਡੇ ਸੂਬੇ 'ਚ ਵਿਧਾਨ ਪਰਿਸ਼ਦ ਲਿਆਓ। ਹੁਣ ਕਈ ਬੰਦੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਸੀ ਦਿੱਤੀਆਂ, ਇਸ ਬੀਬੀ ਵਰਗੇ ਹੋਰ ਪਾਸੇ ਚਲੇ ਗਿਆ ਸੀ, ਉਹਨਾਂ ਨੂੰ ਐ ਲੱਗਦਾ ਵੇਲੇ ਸਿਰ ਕੁੰਡਾ ਖੜਕਾ ਕੇ ਚਲੇ ਜਾਈਏ। ਜੇ ਕੱਲ੍ਹ ਨੂੰ 5-7 ਮਹੀਨਿਆਂ ਤੱਕ ਬੀਬੀ ਵਿਧਾਨ ਪਰਿਸ਼ਦ ਬਣਾਉਣ 'ਚ ਕਾਮਯਾਬ ਰਹੀ, ਸ਼ਾਇਦ ਸਾਨੂੰ ਉੱਥੇ ਐਡਜਸਟ ਹੀ ਕਰਾ ਦੇਵੇ। ਹੁਣ ਸੰਧਾਲੀਆ ਸਾਹਿਬ, ਪਰ ਜੇ ਇਸ ਤਰੀਕੇ ਦੇ ਨਾਲ ਪਤਾ ਲੱਗਿਆ ਕਿ ਉੱਥੇ ਭਾਰਤੀ ਜਨਤਾ ਪਾਰਟੀ ਨੇ 75 ਦੇ 75 ਵਿਧਾਇਕ ਬਹੁਤ ਸੁਰੱਖਿਅਤ ਰੱਖੇ ਹੋਆ ਕਿ ਕੌਣ ਮਿਲਦਾ ਕੌਣ ਗਿਲਦਾ ਕਿੱਧਰ ਨੂੰ ਜਾਂਦੇ, ਕਿਉਂਕਿ ਜ਼ਰੂਰੀ ਨਹੀਂ ਕਿ ਇਕੱਲੀ ਬੀਬੀ ਮਮਤਾ ਬੈਨਰਜੀ ਦੀ ਪਾਰਟੀ 'ਚ ਫੁੱਟ ਪੈਣੀ ਹੈ। ਹੋ ਸਕਦਾ 75 ਦੇ ਵਿੱਚੋਂ ਬੰਦੇ ਇੱਧਰਲੇ ਪਾਸੇ ਨੂੰ ਕਿਸਕਣੇ ਸ਼ੁਰੂ ਹੋ ਜਾਣ, ਪਰ ਜੇ ਬੀਬੀ ਨੇ ਇੱਕ ਵਾਰੀ ਖੋਰਾ ਲਾ ਲਿਆ, ਕੇਰਾ ਸ਼ੁਰੂ ਕਰ ਲਿਆ, ਇਹ ਕੇਰਾ ਬਹੁਤ ਦੂਰ ਤੱਕ ਜਾਊਗਾ। ਇਹ ਇਕੱਲਾ ਫਿਰ ਪੱਛਮੀ ਬੰਗਾਲ ਤੱਕ ਸੀਮਤ ਨਹੀਂ ਰਹਿਣਾ। ਨਹੀਂ ਹੋ ਸਕਦਾ। ਹੁਣ ਆ ਦੇਖੋ, ਸੋਨਾਲੀ ਗੁਹਾ ਦੀ ਮੈਂ ਗੱਲ ਕਰਦਾ, ਹੁਣ ਜਿਹੜੀ ਮਤਲਬ ਨਾਲ ਰਹੀ ਹੈ, ਜੇ 4 ਵਾਰ ਦੀ MLA ਤਾਂ ਮਤਲਬ 20 ਸਾਲ ਤੱਕ ਲਈ MLA ਰਹੀ ਜੀ, ਨਾਲ ਜੇ ਡਿਪਟੀ ਸਪੀਕਰ ਰਹੀ ਹੈ ਤਾਂ ਫਿਰ ਇਹਦਾ ਮਤਲਬ ਵੀ ਉਹਦਾ ਵੀ ਤਕੜਾ ਸੀ ਉਹਦੇ ਕੋਲ। ਹੁਣ ਜੇ ਉਹਨੂੰ ਐਂ ਲੱਗਦਾ ਵੀ ਨਹੀਂ ਦੀਦੀ ਮੇਰਾ ਉੱਤੇ ਦਿਲ ਨਹੀਂ ਲੱਗਦਾ, ਦੀਦੀ ਧਰਮੀ ਗੱਲ ਉਹ ਕਹਿਣ ਦੇ ਵੀ ਮੈਂ ਮਰ ਜਾਣਾ ਦੀਦੀ ਮੈਨੂੰ ਵਾਪਸ ਲੈ ਲਓ ਦੀਦੀ। ਹੁਣ ਜੇ ਇੰਨੀ ਛੇਤੀ ਉਹਦਾ ਜੀ ਲੱਗਣੋਂ ਹਟ ਗਿਆ ਤੇ ਇਹ ਤਾਂ ਕਈ ਨਿਕਲ ਆਉਣੇ ਇਦਾਂ ਦੇ ਵੀ ਜਿਹੜੇ ਆਖਣਗੇ ਵੀ ਨਾ ਭਾਈ ਸਾਹਿਬ ਅਸੀਂ ਵਾਪਸ ਚੱਲੇ ਆ। ਤੇ ਜੇ ਇਹ ਕੰਮ ਦੁਬਾਰਾ ਤੁਰ ਪੈਂਦਾ ਤੇ ਹੋ ਸਕਦਾ ਵੀ BJP ਨੂੰ ਵੀ ਸੋਚਣਾ ਪਵੇ ਵੀ ਯਾਰ ਜਿਹੜਾ ਆਪਾਂ ਆਹ ਵਾਲੀ ਸਕੀਮ ਰੱਖੀ ਸੀ ਵੀ ਇੱਧਰੋਂ 4 ਫੜੇ 4 ਉੱਧਰੋਂ ਫੜੇ 4 ਉੱਧਰੋਂ ਫੜੇ, ਸਾਰਿਆਂ ਨੂੰ ਉਹ ਸਾਫੇ ਪਾਏ ਆਪਣੇ ਵੀ ਚਲੋ ਕਮਲ ਦਾ ਫੁੱਲ ਖਿਲਾ ਦਿਓ, ਇਹ ਕੰਮ ਕਿਤੇ ਖਰਾਬ ਨਾ ਕਰੇ ਆਪਾਂ ਨੂੰ। ਦੇਖੋ BJP ਨੂੰ ਸੋਚਣਾ ਪਊਗਾ ਹਾਲਾਤ। ਮੰਨ ਲਓ ਇੱਕ ਹਲਕਾ ਤੁਹਾਡਾ, ਉੱਥੇ ਤੁਸੀਂ ਤਾਂ BJP ਦੇ ਵਰਕਰ ਹੋ, ਤੁਹਾਨੂੰ ਲੱਗਦਾ ਮੈਨੂੰ ਟਿਕਟ ਮਿਲ ਜੂ, ਟਿਕਟ ਲਿਆ ਕੇ ਮੈਨੂੰ ਦੇਤੀ ਬਾਹਰੋਂ, ਤੁਸੀਂ ਪਹਿਲਾਂ ਹੀ ਚਲ ਗਏ ਕਿਸੇ ਹੋਰ ਪਾਸੇ ਗੁੱਸੇ ਹੋ ਕੇ ਕਿ ਭਾਈ ਮੈਂ ਕੰਮ ਕਰਦਾ ਰਿਹਾ, ਮੁੜ ਕੇ ਮੈਂ ਵੀ ਚੱਲ ਜਾਵਾਂ, ਉੱਥੇ ਰਹੂਗਾ। ਪਹਿਲੀ ਗੱਲ ਤੇ ਤੁਸੀਂ ਇਹ ਵੇਖੋ ਵੀ ਜੇ ਆਪਾਂ ਦੋ ਨੂੰ BJP ਵਾਲੀ ਟਿਕਟ ਦਿੰਦੇ ਕਿਸ ਤਰ੍ਹਾਂ। ਨਹੀਂ ਮੈਨੂੰ ਤਾਂ ਬਿਲਕੁਲ ਨਹੀਂ ਦੇਣੀ, ਤੁਹਾਡੀ ਤਾਂ ਗੱਲ ਹੈਗੀ ਆ। ਨਹੀਂ ਦਵਾ ਦੂੰ ਮੈਂ, ਇੱਕ ਵਾਰ ਮੇਰੀ ਐਂਟਰੀ ਤੇ ਕਰਾਓ ਉੱਥੇ। ਮਾੜਾ ਐਂਟਰੀ ਉੱਥੇ ਕਰਨੀ ਨਹੀਂ ਪੈਂਦੀ, ਤੁਸੀਂ ਮਾੜੀ ਜਿਹੀ ਆਵਾਜ਼ ਦਿਓ, ਆਵਾਜ਼ ਦਿਓ, ਅਗਲੇ ਆਪ ਹੀ ਲੈ ਜਾਂਦੇ ਆ ਲੱਭਦੇ ਫਿਰਦੇ। ਉਹਨਾਂ ਦੇ 117 ਬੰਦੇ ਚਾਹੀਦੇ ਵੀ ਆ। ਅੱਛਾ ਨਹੀਂ ਚਲੋ ਠੀਕ ਆ, ਇਹ ਸਾਰੇ ਕੁਛ ਅਸੀਂ ਤਾਂ ਇਹ ਗੱਲਾਂ ਕਰ ਰਹੇ। ਦਿੱਲੀ ਦੇ ਟੀਕੇ ਵੀ ਲੈ ਆਓ। ਆਹੋ ਮੈਂ ਟੀਕੇ ਦੀ ਗੱਲ ਕਰ ਲਾਂਗਾ, ਉਹ ਤੋਂ ਪਹਿਲਾਂ ਭਗਵੰਤ ਮਾਨ ਹੋਰਾਂ ਦੀ ਗੱਲ ਕਰਨੀ ਆ। ਆ ਜਾਓ ਮਹਾਰਾਜ। ਭਗਵੰਤ ਮਾਨ ਸਾਹਿਬ ਪਤਾ ਕੀ ਕਹਿੰਦੇ ਆ, ਉਹ ਕਹਿੰਦੇ ਜਿਹੜੀ ਚਿੱਠੀ ਪਹਿਲਾਂ ਕਿਸਾਨਾਂ ਲਿਖੀ ਸੀ ਉਹੀ ਗੱਲ ਉਹਨਾਂ ਨੇ ਕੀਤੀ। ਉਹ ਕਹਿੰਦੇ ਵੀ ਦੇਖੋ ਮੇਰੀ ਬੇਨਤੀ ਆ ਮਹਾਰਾਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਆਪ ਗੱਲ ਕਰਨੀ ਚਾਹੀਦੀ ਕਿਸਾਨਾਂ ਦੇ ਨਾਲ, ਕਿਉਂਕਿ ਜਿੰਨੇ ਕੁ ਚਿਰ ਉਹ ਬੈਠੇ ਨੇ ਉੱਥੇ ਜਾਂ ਜਿਹੋ ਜਿਹਾ ਮਾਹੌਲ ਚਾਲ ਚੱਲਣ ਡਿਆ, ਦੁਖੀ ਬੜੇ ਆ ਵਿਚਾਰੇ। ਹੁਣ ਸੁੱਖ ਨਾਲ ਗੱਲ ਤਾਂ ਇਹ ਆ ਵੀ ਅੱਧਾ ਸਾਲ ਲੰਘ ਗਿਆ, ਅੱਧਾ ਸਾਲ ਤੁਸੀਂ ਦੇਖੋ ਵੀ ਉਹ ਸੜਕਾਂ ਤੇ ਬਹਿ ਕੇ ਅਗਲੇ ਨੇ ਕੱਟਤਾ। ਜੇ ਅਜੇ ਵੀ ਬੰਦਾ ਆਖੇ ਵੀ ਨਹੀਂ ਕੋਈ ਨਹੀਂ ਬੈਠੇ ਰਹਿਣ ਤੋਂ ਗੱਲ ਮਾੜੀ। ਦੇਖੋ ਸੰਧਾਲੀਆ ਸਾਹਿਬ, ਦੋ ਲੀਡਰਾਂ ਦੀ ਚਰਚਾ ਕਰਨੀ, ਇੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਦੂਸਰਾ ਭਗਵੰਤ ਮਾਨ, ਦੋਨੋਂ ਕਿਸਾਨਾਂ ਦਾ ਮੁੱਦਾ ਲੈ ਕੇ ਆਏ ਆ। ਇਹਦਾ ਮਤਲਬ ਪਤਾ ਕੀ ਆ,
ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਪੰਜਾਬ ਦੇ ਪਿੰਡਾਂ 'ਚ ਜਾ ਕੇ ਜਾਂ ਇੱਧਰੋਂ ਉੱਧਰੋਂ ਕਿ ਭਾਈ ਭਾਵੇਂ ਕੋਵਿਡ ਆ ਗਿਆ, ਭਾਵੇਂ ਬੇਅਦਬੀ ਵਾਲਾ ਮੁੱਦਾ ਵੀ ਆ ਗਿਆ, ਭਾਵੇਂ ਗੁਰਮੀਤ ਰਾਮ ਰਹੀਮ ਦੀ ਪੈਰੋਲ ਬਹੁਤ ਚਰਚਾ ਦੇ ਵਿੱਚ ਹੈ, ਪਰ ਇਹਦੇ ਬਾਵਜੂਦ ਵੀ ਐਤਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਟੱਚ ਕੀਤਿਆਂ ਬਗੈਰ ਕੰਮ ਸੂਤ ਨਹੀਂ ਆਉਣਾ। ਭਗਵੰਤ ਮਾਨ ਸਾਹਿਬ ਦੀ ਚਿੱਠੀ ਇੰਪੋਰਟੈਂਟ ਹੈ। ਚਿੱਠੀ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੇ ਇੱਕੋ ਹੀ ਗੱਲ ਕਹੀ। ਉਹ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਦੇਖੋ, ਤੁਹਾਡੇ ਮੰਤਰੀਆਂ ਤੋਂ ਗੱਲ ਨਹੀਂ ਬਣੀ, ਹੁਣ ਜੇ ਕਿਸਾਨਾਂ ਨੇ ਤੁਹਾਨੂੰ ਚਿੱਠੀ ਲਿਖ ਦਿੱਤੀ ਹੈ ਨਾ, ਤਾਂ ਤੁਸੀਂ ਖੁਦ ਦਖਲ ਦੇ ਕੇ ਆਪ ਵੱਡੇ ਬਣੋ, ਕਿਸਾਨਾਂ ਦਾ ਮਸਲਾ ਹੱਲ ਕਰਾ ਦਿਓ। 400 ਤੋਂ ਵੱਧ ਕਿਸਾਨ ਕੁਰਬਾਨੀ ਦੇ ਚੁੱਕੇ ਆ ਤੇ ਬਹੁਤ ਔਖੇ ਹੋ ਕੇ ਫਸਲ ਉਗਾਉਂਦੇ ਆ। ਤੁਹਾਡੇ ਦੇਸ਼ ਦੇ ਲੋਕ ਜਿਹੜੇ ਆ ਉਹਨਾਂ ਦਾ ਢਿੱਡ ਭਰਦੇ ਆ, ਤੁਹਾਡਾ ਹੀ ਸਰਮਾਨ ਨਾ ਉੱਚਾ ਹੁੰਦਾ। ਹੁਣ ਡਿਊਟੀ ਆ ਤੁਹਾਡੀ, ਇੱਕ ਵਾਰੀ ਅੱਗੇ ਨੂੰ ਆਓ, ਅਸੀਂ ਸਾਰੇ ਤੁਹਾਡਾ ਧੰਨਵਾਦ ਕਰਾਂਗੇ। ਇਹਦਾ ਮਤਲਬ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦੀ ਪੂਰੀ ਰੌਸ਼ਨੀ ਹੈ, ਉਹਨਾਂ ਦੀ ਨਜ਼ਰ ਹੈਗੀ ਆ ਕਿ ਭਾਈ ਗੱਲ ਉੱਦਾਂ ਨਹੀਂ ਬਣਨੀ। ਹੁਣ ਪਿਛਲੇ ਦਿਨ ਹੀ ਰੌਲਾ ਪੈ ਗਿਆ ਸੀ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦੇ ਇੱਕ ਬਿਆਨ ਦਾ ਕਿ ਭਾਈ ਉਹਨਾਂ ਨੇ ਕਿਹਾ ਕਿ ਜਿਹੜੇ ਕਿਸਾਨ ਵਾਪਸ ਆਉਂਦੇ ਆ ਉਹ ਟੈਸਟ ਕਰਾਉਣ, ਦਿੱਲੀੋਂ ਵਾਪਸ ਆਉਂਦੇ ਧਰਨੇ ਤੋਂ। ਰੌਲਾ ਪੈ ਗਿਆ, ਕਈ ਕਿਸਾਨ ਆਗੂਆਂ ਨੇ ਵੀ ਕਿਹਾ। ਹੁਣ ਉਹ ਕਹਿੰਦੇ ਦੇਖੋ ਮੈਂ ਤਾਂ ਕਹਿਣਾ ਕਿਉਂਕਿ ਅਸੀਂ ਵੀ ਨਾਲ ਆ, ਕਹਿੰਦੇ ਕਿਸਾਨ ਅੰਦੋਲਨ ਦੇ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਆ, ਸਾਡੀ ਪਾਰਟੀ ਵੀ ਨਾਲ ਆ। ਅਸੀਂ ਤਾਂ ਕਹਿੰਦੇ ਸਿਰਫ ਇਹ ਕਹਿੰਦੇ ਆ ਕਿ ਬਹੁਤ ਵਧੀਆ ਕੰਮ ਲਈ ਲੜ ਰਹੇ ਆ, ਮੋਰਚਾ ਚੱਲਣਾ ਚਾਹੀਦਾ, ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ, ਪਰ ਆਪਣੇ ਪਰਿਵਾਰਾਂ 'ਚ ਆਉਣਾ ਹੈ, ਆਪਣੇ ਪਿੰਡ ਆਉਣਾ, ਇਸ ਕਰਕੇ ਟੈਸਟ ਕਰਾ ਕੇ ਆਉਣਾ। ਅਸੀਂ ਤਾਂ ਉਹਨਾਂ ਦੀ ਸੁਰੱਖਿਆ ਲਈ ਕਹਿੰਦੇ ਆ, ਬਾਕੀ ਸਾਡੇ ਨੂੰ ਰੋਕ ਟੋਕ ਕੋਈ ਨਹੀਂ। ਹੁਣ ਤੁਸੀਂ ਦੇਖੋ ਕਿ ਇੱਕ ਬਿਆਨ ਤੋਂ 1.5 ਦਿਨ ਬਾਅਦ ਹੀ, ਪਹਿਲਾਂ ਵੀ ਉਹਨਾਂ ਨੇ ਇੰਨਾ ਸਖਤ ਨਹੀਂ ਸੀ ਕਿਹਾ, ਪਰ 1.5 ਦਿਨ ਦੇ ਬਾਅਦ ਹੀ ਜੀ ਉਹਨਾਂ ਨੂੰ ਇਸ ਮੁੱਦੇ ਤੇ ਸਪਸ਼ਟੀਕਰਨ ਦੇਣਾ ਪਿਆ, ਭਗਵੰਤ ਮਾਨ ਸਾਹਿਬ ਨੂੰ ਚਿੱਠੀ ਲਿਖਣੀ ਪਈ। ਕਿਤੇ ਨਾ ਕਿਤੇ ਇਹਦਾ ਮਤਲਬ ਹੈ ਕਿ ਕਿਸਾਨੀ ਅੰਦੋਲਨ ਦੀ ਗੱਲ ਅਜੇ ਗੂੰਜਦੀ ਤਾਂ ਹੈਗੀ ਸਫਾਂ 'ਚ। ਨਹੀਂ ਗੂੰਜਦੀ ਹੈ, ਇਹ ਗੂੰਜਦੀ ਕਰਕੇ ਦੇਖੋ ਉਹਨਾਂ ਨੂੰ ਪਤਾ ਨਾ ਵੀ ਕਰੋਨਾ ਹੋਣਾ ਆ, 2 ਮਹੀਨੇ ਰਹਿ ਜੂ, ਤੀਜੇ ਮਹੀਨੇ ਕੀ ਕਰਾਂਗੇ? ਬਸ ਠੀਕ, ਤੀਜੇ ਮਹੀਨੇ ਤੇ ਫਿਰ ਉਹ ਬਾਪੂ ਲੱਭ ਪਣੇ ਨਾ ਉੱਥੇ, ਉਹਨਾਂ ਦਾ ਬਾਪੂ ਕਿੱਧਰ ਚੱਲਿਆ ਹੈ? ਦਿੱਲੀ ਚੱਲਿਆ। ਤੇ ਬਾਪੂ ਤੂੰ ਕਹਿੰਦਾ ਦਿੱਲੀੋਂ ਆਇਆ, ਜੇ ਦਿੱਲੀ ਜਾਣ ਵਾਲੇ ਦਿੱਲੀ ਆਉਣ ਵਾਲੇ ਤਾਂ ਫੇਰ ਮਿਲਣੇ ਆ ਨਾ, ਕਰੋਨੇ ਦਾ ਕੀ ਪਤਾ ਮਿਲੇ ਨਾ ਮਿਲੇ। ਅੱਛਾ ਆਪਾਂ ਹੁਣ ਟੀਕਿਆਂ ਤੇ ਚੱਲਦੇ ਹਾਂ। ਬਲਬੀਰ ਸਿੰਘ ਸਿੱਧੂ ਸਾਹਿਬ ਸਿਹਤ ਮੰਤਰੀ ਪੰਜਾਬ, ਉਹ ਕਹਿੰਦੇ ਮਹੀਨੇ 3 ਲੱਗਣੇ ਜੱਟਾ, 3 ਮਹੀਨਿਆਂ 'ਚ ਇਕੱਲੇ ਦੇ ਮੋਢੇ ਤੇ ਟੀਕੇ ਲਾ ਦੇਣੇ ਸੀ। ਪਰ ਇੱਕ ਮੁਸ਼ਕਿਲ ਆ, ਮੁਸ਼ਕਿਲ ਪਤਾ ਕੀ? ਟੀਕੇ ਨਹੀਂ ਕਹਿੰਦੇ ਇਹ ਜਿਹੜਾ 18 ਸਾਲ ਤੋਂ ਉੱਪਰ ਆਇਆ ਨੂੰ ਟੀਕੇ ਲੱਗਣੇ ਨਾ। ਇਹ ਕਹਿੰਦਾ ਚਾਹ ਬਣਾਉਣ, ਚਾਹ ਪਿਲਾਈਏ, ਉਹ ਕਹਿੰਦਾ ਪਿਲਾਓ, ਪਤੀਲੀ ਹੈਗੀ ਆ। ਇੱਕੋ ਹੀ ਮੁਸ਼ਕਿਲ ਹੈ ਕੀ ਕਹਿੰਦਾ, ਬਸ 3 ਚੀਜ਼ਾਂ ਹੈ ਨਹੀਂ, ਨਾ ਦੁੱਧ ਆ ਤੇ ਨਾ ਪੱਤੀ ਆ ਤੇ ਨਾ ਖੰਡ ਆ, ਚਾਹ ਦੀ ਪੂਰੀ ਤਿਆਰੀ ਆ, ਪੀ ਕੇ ਜਾਣੀ ਆ ਬਸ। ਸੰਧਾਲੀਆ ਇਹੋ ਗੱਲ ਕੇਜਰੀਵਾਲ ਸਾਹਿਬ ਆਖੀ ਜਾਂਦੇ, ਉਹ ਕਹਿੰਦਾ ਯਾਰ ਸਾਡਾ ਨਾ ਮਤਲਬ ਪ੍ਰੋਗਰਾਮ ਪੂਰਾ, ਡਾਕਟਰ ਬੈਠੇ, ਡੱਬੇ ਹੈਗੇ, ਕੁਰਸੀ ਡਾਈ, ਸੈਨੀਟਾਈਜ਼ਰ ਵੀ ਆਪਣੇ ਕੋਲੇ ਪੂਰਾ, ਟੀਕਾ ਲਾਉਣ ਦੀ ਤਿਆਰੀ ਵੀ ਟੀਕੇ ਨਹੀਂ। ਕਈ ਵਾਰੀ ਨਾ ਕਈ ਘਰਾਂ ਦੇ ਵਿੱਚ, ਚਲੋ ਕਈ ਵਾਰੀ ਤਾਂ ਹੁੰਦਾ ਕਿ ਬੰਦਾ ਕਿਰਸ ਨਾਲ ਚੱਲਦਾ, ਥੋੜਾ ਸੰਕੋਚ ਕੇ ਚੱਲਦਾ, ਘਰ ਚੱਲਦੇ ਹੀ ਇੱਦਾਂ, ਘਰੇ ਕੋਈ ਸਮਾਗਮ ਰੱਖ ਲੈਣਾ, ਦਿਨ ਸੁੱਧ ਰੱਖ ਲੈਣਾ, ਹਲਵਾਈ ਸੱਦ ਲੈਣੇ। ਹੁਣ ਹਲਵਾਈ ਨੇ ਆ ਜਾਊਗਾ, ਉਹ ਆਪਣੀ ਕੜਾਈ ਲੈ ਆਊਗਾ, ਆਪਣਾ ਖੁਰਚਣਾ ਲੈ ਆਊਗਾ, ਆ ਕੇ ਉਹਨਾਂ ਨੇ ਲੋਹ ਪੱਟ ਲਈ ਆ, ਬਾਲਣ ਵਿੱਚ ਦੇ ਦਿੱਤਾ ਹੀ, ਕੜਾਈ ਉੱਪਰ ਰੱਖਤੀ ਆ, ਪਰ ਉਹਦੇ ਵਿੱਚ ਹੁਣ ਪਕੌੜੇ ਕੱਢਣ ਨੂੰ ਤੇਲ ਜਿਹੜਾ ਪਾਉਣਾ, ਉਹਦੇ ਜਿਹੜੀ ਕਰਿਆਟੀ ਮੈਦਾ ਚਾਹੀਦਾ, ਹੋਰ ਨਿੱਕ ਸੁੱਕ ਚਾਹੀਦਾ, ਉਹ ਪਿਆ ਉਹ ਪਰਲੀ ਬੈਠਕ ਦੇ ਵਿੱਚ। ਬੈਠਕ ਨੂੰ ਲੱਗਾ ਜਿੰਦਾ ਤੇ ਚਾਬੀ ਬੇਬੇ ਦੀ ਜੇਬ 'ਚ ਆ। ਤੇ ਬੇਬੇ ਕਿਤੇ ਪਿੰਡ 'ਚ ਗਈ ਹੈ, ਪਿੰਡ 'ਚ ਵੀ ਬੇਬੇ ਦਾ ਹੌਸਲਾ ਹੀ ਨਹੀਂ ਪੈਂਦਾ, ਜਿਹੜੀ ਬੇਬੇ ਨੇ ਔਖੀ ਹੋ ਕੇ ਘਰ ਬਣਾਇਆ ਹੁੰਦਾ। ਕੋਈ ਨਹੀਂ, ਪਹਿਲਾਂ ਗਰਮ ਤਾਂ ਕਰੋ, ਦਿੰਨੀ ਆ ਤੇਲ, ਤੁਸੀਂ ਆਪਣਾ ਕੰਮ, ਤੁਹਾਨੂੰ ਮੈਂ ਕਹਿੰਦਾ ਚੰਗੋ ਪਹਿਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਦੇਖੋ ਕਿਰਕ ਵਿੱਚ ਤੁਰੀ ਫਿਰਦੀ ਹੈ ਉਹ ਬੀਬੀ ਨੇ, ਬਹੁਤ ਔਖੀ ਹੋ ਕੇ, 1 ਪੀਪੀ ਨਾ ਸਰ ਜੂ, 2 ਪੀਪੀ ਨਾ ਸਰ ਜੂ। ਹੁਣ ਕੇਂਦਰ ਸਰਕਾਰ ਬੇਬੇ ਵਾਲੀ ਪੋਜੀਸ਼ਨ 'ਚ ਹੈ। ਹੁਣ ਕੇਜਰੀਵਾਲ ਹੋਰੀ ਪਹਿਲਾਂ ਇੱਕ ਇਹ ਹਲਵਾਈ ਵਾਲੀ ਗੱਲ ਤੁਸੀਂ ਇੱਕ ਚੀਜ਼ ਨਹੀਂ ਪੁੱਛੀ, ਬਾਹਰੋਂ ਆਣ ਕੇ ਮੁੰਡੇ ਨੇ ਪੁੱਛਿਆ, ਉਹਨੇ ਆ ਵੀ ਯਾਰ ਤੁਸੀਂ ਕਮਾਲ ਕਰਦੇ, 2 ਘੰਟੇ ਹੋ ਗਏ ਤੁਹਾਨੂੰ ਲੋਹ ਪੁੱਟ ਕੇ, ਤੁਸੀਂ ਉੱਤੇ ਪਤੀਲਾ ਰੱਖ ਕੇ ਉੱਦਾਂ ਹੀ ਬੈਠੇ। ਹਲਵਾਈ ਸਾਹਿਬ ਕੀ ਹੋਇਆ? ਕਹਿੰਦੇ ਪਕੌੜਿਆਂ ਦੀ ਤਾਂ ਅਸੀਂ ਬਣਾ ਦੇਣੀ ਰੇਲ ਹੁਣ ਨੂੰ, ਤੇ ਬਣਾਉਂਦੇ ਨਹੀਂ, ਕਹਿੰਦੇ ਵੇਸਣ ਹੈ ਨਹੀਂ ਕਿੱਥੇ ਆ? ਕਹਿੰਦਾ ਬੇਬੇ ਚਾਬੀ ਨਹੀਂ ਦਿੰਦੀ। ਤੇ ਉਹ ਕਹਿੰਦਾ ਬੇਬੇ ਤੋਂ ਮੰਗ ਲੈਂਦੇ, ਪਿਸਤੌਲ ਪਹਿਲਾਂ ਟੰਗੀ ਹੁੰਦੀ ਹੈ। ਇੱਕ ਪੰਜਾਬੀ ਫਿਲਮ ਸੀਗਾ ਨਾ, ਬੇਬੇ ਤੁਹਾਡੀ ਬੜੀ ਕੱਬੀ, ਪਿਸਤੌਲ ਪਹਿਲਾਂ ਕੱਢ ਲੈਂਦੀ ਆ। ਹੁਣ ਸੰਧਾਲੀਆ ਸਾਹਿਬ ਦੇਖੋ, ਕੇਜਰੀਵਾਲ ਹੋਰੀ ਕਹਿੰਦੇ ਕਿ ਅਸੀਂ ਟੀਕੇ ਲਾਉਣੇ ਆ, ਸਾਨੂੰ ਘੱਟੋ ਘੱਟ 50 ਲੱਖ ਟੀਕੇ ਚਾਹੀਦੇ ਮਹੀਨੇ ਦੇ, ਸਾਨੂੰ ਦਿਓ। ਉਹ ਕਹਿੰਦੇ ਜੀ ਸਾਨੂੰ 50 ਦੀ ਜਗ੍ਹਾ ਦੇ ਉੱਤੇ ਮਿਲਦੇ ਆ 18 ਲੱਖ, ਤੇ ਅਗਲੇ ਮਹੀਨੇ ਤੋਂ 8 ਲੱਖ ਮਿਲਣੇ ਆ। ਦੂਜੇ ਪਾਸੇ ਪ੍ਰਕਾਸ਼ ਜਾਵੜੇਕਰ ਹੋਰੀ ਕਹਿੰਦੇ ਬਿਲਕੁਲ ਗਲਤ ਗੱਲ ਹੈ, ਇਹਨਾਂ ਨੂੰ 50 ਲੱਖ ਦਿੱਤੇ। ਪ੍ਰਕਾਸ਼ ਜਾਵੜੇਕਰ ਹੋਰੀ ਜਿਹੜੇ ਆ ਉਹ ਕੇਂਦਰ ਦੇ ਵਿੱਚ ਮੰਤਰੀ ਹੈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ, ਇਹ ਕੋਈ ਬਿਆਨਬਾਜ਼ੀ ਥੋੜੀ ਹੈ। ਜੇ ਕੇਂਦਰ ਦੀ ਸਰਕਾਰ ਨੇ 50 ਲੱਖ ਦਿੱਤੇ ਆ ਤਾਂ ਤਰੀਕਾਂ ਅਨਾਉਂਸ ਕਰ ਦਿਓ, ਨਾਲ ਦੱਸ ਦਿਓ ਕਿ ਆ ਜੀ ਇੰਨੀ ਤਰੀਕ ਨੂੰ ਅਸੀਂ 50 ਦਿੱਤੇ ਤਾਂ ਦੇਖੋ ਨੇ ਰਿਸੀਵ ਕੀਤੇ। ਉਹ ਆਪਣਾ ਦੇ ਦੇਣ ਕਿ ਇਹਨਾਂ ਨੇ 18 ਹੀ ਦਿੱਤੇ ਤਾਂ ਅਸੀਂ ਰਿਸੀਵ ਕੀਤੇ। ਹੁਣ ਉਹ ਕਹਿੰਦੇ ਅਸੀਂ ਵੰਡ ਕੇ ਦੇਣੇ ਆ, ਤੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਪਹਿਲਾਂ ਆਕਸੀਜਨ ਦੇ ਮੁੱਦੇ ਤੇ ਧੱਕਾ ਸੀ, ਤੇ ਹੁਣ ਟੀਕਿਆਂ ਦੇ ਮੁੱਦੇ ਤੇ ਧੱਕਾ। ਰੌਲਾ ਫੇਰ ਪਈ ਜਾਂਦਾ ਹੈ। ਦੇਖੋ ਕਾਰਨ ਇਹ ਹੈ, ਰੌਲਾ ਪਊਗਾ ਤਾਂ ਹੀ ਸਿਆਸਤ ਚੱਲਣੀ। ਤੁਸੀਂ ਇੱਥੇ ਬੈਠੇ ਟਾਈ ਲਾ ਕੇ ਹੁਣ ਪ੍ਰਕਾਸ਼ ਜਾਵੜੇਕਰ ਸਾਹਿਬ ਦੇ ਬਿਆਨ ਦੀ ਗੱਲ ਕਰਨੇ, ਹੁਣ ਪ੍ਰਕਾਸ਼ ਜਾਵੜੇਕਰ ਸਾਹਿਬ ਮੰਨ ਲਓ ਇਹ ਬਿਆਨ ਨਾ ਦਿੰਦੇ,
ਕੋਈ ABC ਥੱਲੇ ਵਾਲੇ ਅਫਸਰ ਨੂੰ ਕਹਿੰਦੇ ਵੀ ਚੱਲ ਜਾ ਯਾਰ ਉਹਦੇ ਮੂੰਹ ਦੇ ਮੱਥੇ ਮਾਰ, ਉਹਦੇ ਲਿਸਟਾਂ ਵੀ ਤੈਨੂੰ ਕਿੰਨੇ ਦਿੱਤੇ ਟੀਕੇ ਨਹੀਂ ਦਿੱਤੇ। ਤੁਸੀਂ ਥੋੜਾ ਗੱਲ ਕਰਨੀ ਜੀ, ਉਹ ਤੇ ਅਫਸਰ ਦੀ ਗੱਲ ਹੋਣੀ ਵੀ ਰਿਕਾਰਡ ਮੰਗਿਆ, ਰਿਕਾਰਡ ਮਿਲ ਗਿਆ। ਲੋਕਾਂ ਨੂੰ ਤੇ ਪਤਾ ਨਹੀਂ ਲੱਗਣਾ ਵੀ ਟੀਕੇ ਕਿੰਨੇ ਦੇਣੇ ਆ। ਇਹ 2-3 ਮਹੀਨੇ ਪਤਾ ਲੱਗੇ ਵੀ ਟੀਕੇ ਕਿੱਥੇ, ਪਤਾ ਤੇ ਲੱਗੇ ਵੀ ਚਾਬੀ ਕਿਹਦੇ ਕੋਲ। ਹੁਣ ਪਤਾ ਲੱਗਦਾ ਨਾ ਵੀ ਭਾਈ ਸਾਹਿਬ ਹੁਣ ਜੇ ਬਾਹਰੋਂ ਵੀ ਕਿਸੇ ਨੂੰ ਪੁੱਛਣਾ ਹੋਵੇ ਮੁਖਤਿਆਰੀ ਕਿਹਦੇ ਕੋਲ ਹੈ, ਕਹਿੰਦਾ ਮੁਖਤਿਆਰੀ ਬੇਬੇ ਕੋਲ। ਭਰਾਵਾ ਇਹਨਾਂ ਦੀ ਉਹੀ ਹਲਵਾਈ ਜਿਹੜਾ ਵਿਚਾਰਾ ਇੱਥੇ ਭਾਵੇਂ ਪੂਰਾ ਕੰਮ ਨਿਬੇੜ ਕੇ ਜਾਵੇ ਵਿਆਹ ਦਾ, ਉਹਨੇ 7 ਘਰਾਂ ਜਾ ਕੇ ਦੱਸਣਾ ਭਰਾਵਾ ਉਹ ਨਾਲ ਚੱਲ ਗਿਆ, ਉਹ ਗੁਰੂਆ ਉਹਨਾਂ ਦੀ ਬੇਬੇ ਤੋਂ ਬਿਨਾਂ ਜੇ ਕੋਈ ਵੀ ਚੱਲਦੀ। ਹੁਣ ਇਹ ਪ੍ਰਭਾਵ ਤੇ ਜਾਣਾ ਚਾਹੀਦਾ ਹੈ ਕਿ ਨਹੀਂ। ਹੁਣ ਇਸ ਵੇਲੇ ਪ੍ਰਭਾਵ ਤੇ ਅਗਲੇ ਬਣਾਉਣ 'ਚ ਕਾਮਯਾਬ ਹੋ ਗਏ ਕਿ ਨਹੀਂ, ਵੀ ਭਾਵੇਂ ਤੁਸੀਂ ਜਿੱਧਰ ਮਰਜ਼ੀ ਸਰਕਾਰਾਂ ਬਣਾਈ ਫਿਰੋ, ਭਾਈ ਸਾਹਿਬ ਜਿਹੜੀ ਬੇਬੇ ਕੋਲ ਹੀ ਚਾਬੀ ਹੈ ਤੇ ਜੋ ਸਰਦਾਰੀ ਬੇਬੇ ਕੋਲ ਉਹ ਬੇਬੇ ਕੋਲ ਹੀ ਹੈ। ਨਹੀਂ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਜਾਂਦੇ ਆ ਕਿ ਇੰਪੋਰਟੈਂਟ ਗੱਲ ਕਰਨੀ ਹੈ। ਅੱਛਾ, ਹੁਣ ਤੱਕ ਜਿਹੜੀਆਂ ਕੀਤੀਆਂ ਇੰਪੋਰਟੈਂਟ ਨਹੀਂ, ਉਹ ਬਹੁਤ ਹੀ ਇੰਪੋਰਟੈਂਟ ਆ। ਅੱਛਾ ਜੀ। ਹੁਣ ਹੋਇਆ ਕੀ ਕਿ ਪੰਜਾਬ 'ਚ ਸੜਕਾਂ ਚੌੜੀਆਂ ਹੁੰਦੀਆਂ, ਦਰਖਤ ਵੱਢ ਹੁੰਦੇ, ਰੌਲਾ ਪੈ ਜਾਂਦਾ। ਫਰੀਦਕੋਟ ਦੀ ਮਿੱਲ ਦੇ ਵਿੱਚੋਂ ਰੌਲਾ ਪੈ ਗਿਆ ਕਿ 25-25 30-30 ਸਾਲ ਪੁਰਾਣੇ ਦਰਖਤ ਰੁੰਡ ਕਰ ਦਿੱਤੇ ਵੱਢ ਕੇ। ਪੰਜਾਬ ਦੇ ਵਿੱਚ ਜੰਗਲਾਤ ਦਾ ਖੇਤਰ ਘਟੀ ਜਾਂਦਾ, ਬਹੁਤ ਰੌਲਾ ਪੈਂਦਾ ਕਿ ਸਾਡੀ ਹਵਾ ਦਾ ਮਸਲਾ। ਹੁਣ ਇੱਕ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਆਈ ਹੈ। ਉੱਤਰਾਖੰਡ ਯੂਪੀ ਦਾ ਹਿੱਸਾ, ਉੱਥੋਂ ਦਾ ਇੱਕ 94 ਸਾਲਾ ਬਾਬਾ ਸੁੰਦਰ ਲਾਲ ਬਹੁਗੁਣਾ, ਉਹਦੀ ਮੌਤ ਹੋਈ। 1973 ਦੇ ਵਿੱਚ ਚਿਪਕੋ ਅੰਦੋਲਨ ਚੱਲਿਆ ਸੀ। ਜਿੱਦਾਂ ਅੱਜ ਪੰਜਾਬ 'ਚ ਦਰਖਤ ਵੱਢ ਹੋਈ ਜਾਂਦੇ ਨਾ, ਉਦੋਂ ਯੂਪੀ ਹੁੰਦਾ ਸੀ, ਉਹ ਅੱਜ ਕੱਲ੍ਹ ਉੱਤਰਾਖੰਡ ਆ, ਤੇ ਉੱਥੇ ਦਰਖਤ ਵੱਢਦੇ ਸੀ। ਤੇ ਉਸ ਬਾਬੇ ਨੇ ਇੱਕ ਮੁਹਿੰਮ ਚਲਾਈ ਬਹੁਤ ਸਾਰੇ ਲੋਕਾਂ ਨਾਲ ਲੈ ਕੇ ਚਿਪਕੋ, ਕਿ ਜਿੱਥੇ ਉਹ ਕੁਹਾੜੀ ਲੈ ਕੇ ਜਾਂਦੇ ਸੀ ਕਿ ਅਸੀਂ ਦਰਖਤ ਵੱਢਣ ਲੱਗੇ ਹਾਂ ਪਹਾੜਾਂ 'ਚ, ਉੱਥੇ ਉਹ ਨਾਲ ਜੱਫੀ ਪਾ ਲੈਂਦੇ ਸੀ। ਮੌਤਾਂ ਵੀ ਹੋਈਆਂ ਅੰਦੋਲਨਕਾਰੀਆਂ ਦੀਆਂ, ਪਰ ਹੌਲੀ ਹੌਲੀ ਕਰਕੇ 1980 ਤੱਕ ਆ ਕੇ ਪਾਬੰਦੀ ਲਾਉਣੀ ਪਈ ਸੀ ਕਿ ਭਾਈ ਨਾ ਵੱਢੋ। ਬਾਬਾ ਬੜਾ ਮਸ਼ਹੂਰ ਹੋਇਆ, 94 ਸਾਲ ਦਾ। ਜਲ, ਜੰਗਲ ਤੇ ਜ਼ਮੀਨ, 3 ਚੀਜ਼ਾਂ ਨੂੰ ਬਚਾਉਣ ਦੇ ਲਈ ਅੰਦੋਲਨ ਕਰਦਾ ਸੀ। ਉਹਦੀ ਮੌਤ ਹੋਈ ਹੈ। ਸਾਰੇ ਲੋਕਾਂ ਨੇ ਫੇਸਬੁੱਕ ਤੇ ਪੋਸਟਾਂ ਪਾਈਆਂ, ਇੰਸਟਾਗ੍ਰਾਮ ਤੇ ਫੋਟੋ ਪਾਈਆਂ, ਉਹ ਕਈ ਕੁਛ ਕੀਤਾ। ਪਰ ਮੈਨੂੰ ਐਂ ਲੱਗਦਾ ਕਿ ਜਿਹੜੀ ਗੱਲ ਸੁੰਦਰ ਲਾਲ ਬਹੁਗੁਣਾ ਨੂੰ 1973 ਦੇ ਵਿੱਚ ਯੂਪੀ ਉੱਤਰਾਖੰਡ ਦੇ ਵਿੱਚ ਸਮਝ ਆ ਗਈ ਸੀ, ਹੁਣ ਤਾਂ 2021 ਹੋ ਗਿਆ। ਹੁਣ ਤਾਂ ਸਾਨੂੰ ਆਕਸੀਜਨ ਦਾ ਵੀ ਪਤਾ ਲੱਗ ਗਿਆ, ਹੁਣ ਤਾਂ ਸਾਹ ਦੀਆਂ ਬਿਮਾਰੀਆਂ ਦਾ ਵੀ ਪਤਾ ਲੱਗ ਗਿਆ। ਪੰਜਾਬ 'ਚ ਇੱਕ ਚਿਪਕੋ ਅੰਦੋਲਨ ਦੀ ਲੋੜ ਹੈ। ਚਲਾਉਣਾ ਕਿਹਨੇ ਹੈ, ਕਦੋਂ ਚਲਾਉਣਾ ਹੈ, ਕਿ ਅਸੀਂ ਲੀਡਰਾਂ ਦੇ ਮਗਰ ਹੀ ਲੱਗੇ ਤੁਰੇ ਫਿਰਦੇ ਰਹਿਣਾ ਕਿ ਪੰਜਾਬ ਅਸੀਂ ਰੁੰਡ ਕਰ ਲੈਣਾ। ਜਾਗ ਜਾਈਏ ਤਾਂ ਚੰਗਾ, ਨਹੀਂ ਤਾਂ ਔਖੇ ਹੋ ਜਾਵਾਂਗੇ। ਨਹੀਂ, ਗੱਲ ਤੁਹਾਡੀ ਠੀਕ ਹੈ ਵਾਟ ਸਾਹਿਬ। ਮੇਰਾ ਖਿਆਲ ਜਦੋਂ ਆਪਾਂ ਅੱਗੇ ਵੀ ਗੱਲ ਕਰਦੇ ਹਟੇ ਹਾਂ ਵੀ ਜੇ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਲੇਨ ਬਣੀ ਆ, ਉਹਦੇ ਵਿੱਚ ਕਿੰਨਾ ਥਾਂ ਛੱਡ ਕੇ ਦੂਸਰੀ ਸੜਕ ਕਈ ਵਾਰ ਦੀਦੀ ਵੀ ਨਹੀਂ। ਆਪਾਂ ਇਹ ਵੀ ਕਈ ਵਾਰ ਦੇਖਿਆ ਵੀ ਰੁੱਖਾਂ ਦੀ ਝਿੜੀ ਦੇ ਪਰਲੇ ਪਾਰਕ ਤੇ ਦੂਜੀ ਸੜਕ ਹੁੰਦੀ ਆ। ਕਿ ਇੱਥੇ ਸੜਕਾਂ ਦੇ ਵਿੱਚ ਉਹ ਗੈਪ ਰੱਖਿਆ ਜਾ ਸਕਦਾ। ਤੇ ਜਿਹੜੀਆਂ ਆਪਣੇ ਭਾਰਤ ਦੇਸ਼ ਮਹਾਨ ਸੜਕਾਂ ਬਣਦੀਆਂ ਨੇ, ਵੀ ਇੱਕ ਸੜਕ ਮੰਨ ਲਓ ਤੁਸੀਂ ਬਣਾਈ ਹੈ, ਤੁਸੀਂ ਪਹਿਲਾਂ 100 ਫੁੱਟ ਥਾਂ ਉਹਦਾ ਸੀ, ਤੁਸੀਂ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਗੱਡੀ ਚੱਲਣੀ, 50 ਇੱਧਰੋਂ ਲਾਓ 50 ਉੱਧਰੋਂ ਲਾਓ, ਤੇ ਫਿਰ ਤੁਸੀਂ ਉਹਨੂੰ 200 ਕਰਕੇ ਤੇ ਫਿਰ 100 ਦੀਆਂ 2 ਸੜਕਾਂ ਬਣਾਉਣੀਆਂ। ਉਹਦੇ ਨਾਲ ਚੰਗਾ ਨੇ ਵੀ ਜਿਹੜੀ 100 ਦੀ ਤੁਸੀਂ ਇੱਧਰ ਲਈ ਹੈ, ਜੇ 50 ਦੋਵਾਂ ਸਿਰਿਆਂ ਤੋਂ ਲੈਣ ਨਾਲੋਂ ਤੁਸੀਂ ਉਹ ਰੁੱਖ ਛੱਡ ਕੇ ਪਰਲੇ ਪਾਸੇ ਇਕੱਠੀ ਲੈ ਲਓ, ਉੱਧਰਲੇ ਪਾਸੇ 100, ਵੀ ਜਿਹੜੇ ਇੱਕ ਪਾਸੇ ਘੱਟੋ ਘੱਟ ਰੁੱਖਾਂ ਦੀ ਲੇਨ ਉਹ ਵੀ ਬਚ ਗਈ, ਜਿਹੜੀ ਵਿਚਾਲੇ ਆ ਜੂਗੀ ਉਹ ਵੀ ਬਚ ਜੂਗੀ, ਨਾਲੇ ਜਿਹੜਾ ਤੁਹਾਡਾ ਡਿਵਾਈਡਰ ਤੇ ਦੁਬਾਰਾ ਫੇ ਬੂਟੇ ਲਾਉਂਦੇ ਜੇ ਉਹ ਸਿਆਪਾ ਮੁੱਕ ਜੂ, ਨਾਲੇ ਇੱਕ ਦੂਜੇ 'ਚ ਲਾਈਟਾਂ ਨਹੀਂ ਵੱਜਣਗੀਆਂ। ਅਸੀਂ ਤਾਂ ਮੰਨਦੇ ਹਾਂ ਤੁਹਾਡਾ ਢਿੱਡ ਨਹੀਂ ਭਰਦਾ, ਤੁਸੀਂ ਦੋਨੇ ਪਾਸੇ ਵਾਲਾ ਦਰਖਤ ਜਿਹੜੇ ਹਰੇ ਸੁੱਕੇ ਕਹਿ ਕੇ ਵੇਚਣੇ ਨਾ, ਜਿਹੜਾ ਐਡਾ ਹੋਣਾ ਕਲਾਵਾ ਨਹੀਂ ਭਰਦਾ, ਹੁਣ ਇੰਨੀ ਡੰਡੀ ਕਹਿ ਕੇ ਵੇਚਣਾ ਨਾ, ਆਹ ਤੁਹਾਡਾ ਨਹੀਂ ਭਰਦਾ, ਆ ਜਿਹੜਾ ਤੁਹਾਡਾ ਢਿੱਡ ਹੈ। ਇਹਦਾ ਪਤਾ ਕਰਾਓ ਵੀ ਇਹ ਕਿਹੜਾ ਬੰਦਾ, ਇਹ ਪੱਤਰਕਾਰ, ਇਹ ਠਾਣਾ ਕਿਹੜਾ ਲੱਗਦਾ ਇਹਨੂੰ, ਮਾੜਾ ਜਿਹਾ ਹਿਸਾਬ ਦਿਓ ਇਹਦਾ। ਚੱਲੀਏ ਹੁਣ। ਚਲੋ ਠੀਕ ਹੈ ਸੰਧਾਲੀਆ ਸਾਹਿਬ, ਬਹੁਤ ਸ਼ੁਕਰੀਆ ਜੀ, ਚੜ੍ਹਦੀ ਕਲਾ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਅਸੀਂ ਆਪਣੀਆਂ ਕਰਕੇ ਚਲੇ ਜਾਂਦੇ ਹਾਂ, ਬਾਕੀ ਤੁਹਾਨੂੰ ਚੰਗੀਆਂ ਲੱਗਣ ਨਾ ਲੱਗਣ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।